टीचर ग्रुप नाल जुड़े होए सारे दोस्त ਜਿਹੜੇ ਪਿਛਲੇ 4 ਲੈਕਚਰਾਂ ਤੋਂ ਸਾਡੇ ਨਾਲ ਜੁੜੇ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਤੁਹਾਡੀ ਫੀਡਬੈਕਸ, ਤੁਹਾਡੇ ਸੁਝਾਅ ਸਾਡੇ ਕੋਲ ਆਉਂਦੇ ਰਹੇ ਆ ਤੇ ਇਸ ਕਰਕੇ ਸਾਨੂੰ ਇਸ ਗੱਲ ਦਾ ਹੌਸਲਾ ਵੀ ਮਿਲਿਆ ਕਿ ਇਸ ਕੰਮ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਅੱਜ ਅਸੀਂ ਇੱਕ ਬਹੁਤ ਮਿਹਨਤੀ ਸਿਰੜੀ ਅਧਿਆਪਕ ਕਰਨੈਲ ਵੈਰਾਗੀ ਹੋਰਾਂ ਨੂੰ ਮਿਲਾਂਗੇ, ਪਰ ਉਸ ਤੋਂ ਪਹਿਲਾਂ ਮੈਂ ਥੋੜ੍ਹੀਆਂ ਜਿਹੀਆਂ ਕੁਛ ਗੱਲਾਂ ਇਸ ਗਰੁੱਪ ਬਾਰੇ ਕਰਨਾ ਚਾਹੁੰਦਾ ਕਿ ਗਰੁੱਪ ਪੈਦਾ ਕਿਵੇਂ ਹੋਇਆ ਜਾਂ ਕਿਹੜੀ ਕਲਪਨਾ ਚੋਂ ਅਸੀਂ ਇਹਨੂੰ ਸ਼ੁਰੂ ਕੀਤਾ। ਤਾਂ ਜਦੋਂ ਅਸੀਂ ਟੀਚਿੰਗ ਕਰਦੇ ਹਾਂ ਤਾਂ ਜੇ ਕੋਈ ਅਧਿਆਪਕ ਸਕੂਲ 'ਚ ਪੜ੍ਹਾਉਂਦਾ ਜਾਂ ਕਾਲਜ 'ਚ ਪੜ੍ਹਾਉਂਦਾ, ਤਾਂ ਜਦੋਂ ਮੈਂ ਪਹਿਲੀ ਵਾਰ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕੋਲ ਪੰਜਾਬੀ ਦੇ ਵਿੱਚ ਕੋਈ ਕਿਤਾਬਾਂ ਹੈਗੀਆਂ ਨੇ ਕਿ ਜਿਹੜੀਆਂ ਪੁਰਾਣੇ ਟੀਚਰਸ ਨੇ ਲਿਖੀਆਂ ਹੋਣ ਕਿ ਕਿਵੇਂ ਪੜ੍ਹਾਉਣਾ ਚਾਹੀਦਾ, ਜਾਂ ਸਾਡੇ ਕੋਲ ਕੋਈ ਆਨਲਾਈਨ ਕੋਈ ਮੈਟਰ ਹੈਗਾ। ਪਰ ਸਾਡੇ ਕੋਲ ਪੰਜਾਬੀ 'ਚ ਕਿਤੇ ਵੀ ਕੁਛ ਵੀ ਬਹੁਤਾ ਨਹੀਂ ਮਿਲਿਆ। ਜਿਹੜੀਆਂ ਕੁਛ ਕਿਤਾਬਾਂ ਅਨੁਵਾਦਿਤ ਮਿਲਦੀਆਂ ਨੇ, ਤਾਂ ਇਹ ਤਾਂ ਹੈ ਨਹੀਂ ਕਿ ਸਾਡੇ ਕੋਲ ਬਹੁਤ ਚੰਗੇ ਟੀਚਰ ਸਾਡੇ ਸਮਾਜ 'ਚ ਹੋਏ ਨਹੀਂ, ਪਰ ਸਮੱਸਿਆ ਇਹ ਰਹੀ ਕਿ ਉਹ ਜਿਹੜੇ ਚੰਗੇ ਟੀਚਰਾਂ ਨੇ ਕੰਮ ਕੀਤਾ ਉਹ ਦਰਜ ਨਹੀਂ ਹੋਏ, ਉਹਨਾਂ ਦੀ ਡਾਕੂਮੈਂਟੇਸ਼ਨ ਨਹੀਂ ਹੋਈ, ਇਸ ਕਰਕੇ ਉਹ ਅਗਲੀਆਂ ਪੀੜ੍ਹੀਆਂ ਤੱਕ ਨਹੀਂ ਪਹੁੰਚ ਸਕਿਆ। ਤਾਂ ਇਹਦੇ 'ਚ ਸਾਡੇ ਮਨ 'ਚ ਕਲਪਨਾ ਆਈ ਕਿ ਸਾਡੇ ਸਮਕਾਲ ਦੇ ਵਿੱਚ ਜਿਹੜੇ ਅਧਿਆਪਕ ਬਹੁਤ ਖੂਬਸੂਰਤ ਕੰਮ ਕਰ ਰਹੇ ਨੇ, ਬਹੁਤ ਨਵੇਂ ਤਰੀਕਿਆਂ ਨਾਲ ਕੰਮ ਕਰ ਰਹੇ ਨੇ, ਅਸੀਂ ਉਹਨਾਂ ਨੂੰ ਇੱਕ ਤਾਂ ਡਾਕੂਮੈਂਟ ਕਰੀਏ, ਰਜਿਸਟਰ ਕਰੀਏ ਤੇ ਆਮ ਲੋਕਾਂ 'ਚ ਲੈ ਕੇ ਜਾਈਏ। ਜਿਹਦੇ ਨਾਲ ਦੋ ਮਕਸਦ ਸੀਗੇ ਸਾਡੇ, ਕਿ ਇੱਕ ਤਾਂ ਜਿਹੜੇ ਨਵੇਂ ਅਧਿਆਪਕ ਬਣ ਰਹੇ ਨੇ ਜਾਂ ਨਵੇਂ ਅਧਿਆਪਕ ਪੜ੍ਹਾ ਰਹੇ ਨੇ ਉਹਨਾਂ ਨੂੰ ਨਵੀਂ ਪ੍ਰੇਰਨਾ ਮਿਲੂਗੀ ਤੇ ਨਵੇਂ ਤਰੀਕੇ ਉਹਨਾਂ ਨੂੰ ਮਿਲਣਗੇ ਕਿ ਕਿਵੇਂ ਪੜ੍ਹਾਇਆ ਜਾ ਸਕਦਾ, ਕਿਵੇਂ ਪੜ੍ਹਾਇਆ ਜਾ ਰਿਹਾ। ਦੂਜੀ ਗੱਲ ਸੀ ਕਿ ਆਮ ਤੌਰ ਤੇ ਜਿਵੇਂ ਪਿਛਲੇ ਲੈਕਚਰ ਦੇ ਵਿੱਚ ਡਾਕਟਰ ਕਮਲਜੀਤ ਹੋਰਾਂ ਨੇ ਦੱਸਿਆ ਕਿ ਜਿਹੜੀ ਸਾਡੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਉਹਦੇ 'ਚ ਅਧਿਆਪਕ ਦਾ ਮੋਰਾਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਉਹਨੂੰ ਗੈਰ ਅਧਿਆਪਨ ਕੰਮਾਂ ਦੇ ਵਿੱਚ ਪਾਇਆ ਜਾਂਦਾ, ਉਹਨੂੰ ਕਦੇ ਮਾਈਨਿੰਗ ਤੱਕ ਦੀਆਂ ਖਣਨ ਦੀਆਂ ਡਿਊਟੀਆਂ ਲਾਤੀਆਂ ਜਾਂਦੀਆਂ ਨੇ, ਵੋਟਾਂ ਤੇ ਜਾਂ ਪਿੰਡ ਦੇ ਆਮ ਸਧਾਰਨ ਜਿਨ੍ਹਾਂ ਦਾ ਅਧਿਆਪਨ ਨਾਲ ਕੋਈ ਸੰਬੰਧ ਨਹੀਂ ਉਹ ਡਿਊਟੀਆਂ ਦੇ ਦਿੱਤੀਆਂ ਜਾਂਦੀਆਂ ਨੇ। ਤਾਂ ਇੱਕ ਜਿਹੜਾ ਡਿਸਕੋਰਸ ਪਿਛਲੇ 20-30 ਸਾਲਾਂ 'ਚ ਜਦੋਂ ਤੋਂ ਪ੍ਰਾਈਵੇਟਾਈਜੇਸ਼ਨ ਹੋ ਰਹੀ ਆ ਉਦੋਂ ਤੋਂ ਇਹ ਬਣਿਆ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਕੰਮ ਨਹੀਂ ਕਰਦੇ, ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ, ਇਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਜਾਣ ਲੱਗ ਪਏ ਤੇ ਪ੍ਰਾਈਵੇਟ ਸਕੂਲਾਂ ਨੂੰ ਅਸੀਂ ਹੋਰ ਨਜ਼ਰ ਨਾਲ ਦੇਖਣ ਲੱਗ ਪਏ। ਅਸੀਂ ਇਸ ਡਿਸਕੋਰਸ ਦੇ ਵਿੱਚ ਇੱਕ ਤਬਦੀਲੀ ਲਿਆਉਣਾ ਚਾਹੁੰਦੇ ਸੀਗੇ ਕਿ ਸਾਡੇ ਕੋਲ ਬਹੁਤ ਸਾਰੇ ਐਸੇ ਅਧਿਆਪਕ ਨੇ ਜਿਹੜੇ ਬਹੁਤ ਸ਼ਾਨਦਾਰ ਕੰਮ ਕਰ ਰਹੇ ਨੇ, ਜਿਹੜੇ ਬੜੇ ਹੀ ਨਿਰਸਵਾਰਥ ਹੋ ਕੇ ਆਪਣੇ ਵਿਦਿਆਰਥੀਆਂ ਲਈ, ਬੱਚਿਆਂ ਲਈ ਕੰਮ ਕਰਦੇ ਪਏ ਨੇ, ਖਾਸ ਤੌਰ ਤੇ ਉਹਨਾਂ ਇਲਾਕਿਆਂ 'ਚ ਜਿਹਨਾਂ ਨੂੰ ਅਸੀਂ ਪੇਂਡੂ ਇਲਾਕੇ ਕਹਿੰਦੇ ਹਾਂ। ਤਾਂ ਉਸ ਸੀਰੀਜ਼ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਲੈਕਚਰ ਸ਼ੁਰੂ ਕੀਤੇ। ਇੱਕ ਉਹ ਲੈਕਚਰ ਜਿਹੜੇ ਸਿਧਾਂਤਕ ਲੈਕਚਰ ਸੀਗੇ, ਜਿਹੜੇ ਸਾਡੇ ਵਿਦਵਾਨ ਇਹ ਦੱਸਦੇ ਸੀਗੇ ਕਿ ਸਾਡੀ ਜਿਹੜੀ ਪੈਡਾਗੋਜੀ ਹੈ, ਸਾਡਾ ਅਧਿਆਪਨ ਆ, ਸਾਡਾ ਸਿੱਖਿਆ ਪ੍ਰਬੰਧ ਆ, ਉਹਦੀਆਂ ਬੁਨਿਆਦਾਂ ਕੀ ਨੇ, ਉਹਦੇ 'ਚ ਪ੍ਰੋਬਲਮਸ ਕੀ ਨੇ ਤੇ ਉੱਥੇ ਕਿੱਥੇ ਸਾਨੂੰ ਤਬਦੀਲੀ ਦੀ ਲੋੜ ਆ। ਦੂਜਾ ਪੱਖ ਸੀਗਾ ਕਿ ਸਾਡੇ ਕੋਲ ਜਿਹੜੇ ਚੰਗੇ ਅਧਿਆਪਕ ਨੇ ਅਸੀਂ ਉਹਨਾਂ ਨੂੰ ਸੁਣ ਪਾਈਏ, ਜਿਹੜੇ ਆਮ ਤੌਰ ਤੇ ਕਿਸੇ ਲਾਈਮਲਾਈਟ 'ਚ ਨਹੀਂ ਆਉਂਦੇ। ਤੇ ਉਸ ਸੀਰੀਜ਼ ਦੇ ਵਿੱਚ ਸਾਡਾ ਦੂਜਾ ਲੈਕਚਰ ਆ ਮੀਟ ਦਾ ਟੀਚਰਸ ਸੀਰੀਜ਼ ਦੇ ਵਿੱਚ। ਪਹਿਲੇ ਸੀਰੀਜ਼ ਦੇ ਵਿੱਚ ਅਸੀਂ ਲੈਕਚਰਰ ਸੁਖਜੀਤ ਸਿੰਘ ਹੋਰਾਂ ਨੂੰ ਸੁਣਿਆ ਤੇ ਅੱਜ ਅਸੀਂ ਸੁਣਨਾ ਡਾਕਟਰ ਕਰਨੈਲ ਵੈਰਾਗੀ ਹੋਰਾਂ ਨੂੰ। ਕਰਨੈਲ ਵੈਰਾਗੀ ਜੀ ਮਾਨਸਾ ਜ਼ਿਲ੍ਹੇ ਦੇ ਹੋਡਲਾ ਕਲਾਂ ਦੇ ਵਿੱਚ ਪੜ੍ਹਾਉਂਦੇ ਨੇ ਤੇ ਸਿਰਫ ਪੜ੍ਹਾਉਂਦੇ ਨਹੀਂ, ਉਹਨਾਂ ਦੀ ਹਾਜ਼ਰੀ ਇਸ ਕਦਰ ਆ ਕਿ ਉਸ ਪਿੰਡ ਨੂੰ ਹੁਣ ਵੈਰਾਗੀ ਦੇ ਪਿੰਡ ਕਰਕੇ ਜਾਣਿਆ ਜਾਂਦਾ। ਉਹ ਦੱਸ ਰਹੇ ਸੀਗੇ ਕਿ ਉਹ 1994 ਤੋਂ ਯਾਨੀ ਪਿਛਲੇ 26 ਸਾਲਾਂ ਤੋਂ ਇੱਕੋ ਸਕੂਲ ਦੇ ਵਿੱਚ ਕੰਮ ਕਰ ਰਹੇ ਨੇ। ਆਮ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਨੇ ਨੌਕਰੀ ਮਿਲਦੀ ਹੈ ਤਾਂ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਪਿੰਡ ਤੋਂ ਸ਼ਹਿਰ ਰਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਸ਼ਹਿਰ ਇੱਕ ਬਿਹਤਰ ਜ਼ਿੰਦਗੀ ਹੈ। ਪਰ ਵੈਰਾਗੀ ਹੋਰਾਂ ਨੇ ਇਸ ਟ੍ਰੈਂਡ ਨੂੰ ਰਿਵਰਸ ਕੀਤਾ ਤੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਉਸ ਪਿੰਡ 'ਚ ਚਲੇ ਗਏ ਜਿੱਥੇ ਉਹਨਾਂ ਦਾ ਸਕੂਲ ਆ ਤੇ ਉੱਥੇ ਹੀ ਰਹਿ ਰਹੇ ਨੇ ਉਹ। ਤੇ ਇੱਥੋਂ ਤੱਕ ਜਿਵੇਂ ਤੁਸੀਂ ਅਖਬਾਰਾਂ ਦੇ ਵਿੱਚ ਵੀ ਪੜ੍ਹਿਆ ਹੋਣਾ, ਇੰਗਲਿਸ਼ ਟ੍ਰਿਬਿਊਨ ਦੇ ਪਿੱਛੇ ਰਿਪੋਰਟ ਸੀ ਕਿ ਉਹ ਜਦੋਂ ਇਮਤਿਹਾਨ ਹੁੰਦੇ ਨੇ ਬੋਰਡ ਦੇ ਬੱਚਿਆਂ ਦੇ ਤਾਂ ਉਹ ਸਵੇਰੇ 4 ਵਜੇ ਉੱਠ ਕੇ ਸਾਈਕਲ ਤੇ ਚੱਲ ਪੈਂਦੇ ਨੇ ਤੇ ਜਿਹੜੇ ਘਰਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਜਾ ਕੇ ਠਾਂਦੇ ਨੇ ਤੇ ਪੁੱਛਦੇ ਨੇ ਕਿ ਪੜ੍ਹ ਰਿਹਾ ਕਿ ਨਹੀਂ। ਮਾਪਿਆਂ ਨੂੰ ਕਹਿੰਦੇ ਨੇ ਕਿ ਬੱਚੇ ਨੂੰ ਉਠਾਓ ਤਾਂ ਕਿ ਉਹ ਪੜ੍ਹੇ। ਸੋ ਇਸ ਤਰ੍ਹਾਂ ਦੀਆਂ ਲਾ ਮਿਸਾਲ ਸਾਡੇ ਕੋਲ ਉਦਾਹਰਨਾਂ ਨੇ ਐਸੇ ਅਧਿਆਪਕ ਦੀਆਂ, ਤੇ ਅਸੀਂ ਬਹੁਤ ਇੱਛੁਕ ਸੀਗੇ ਕਿ ਇਹਨਾਂ ਦੇ ਐਕਸਪੀਰੀਅੰਸ ਨੂੰ ਸੁਣ ਸਕੀਏ। ਮੈਂ ਇਹਨਾਂ ਦੇ ਇਸ ਦ੍ਰਿੜਤਾ ਨੂੰ, ਇਸ ਪ੍ਰਤੀਬੱਧਤਾ ਨੂੰ ਅਸੀਂ ਸਲਾਮ ਵੀ ਕਰਦੇ ਹਾਂ ਤੇ ਅਸੀਂ ਬਹੁਤ ਅਦਬ ਨਾਲ ਬੀਇੰਗ ਟੀਚਰ ਗਰੁੱਪ ਵੱਲੋਂ, ਸਾਡੇ ਸਾਰੇ ਦੋਸਤਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਤੇ ਮੈਂ ਉਹਨਾਂ ਨੂੰ ਸੱਦਾ ਦਿੰਦਾ ਕਿ ਉਹ ਇਹਦੇ ਵਿੱਚ ਆਪਣੇ ਵਿਚਾਰ ਰੱਖਣ। ਲਗਭਗ ਉਹ ਜਿੰਨਾ ਦੇਰ ਉਹ ਗੱਲ ਕਰਨੀ ਚਾਹੁੰਦੇ ਨੇ 40-45 ਮਿੰਟ ਉਹ ਆਪਣੇ ਅਨੁਭਵ ਸਾਂਝੀ ਕਰਨਗੇ। ਉਸ ਤੋਂ ਬਾਅਦ ਜੇ ਤੁਹਾਡੇ ਕੋਈ ਸਵਾਲ ਹੋਣ ਤਾਂ ਕਾਈਂਡਲੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹਾਂ ਤੇ ਕੁਛ ਆਪਾਂ ਸਵਾਲਾਂ ਤੇ ਗੱਲ ਕਰਾਂਗੇ।
ਬਹੁਤ ਸਤਿਕਾਰ ਨਾਲ ਸਾਡੇ ਬਹੁਤ ਮਾਣਯੋਗ ਅਧਿਆਪਕ ਡਾਕਟਰ ਕਰਨੈਲ ਵਿਰਾਗੀ ਜੀ, ਪਲੀਜ਼ ਸਰ। ਸਤਿ ਸ਼੍ਰੀ ਅਕਾਲ ਸਰ। ਬੀ ਗਰੁੱਪ ਦੇ ਵਿੱਚ ਜੁੜੇ ਸਮੂਹ ਅਧਿਆਪਕ ਸਾਹਿਬਾਨ, ਸਾਥੀਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਦਿਲੋਂ ਧੰਨਵਾਦੀ ਹਾਂ ਕਿ ਉਸ ਦੌਰ ਦੇ ਵਿੱਚ ਕਿ ਜਦੋਂ ਅੱਜ ਮਨੁੱਖ ਤੋਂ ਦੂਰ ਹੁੰਦਾ ਜਾ ਰਿਹਾ ਹੈ, ਤਾਂ ਬੀਇੰਗ ਟੀਚਰ ਦੇ ਵਿੱਚ ਸਾਨੂੰ ਹੋਰ ਨੇੜੇ ਲਿਆਉਣ ਦੀ ਇੱਕ ਹੋਰ ਕੋਸ਼ਿਸ਼ ਹੈ, ਹੋਰ ਨਵਾਂ ਤਜਰਬਾ ਹੈ। ਮੈਂ ਧੰਨਵਾਦ ਕਰਦਾ ਪ੍ਰੋਫੈਸਰ ਰਵਿੰਦਰ ਜੀ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਤਾਲਮੇਲ ਕੀਤਾ ਤੇ ਮੈਨੂੰ ਇਸ ਲੈਕਚਰ ਦੇ ਯੋਗ ਸਮਝਿਆ। ਸਾਥੀਓ, ਮੇਰਾ ਕੋਈ ਜਿਹੜਾ ਅੱਜ ਦਾ ਲੈਕਚਰ ਹੈ ਕੋਈ ਸਿਧਾਂਤਕ ਨਹੀਂ ਹੈ। ਠੀਕ ਹੈ ਕਿ ਸਿਧਾਂਤ ਜ਼ਰੂਰੀ ਹੁੰਦੇ ਨੇਗੇ, ਸਿਧਾਂਤ ਬਣਾਏ ਜਾਂਦੇ ਨੇ, ਸਿਧਾਂਤਾਂ ਨੂੰ ਲਾਗੂ ਕਰਨਾ ਹੁੰਦਾ ਹੈ, ਤੇ ਜੋ ਸਿਧਾਂਤ ਬਣ ਜਾਂਦੇ ਨੇ ਉਹਨਾਂ ਤੇ ਅਸੀਂ ਤਜਰਬੇ ਕਰਨੇ ਹੁੰਦੇ ਨੇ। ਮੈਂ ਆਪਣੇ ਅਧਿਆਪਕ ਕਿੱਤੇ ਨਾਲ ਸੰਬੰਧਿਤ ਤੁਹਾਡੇ ਨਾਲ ਕੁਝ ਆਪਣੇ ਤਜਰਬੇ ਸਾਂਝੇ ਕਰਾਂਗਾ। ਕੁਝ ਗੱਲਾਂ ਹੀ ਨੇਗੀਆਂ, ਕੋਈ ਲੈਕਚਰ ਨਹੀਂ ਹੈ। ਪਰੰਤੂ ਜੋ ਇੱਕ ਅਧਿਆਪਕ ਬਣਦਾ ਹੈ ਉਹਦੇ ਵਿੱਚ ਜਿੱਥੇ ਅਧਿਆਪਨ ਕਿੱਤੇ ਨਾਲ ਸੰਬੰਧਿਤ ਜਦੋਂ ਪ੍ਰਵੇਸ਼ ਕਰਦਾ ਹੈ, ਉਹ ਜ਼ਿੰਦਗੀ ਰੋਲ ਅਦਾ ਕਰਦੀ ਹੈ। ਇੱਕ ਉਹਦੀ ਬੈਕਗਰਾਊਂਡ ਵੀ ਰੋਲ ਅਦਾ ਕਰਦੀ ਹੈ, ਉਹ ਕਿਸ ਇਲਾਕੇ ਚੋਂ ਹੈ, ਕਿਸ ਪਰਿਵਾਰ ਚੋਂ ਹੈ, ਤੇ ਇਹਦੀ ਬੈਕਗਰਾਊਂਡ ਕੀ ਅਸਲ ਵਿੱਚ ਕਾਫੀ ਚੀਜ਼ਾਂ ਇੱਕ ਅਧਿਆਪਕ ਨੂੰ ਵੀ ਪੜ੍ਹਨ ਦੀ ਲੋੜ ਹੁੰਦੀ ਹੈ ਅਸਲ ਦੇ ਵਿੱਚ ਇੱਕ ਬੱਚੇ ਨਾਲੋਂ ਪਹਿਲਾਂ। ਤੇ ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਕਿ ਮੈਂ ਇਸ ਟਾਈਮ ਬਤੌਰ ਲੈਕਚਰਰ ਪੋਲੀਟੀਕਲ ਸਾਇੰਸ ਸੀਨੀਅਰ ਸੈਕੰਡਰੀ ਸਕੂਲ ਵੀਰ ਹੋਬਲਾ ਕਲਾਂ ਵਿਖੇ, ਦੋ ਪਿੰਡਾਂ ਦਾ ਸਾਂਝਾ ਸਕੂਲ ਹੈ, ਵੀਰ ਖੁਰਦ ਤੇ ਹੋਬਲਾ ਕਲਾਂ, ਦੋਨਾਂ ਪਿੰਡਾਂ ਦੇ ਵਿਚਾਲੇ ਹੋਣ ਕਰਕੇ ਇਹਦਾ ਨਾਮ ਵੀਰ ਹੋਬਲਾ ਕਲਾਂ ਪੈ ਗਿਆ। ਉਸ ਵਿਖੇ ਬਤੌਰ ਲੈਕਚਰਰ ਕੰਮ ਕਰਦਾ। 24/2/94 ਨੂੰ ਮੈਂ ਬਤੌਰ SS ਮਾਸਟਰ ਇਸ ਸਕੂਲ ਦੇ ਵਿੱਚ ਜੁਆਇਨ ਕੀਤਾ ਸੀ। ਤੇ 12 ਦੇ ਵਿੱਚ ਮੇਰੀ ਪ੍ਰਮੋਸ਼ਨ ਲੈਕਚਰਰ ਪੰਜਾਬੀ 'ਚ ਵੀ ਹੋ ਗਈ ਸੀਗੀ, ਪਰੰਤੂ ਉਹ ਮੈਨੂੰ ਸਟੇਸ਼ਨ ਕੰਡੀ ਮਿਲਦਾ ਸੀਗਾ ਮਾਨਸਾ ਜ਼ਿਲ੍ਹੇ 'ਚ ਸੰਗਰੂਰ ਦੇ ਇਲਾਕੇ 'ਚ। ਪਰੰਤੂ ਮੈਂ ਪੰਜਾਬੀ ਦੀ ਉਸ ਪੋਸਟ 'ਤੇ ਨਹੀਂ ਗਿਆ ਕਿ ਮੈਂ ਉਹਦਾ ਸਕੂਲ ਛੱਡਣਾ ਚਾਹੁੰਦਾ ਸੀਗਾ। ਚਲੋ ਕੁਝ ਸਮੇਂ ਬਾਅਦ ਪੋਲੀਟੀਕਲ ਸਾਇੰਸ ਦੀ ਵੀ ਮੇਰੀ ਪਦੋन्नति ਹੋ ਗਈ ਤੇ ਮੈਂ 12 ਤੋਂ ਬਾਅਦ ਬਤੌਰ ਲੈਕਚਰਰ ਉੱਥੇ ਸਕੂਲ ਵਿੱਚ ਕੰਮ ਕਰ ਰਿਹਾ ਹਾਂ। ਤੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਸਰਕਾਰ ਦੀਆਂ ਪਾਲਿਸੀਆਂ ਦੇ ਵਿੱਚ ਇਹ ਮੇਰੇ ਸਕੂਲ ਦੇ ਵਿੱਚ 1992 ਤੋਂ ਲੈ ਕੇ 2016 ਤੱਕ ਕੋਈ ਪੱਕਾ ਡੀਡੂ ਹੀ ਨਹੀਂ ਆਇਆ, ਹੈਡਮਾਸਟਰ ਜਾਂ ਪ੍ਰਿੰਸੀਪਲ। ਤੇ ਸਦੀ ਦਾ 24 ਸਾਲ ਕਹਿਣ ਦਾ ਅਰਥ ਇੱਕ ਸਦੀ ਦਾ ਚੌਥੇ ਹਿੱਸੇ ਦੇ ਵਿੱਚ ਇੱਕ ਸਕੂਲ ਦੀ ਹਾਲਤ ਇਹ ਰਹਿਣੀ ਕਿ ਕੋਈ ਪਰਮਾਨੈਂਟ ਮੁਖੀ ਨਾ ਭੇਜਣਾ, ਇਹ ਸਰਕਾਰ ਦੀਆਂ ਪਾਲਿਸੀਆਂ ਸਿੱਖਿਆ ਪ੍ਰਤੀ ਰਹੀਆਂ ਪਹਿਲਾਂ ਵੀ, ਤੇ ਜਿਸ ਕਰਕੇ ਮੈਨੂੰ 14.5 ਸਾਲ ਉੱਥੇ ਬਤੌਰ ਡੀਡੀਓ ਕੰਮ ਕਰਨਾ ਪਿਆ। ਤੇ ਸਾਲ ਬਾਅਦ ਹੀ ਮੈਨੂੰ ਡੀਡੀਓ ਪਾਵਰਾਂ ਮਿਲ ਗਈਆਂ ਸੀ ਅਤੇ 14.5 ਸਾਲ ਮੈਂ ਬਤੌਰ ਡੀਡੀਓ ਕੰਮ ਕੀਤਾ। ਡੀਡੀਓ ਦੇ ਨਾਲ ਨਾਲ ਮੈਨੂੰ ਹੋਰ ਅਨੇਕਾਂ ਤਜਰਬੇ ਸਾਂਝੇ ਕਰਨੇ ਪਏ, ਪਬਲਿਕ ਨਾਲ, ਬੱਚਿਆਂ ਨਾਲ ਤੇ ਆਪਣੇ ਸਾਥੀਆਂ ਨਾਲ। ਤੇ ਮੈਂ ਵਿਦਿਅਕ ਯੋਗਤਾ ਆਪਦੀ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਪ੍ਰਾਪਤ ਕੀਤੀ ਹੈ, BA, ਸਟੇਟ ਕਾਲਜ ਪਟਿਆਲਾ ਤੋਂ BEd ਕੀਤੀ, ਨਹਿਰੂ ਕਾਲਜ ਤੋਂ ਪੋਲੀਟੀਕਲ ਸਾਇੰਸ ਤੇ MA, ਵਿਜ਼ਨ ਸੈਂਟਰ ਬਠਿੰਡਾ ਤੋਂ ਪੰਜਾਬੀ MA ਤੇ ਐਮਫਿਲ ਵੀ ਉੱਥੋਂ ਕੀਤੀ। ਤੇ 99 ਦੇ ਵਿੱਚ ਮੈਂ ਐਮਫਿਲ ਨੈਟ ਕਲੀਅਰ ਕਰ ਗਿਆ ਸੀਗਾ। ਤੇ ਡਾਕਟਰ ਸੁਰਜੀਤ ਸਿੰਘ ਭੱਟੀ ਦੀ ਅਗਵਾਈ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦਲਿਤ ਚੇਤਨਾ ਤੇ PhD ਕੀਤੀ। ਇਹ ਮੇਰਾ ਥੋੜ੍ਹਾ ਜਿਹਾ ਵਿਦਿਅਕ ਸਫ਼ਰ ਸੀਗਾ ਕਿ ਜਿਹੜਾ ਮੈਂ ਪੜ੍ਹਾਈ ਦੇ ਨਾਲ ਨਾਲ ਜਾਰੀ ਰੱਖਿਆ। ਤੇ ਸਰਵਿਸ ਆਉਣ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਵਿਦਿਆਰਥੀ ਯੂਨੀਅਨ ਵਿੱਚ ਕੰਮ ਕੀਤਾ। ਵਿਦਿਆਰਥੀ ਯੂਨੀਅਨ ਦੇ ਜੋ ਕਿ ਖੱਬੇ ਪੱਖੀ ਵਿਚਾਰਧਾਰਾ ਨਾਲ ਸੰਬੰਧਿਤ ਸੀ, ਉਹਨਾਂ ਨੇ ਇੱਕ ਸਾਨੂੰ ਜ਼ਿੰਦਗੀ ਜਿਉਣ ਦਾ ਸਿਧਾਂਤ ਦਿੱਤੇ, ਆਪਣਾ ਮਾਡਲ ਦਿੱਤਾ। ਤੇ ਖੱਬੇ ਪੱਖੀ ਦਾ ਫਾਇਦਾ ਇਹ ਹੋਏਗਾ, ਉਹਨਾਂ ਦਾ ਵਿਅਕਤੀਗਤ ਵੀ ਮਾਡਲ ਸੀ ਉਸ ਵਿਚਾਰਧਾਰਾ ਦੇ ਨਾਲ ਸੰਬੰਧਿਤ ਲੋਕਾਂ ਦਾ, ਕਿ ਖੱਬੇ ਪੱਖੀ ਵਿਚਾਰਧਾਰਾ ਦੇ ਵਿਅਕਤੀਆਂ ਦੇ ਸਿਧਾਂਤਾਂ ਨੇ ਜਿੱਥੇ ਸਾਨੂੰ ਨਹੀਂ ਲੋੜਨ ਦਿੱਤਾ, ਉੱਥੇ ਅਸੀਂ ਵੀ ਇੱਕ ਮਾਡਲ ਬਣਾ ਕੇ ਦਿੱਤਾ ਉਹਨਾਂ ਨੂੰ ਕਿ ਤੁਹਾਡੀ ਧੂਣੀ ਅਸੀਂ ਨਹੀਂ ਲੱਗਣ ਦੇਵਾਂਗੇ। ਤਾਂ ਉਹ ਜੋ ਵਿਦਿਆਰਥੀ ਯੂਨੀਅਨ ਦੇ ਵਿੱਚ ਇੱਕ ਤਜਰਬਾ ਸੀ, ਉਹ ਮੇਰੇ ਅਧਿਆਪਨ ਕਿੱਤੇ ਦੇ ਵਿੱਚ ਮੈਨੂੰ ਬਹੁਤ ਉਸਦੀ ਹੌਸਲਾ ਅਫਜ਼ਾਈ ਕੀਤੀ ਉਸਦੀ। ਤੇ ਇਸ ਤੋਂ ਬਿਨਾਂ ਮੇਰੇ ਘਰ ਦੀ ਸਥਿਤੀ ਜਿਹੜੀ ਸੀਗੀ ਆਰਥਿਕ ਤੌਰ ਤੇ ਕੋਈ ਬਹੁਤੀ ਚੰਗੀ ਨਹੀਂ ਸੀਗੀ, ਤੇ ਮੈਂ FCA ਦੇ ਗੋਦਾਮਾਂ ਦੇ ਵਿੱਚ ਚੌਕੀਦਾਰਾ ਕੀਤਾ। ਤੇ ਉਸ ਸਮੇਂ ਮੈਨੂੰ 450 ਰੁਪਈਆ ਤਨਖਾਹ ਦਿੰਦੇ ਹੁੰਦੇ ਸੀ ਉਹ। ਚਲੋ ਕੁਝ ਐਂ ਸੀ ਕਿ ਮੈਂ ਇੰਸਪੈਕਟਰ ਨਾਲੋਂ ਵੱਧ ਪੜ੍ਹਿਆ ਸੀ ਉਸ ਸਮੇਂ, ਉਹ ਇੰਸਪੈਕਟਰ ਉੱਥੇ ਕੰਮ ਕਰਦੇ ਸੀ, ਉਹ BA ਸੀ ਸ਼ਾਇਦ ਉਸ ਸਮੇਂ ਜੋਤ ਉਹਨਾਂ ਦੀ।
ਮੈਂ ਉਹਨਾਂ ਐਮਪਲ ਸੀਗਾ। ਥੋੜੀ ਕਿਸੇ ਹਮਦਰਦੀ ਨਾਲ ਕਰਕੇ ਕਿ ਮੈਨੂੰ 450 ਦੀ ਥਾਂ ਤੇ 100 ਰੁਪਏ ਸ਼ਾਇਦ ਵੱਧ ਵੀ ਦੇ ਦਿੰਦੇ ਸੀ ਉਹ, ਕਿ ਚਲੋ ਵੀ ਤੂੰ ਆਪਣੀ ਪੜ੍ਹਾਈ ਜਾਰੀ ਰੱਖ। ਤੇ ਮੈਂ ਆਪਣੇ ਵਿਦਿਆਰਥੀਆਂ ਨਾਲ ਇਹ ਗੱਲ ਲਗਾਤਾਰ ਸਾਂਝੀ ਵੀ ਕਰਦਾ ਰਹਿਣਾ, ਜੋ ਨਵੇਂ ਵਿਦਿਆਰਥੀ ਨੇ ਹਰ ਸਾਲ ਸੈਸ਼ਨ 'ਚ। ਤੇ ਵਿਦਿਆਰਥੀਓ ਦੇਖੋ, ਮੈਂ ਉਸ ਸਥਿਤੀ 'ਚ ਹੋ ਕੇ ਆਇਆ ਕਿ ਮੈਂ 25 ਰੁਪਏ ਦਿਹਾੜੀ ਵੀ ਕੀਤੀ ਹੈ, ਭਰਤ ਵੀ ਪਾਈ ਹੈ, ਚੌਕੀਦਾਰਾ ਵੀ ਕੀਤਾ ਹੈ, ਖੇਤਾਂ 'ਚ ਬੱਲੀਆਂ ਵੀ ਚੁੱਕੀਆਂ ਨੇ, ਡੰਗਰ ਵੀ ਚਾਰੇ ਨੇ। ਤਾਂ ਜੋ ਆਪਦੀ ਸਥਿਤੀ ਹੈ ਉਹਨੂੰ ਸਾਰੀ ਸਪਸ਼ਟ ਕਰ ਦਿੰਦਾ ਉਹਨਾਂ ਨੂੰ। ਉਹਦਾ ਕਾਰਨ ਇਹ ਹੈ ਕਿ ਜਿਹੜੇ ਸਕੂਲਾਂ 'ਚ ਅਸੀਂ ਅੱਜ ਪੜ੍ਹਾ ਰਹੇ ਹਾਂ, ਉਹ ਸਾਰੇ ਉਹ ਪਰਿਵਾਰਾਂ 'ਚ ਆਉਂਦੇ ਨੇ ਕਿ ਜਿਹਨੂੰ ਅਸੀਂ ਦਲਿਤ ਪਰਿਵਾਰ ਕਹਿੰਦੇ ਹਾਂ ਜਾਂ ਨਿਮਨ ਕਿਸਾਨੀ ਦੇ ਬੱਚੇ। ਸਾਡੇ ਕੋਲ ਲਗਭਗ 2% ਬੱਚੇ ਜਨਰਲ ਕੈਟਾਗਰੀ ਦੇ ਜਿਹੜੇ ਅਪਰ ਕਲਾਸ ਦੇ ਹੋ ਜਾਂਦੇ, ਬਾਕੀ ਦੀ ਹਾਲਤ ਇਸੇ ਤਰ੍ਹਾਂ ਹੀ ਹੈ। ਇੱਕ ਉਹਨਾਂ ਦੇ ਵਿੱਚੋਂ ਇਹ ਫਾਇਦਾ ਇਹ ਹੁੰਦਾ ਕਿ ਉਹਨਾਂ 'ਚ ਜਿਹੜੀ ਨਿਰਾਸ਼ਤਾ ਹੈ ਉਹ ਖਤਮ ਹੋ ਜਾਂਦੀ, ਕਿ ਜਦੋਂ ਇਹ ਪਤਾ ਲੱਗਦਾ ਕਿ ਮਾਸਟਰ ਜੀ ਵੀ ਸਾਡੇ ਵਰਗੇ। ਮੈਂ ਉਸੇ ਪਿੰਡ 'ਚ ਰਹਿਣਾ, ਮੈਂ ਸ਼ੁਰੂ 'ਚ ਦੇਖਿਆ ਕਿ ਮੇਰੇ ਬੱਚੇ ਕੀ ਕਰਦੇ, ਜੋ ਖੇਤ 'ਚ ਕੰਮ ਕਰਦੇ, ਬੱਲੀਆਂ ਚੁੱਕਦੇ, ਕੋਈ ਭੰਡ ਚੁੱਕੀ ਆਉਂਦੀ, ਕੋਈ ਲੜਕੀ ਆਉਂਦੀ ਜਾਂ ਲੜਕਾ ਹੁੰਦਾ, ਉਹ ਮੂੰਹ ਪਰਾਂ ਕਰ ਲੈਂਦੇ। ਪਰੰਤੂ ਜਦੋਂ ਮੈਂ ਆ ਕੇ ਸ਼ਾਬਾਸ਼ ਦਿੰਦਾ ਕਿ ਯਾਰ ਵੀ ਤੂੰ ਕੱਲ੍ਹ ਕੰਮ ਕਰ ਰਿਹਾ ਸੀ, ਕਿ ਤੂੰ ਭੰਡ ਵੀ ਚੱਕ ਲਿਆ ਸੀ ਆ, ਤਾਂ ਉਹਨਾਂ 'ਚ ਹੀਣ ਭਾਵਨਾ ਖਤਮ ਹੋ ਗਈ। ਉਹਨੂੰ ਦੱਸਦਾ ਕਿ ਮੈਂ ਖੁਦ ਕਰਦਾ ਇਹ ਕੰਮ। ਤਾਂ ਇਸ ਤਰ੍ਹਾਂ ਤੌਰ 'ਤੇ ਮੈਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਜਿਹੜੀ ਹੀਣ ਭਾਵਨਾ ਸੀ ਕਿ ਵਿਦਿਆਰਥੀ ਉਹ ਅਧਿਆਪਕ ਤੋਂ ਪੜ੍ਹਦਾ ਲਾ ਕੇ ਰੱਖਦਾ ਹੈ, ਉਹ ਉਹਨਾਂ ਤੋਂ ਦੂਰ ਕੀਤਾ। ਸਰਵਿਸ ਹੋਣ ਤੋਂ ਪਹਿਲਾਂ ਮੈਂ ਇੱਕ ਪੰਚਾਇਤ ਮੈਂਬਰ ਦੇ ਤੌਰ 'ਤੇ ਇਲੈਕਸ਼ਨ ਵੀ ਲੜੀ ਸੀਗੀ, ਤੇ ਉਹ ਮੇਰੇ ਬੁਲਾਡੇ ਪਿੰਡ ਦੀ ਪਹਿਲੀ ਇਲੈਕਸ਼ਨ ਸੀ ਕਿ ਜਿਹਦੇ ਵਿੱਚ ਸਿਰਫ 165 ਰੁਪਏ ਖਰਚ ਆਏ ਸੀ। ਤੇ ਜਦੋਂ ਮੇਰੇ ਨਾਲ ਦੇ ਜਿਹੜੇ ਜਿਹਨਾਂ ਦੇ 5 ਸਾਲ ਦੇ ਚੋਣ ਲੜੀ, ਬੁਲਾਡੇ ਪਿੰਡ ਕਾਫੀ ਵੱਡਾ ਪਿੰਡ ਹੈ, ਉਦੋਂ ਉਹਨਾਂ ਨੇ 70-80 ਹਜ਼ਾਰ ਰੁਪਏ ਖਰਚ ਕੀਤਾ। ਤੇ ਪਰੰਤੂ ਜਦੋਂ ਕਿ ਮੇਰੇ 165 ਰੁਪਏ ਖਰਚ ਇਸ ਕਰਕੇ ਆਏ ਕਿ 25 ਰੁਪਏ ਮੈਨੂੰ ਚੁੱਲ੍ਹਾ ਟੈਕਸ ਭਰਨਾ ਪੈ ਗਿਆ ਤੇ 140 ਰੁਪਏ ਦੀ ਫੋਟੋ ਸਟੇਟ ਕਰਾਉਣੀ ਪਈ। ਤਾਂ ਇੱਕ ਪੰਚਾਇਤ ਦੇ ਵਿੱਚ ਕਿਵੇਂ ਵਿਚਰਨਾ, ਤਾਂ ਉਹ ਮੈਨੂੰ ਆਉਣ ਵਾਲੇ ਸਮੇਂ 'ਚ ਤਜਰਬੇ 'ਚ ਕੰਮ ਆਇਆ ਕਿ ਪਿੰਡਾਂ ਦੇ ਵਿੱਚ ਜਾ ਕੇ ਮੈਂ ਸਰਵਿਸ ਕਰਦਾ ਤੇ ਉੱਥੋਂ ਦੀਆਂ ਪੰਚਾਇਤਾਂ ਦੇ ਵਿੱਚ ਜਾ ਕੇ ਮੈਂ ਕਿਸ ਤਰ੍ਹਾਂ ਵਿਚਰਾਂ। ਇਹ ਮੈਨੂੰ ਬਹੁਤ ਇਸ ਗੱਲ ਦਾ ਜਿਹੜਾ ਮੇਰੇ ਕੋਲ ਤਜਰਬਾ ਸੀ, ਕਿਉਂਕਿ ਪੰਚਾਇਤਾਂ ਨੂੰ ਵੀ ਦਾ ਇੱਕ ਅਧਿਕਾਰ ਹੈ, ਪੰਚਾਇਤਾਂ ਨਾਲ ਵੀ ਵਿਚਰਨਾ ਹੁੰਦਾ ਹੈਗਾ। ਤਾਂ ਇਹ ਮੇਰੇ ਜ਼ਿੰਦਗੀ ਦੇ ਕੁਝ ਵਿਦਿਅਕ ਉਹ ਸੀ ਕਿ ਬੈਕਗਰਾਊਂਡ ਸੀ ਮੇਰੀ, ਜਿਨ੍ਹਾਂ ਦੇ ਕਰਕੇ ਮੈਂ ਇਸ ਲਾਈਨ ਦੇ ਵਿੱਚ ਕੁਝ ਨਾ ਕੁਝ ਪ੍ਰਾਪਤ ਕੀਤਾ ਹੈ। ਤੇ ਇੱਕ ਜਿਹੜੀ ਮੈਂ ਗੱਲ ਕਰਨਾ ਹੁਣ ਸਕੂਲ ਬਾਰੇ, ਕਿ ਮੈਂ 1996 ਤੋਂ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਕਲਾਂ ਵਿਖੇ ਮੈਂ ਸਰਵਿਸ ਕਰਦਾ, ਤੇ ਉਸੇ ਪਿੰਡ 'ਚ ਹੀ ਚਲਿਆ ਗਿਆ ਸੀ ਮੈਂ ਆਪਣੇ ਪਰਿਵਾਰ ਸਮੇਤ, ਆਪਣੇ ਬੱਚਿਆਂ ਸਮੇਤ ਮੈਂ ਉਸੇ ਪਿੰਡ ਵਿੱਚ ਜਾ ਕੇ ਰਿਹਾਇਸ਼ ਕਰ ਲਈ। ਤੇ 2 ਸਾਲ ਮੈਂ ਅਪ ਡਾਊਨ ਕੀਤਾ ਸੀਗਾ। ਉਸ ਤੋਂ ਬਾਅਦ ਮੈਂ ਲਗਾਤਾਰ ਉਹਨਾਂ ਪਿੰਡਾਂ ਦੇ ਵਿੱਚ ਰਿਹਾ, ਤੇ ਕਿਸੇ ਮਕਾਨ ਮਾਲਕ ਨੇ ਮੈਥੋਂ ਕੋਈ ਕਿਰਾਇਆ ਨਹੀਂ ਲਿਆ। ਸਮਾਂ ਲੋਕ ਆ ਕੇ ਕਹਿੰਦੇ ਸੀ ਕਿ ਮਾਸਟਰ ਸਾਡੇ ਘਰੇ ਆ ਕਰੋ, ਖਾਲੀ ਪਿਆ ਘਰ ਸਾਡਾ, ਭਾਂਡੇ ਉਹਨਾਂ ਦੇ, ਮੰਜੇ ਉਹਨਾਂ ਦੇ, ਸਾਰਾ ਸਮਾਨ ਉਹਨਾਂ ਦਾ, ਸਮਰਸੀਬਲ ਮੋਟਰਾਂ ਉਹਨਾਂ ਦੀਆਂ, ਬਿਜਲੀ ਦੇ ਬਿੱਲ ਉਹ ਭਰ ਦਿੰਦੇ। ਤੇ ਮੈਂ ਉਹਨਾਂ ਪਿੰਡਾਂ 'ਚ ਜਾ ਕੇ ਰਿਹਾ। ਪਰੰਤੂ ਮੈਨੂੰ ਅੱਜ ਦੁੱਖ ਇਸ ਗੱਲ ਦਾ ਹੁੰਦਾ ਕਿ ਸਾਡੇ ਕਹਿੰਦੇ ਕਹਾਉਂਦੇ ਸਾਹਿਤਕਾਰ ਅੱਜ ਮੁੱਖ ਆਗੂ ਸਾਡੇ, ਜੋ ਸੈਮੀਨਾਰਾਂ ਦੇ ਵਿੱਚ ਜਾਂ ਸਟੇਜਾਂ ਦੇ ਕਰਕੇ ਕਿਤੇ ਨਾ ਕਿਤੇ ਬਾਤ ਪਾਉਂਦੇ ਨੇ ਕਿ ਸਾਡਾ ਪੇਂਡੂ ਸੱਭਿਆਚਾਰ ਹੈ, ਵਿਹੜਿਆਂ ਦੀ ਗੱਲ ਕਰਦੇ ਨੇ, ਠੀਕ ਹੈ ਨਾ, ਪੇਂਡੂ ਸੱਭਿਆਚਾਰ ਦੀ ਗੱਲ ਕਰਦੇ ਨੇ, ਪਰੰਤੂ ਕੀ ਹੈ ਕਿ ਉਹ ਸਾਰੇ ਸ਼ਹਿਰਾਂ ਵੱਲ ਕੂਚ ਕਰਦੇ, ਪਿੰਡਾਂ 'ਚੋਂ ਵੜ ਕੇ। ਤੋ ਉਹ ਉਸੇ ਗੱਲ ਤੇ ਜਦੋਂ ਕਿਤੇ ਸੈਮੀਨਾਰ 'ਚ ਗੱਲ ਕਰਦੇ ਨੇ, ਬੜੀ ਹੂਕ ਪਾਉਂਦੇ ਪਿੰਡ ਦੀ, ਪਰੰਤੂ ਆਪ ਕਿੱਧਰ ਨੂੰ ਸ਼ਿਫਟ ਕਰਕੇ ਉਹ ਸਾਰੇ ਸ਼ਹਿਰਾਂ ਵੱਲ। ਦਲੀਲ ਕੀ ਦਿੰਦੇ ਨੇ ਕਿ ਇੱਥੇ ਜੀ ਇਸ ਇਲਾਕੇ ਦੇ ਵਿੱਚ, ਮਾਨਸਾ ਵਰਗੇ ਇਲਾਕੇ 'ਚ ਕੋਈ ਵਿਦਿਅਕ ਅਦਾਰਾ ਹੀ ਨਹੀਂ ਹੈ, ਕਰੀਏ ਕੀ ਕਰੀਏ, ਬੱਚਿਆਂ ਦਾ ਕੀ ਬਣੇਗਾ ਜੀ। ਤੀਜੀ ਦਲੀਲ ਨੇ ਕਿਤੇ ਕੋਈ ਮੈਡੀਕਲ ਸਹੂਲਤ ਨਹੀਂ ਗੀ, ਕੱਲ੍ਹ ਕੁਝ ਹੋ ਗਿਆ ਜੀ। ਤੁਹਾਨੂੰ ਮੈਂ 3 ਦਲੀਲਾਂ ਦਿੰਦਾ ਹੁੰਦਾ ਕਿ ਜਿੱਥੋਂ ਤੂੰ ਖੁਦ ਪੜ੍ਹਾਈ ਕਰਨੀ ਹੈ, ਮੈਂ ਸਰਵਿਸ ਦੇ ਨਾਲ ਪਿੰਡ ਦੇ ਵਿੱਚ ਰਹਿ ਕੇ ਕੋਟਲਾ ਕਲਾਂ ਦੇ ਵਿੱਚ ਲੈ ਕੇ ਮੈਂ PhD ਕਰ ਲਈ। ਨੈਟ ਮੈਂ ਪਿੰਡ ਦੇ ਵਿੱਚ ਬੈਠ ਕੇ ਨਹੀਂ ਕਰ ਲਿਆ, MEd ਮੈਂ ਪਿੰਡ ਦੇ ਵਿੱਚ ਬੈਠ ਨਹੀਂ ਕਰ ਲਈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ 2002 ਦੇ ਵਿੱਚ ਕਾਲਜ ਲੈਕਚਰਾਂ ਦਾ ਟੈਸਟ ਹੋਇਆ ਸੀ, ਸਰਕਾਰ ਨੇ ਉਹਦੀ ਜਦੋਂ ਅੱਜ ਤੱਕ ਇੰਟਰਵਿਊ ਦੇ ਵਿੱਚ ਰੱਦ ਕਰਤੇ ਸੀ, ਉਹ ਕਲੀਅਰ ਕਰ ਗਿਆ। ਹੈਡ ਮਾਸਟਰਾਂ ਦਾ ਟੈਸਟ ਮੈਂ ਕਲੀਅਰ ਕਰ ਗਿਆ ਸੀਗਾ, ਕਿ ਤੁਸੀਂ ਕਿਉਂ ਨਹੀਂ ਕਰ ਸਕਦੇ। ਦੂਜੀ ਉਦਾਹਰਨ ਇਹ ਸੀ ਉਹਨਾਂ ਦੀ ਕਿ ਬੱਚਿਆਂ ਦਾ ਕੀ ਬਣੇਗਾ ਜੀ, ਬੱਚੇ ਨੂੰ ਪੜ੍ਹਾਉਣ ਵਾਸਤੇ ਵੀ। ਮੇਰਾ ਖੁਦ ਦਾ ਬੱਚਾ ਸਰਕਾਰੀ ਸਕੂਲ 'ਚ ਪੜ੍ਹਿਆ, ਪ੍ਰਾਇਮਰੀ 5ਵੀਂ ਕਲਾਸ ਦੀ ਗੱਲ ਕਰਦਾ ਮੈਂ, ਤਾਂ ਉਹਨੇ ਜ਼ਿਲ੍ਹਾ ਟੌਪ ਕੀਤਾ। ਉਹਨੂੰ ਕਿਹਾ ਕਿ ਮੇਰਾ ਬੱਚਾ, ਆਪਾਂ ਖੁਦ ਟੀਚਰ ਨਾਲ ਖੁਦ ਪੜ੍ਹਾ ਸਕਦੇ ਹਾਂ ਸਰਕਾਰੀ ਸਕੂਲ 'ਚ ਰਹਿ ਕੇ, ਆਪਣੇ ਬੱਚੇ ਕਿਉਂ ਨਹੀਂ ਪੜ੍ਹ ਸਕਦੇ। ਇੱਕ ਤੀਜੀ ਨਿਰਾਸ਼ਤਾ ਇਹ ਕਿ ਉਹਨਾਂ ਦੇ ਵਿੱਚ ਕਿ ਕੱਲ੍ਹ ਨੂੰ ਕੁਝ ਹੋ ਗਿਆ ਜਾਂ ਹਸਪਤਾਲ ਹੀ ਨੇ ਨੇੜੇ। ਸਭ ਤੋਂ ਪਹਿਲਾਂ ਮਨ ਦੇ ਵਿੱਚ ਇੱਕ ਇਹ ਧਾਰਨਾ ਵਸ ਗਈ ਕਿ ਕੱਲ੍ਹ ਨੂੰ ਕੁਝ ਹੋਵੇਗਾ, ਅਟੈਕ ਹੋਵੇਗਾ, ਕੋਈ ਐਕਸੀਡੈਂਟ ਹੋਵੇਗਾ, ਹਸਪਤਾਲ ਨੇੜੇ ਚਾਹੀਦਾ।
ਤੁਹਾਨੂੰ ਹੈਰਾਨੀ ਹੋਵੇਗੀ ਸਾਥੀਓ ਕਿ ਮੈਂ ਅੱਜ ਤੱਕ ਕਦੇ ਕੋਈ ਬਿਮਾਰ ਨਹੀਂ ਹੋਇਆ ਤੇ ਨਾ ਹੀ ਕਦੇ ਸਿਰ ਦੁਖਦੇ ਦੀ ਕੋਈ ਗੋਲੀ ਲਈ। ਅਸੀਂ ਪੇਂਡੂ ਜੀਵਨ ਦੇ ਵਿੱਚ ਰਹਿ ਕੇ ਬਿਮਾਰ ਕਿਉਂ ਹੋਵਾਂਗੇ? ਤਾਂ ਇੱਕ ਮੈਨੂੰ ਇਸ ਕਰਕੇ ਉਹਨਾਂ ਸਾਥੀਆਂ ਦੇ ਲਾਜ਼ਮੀ ਦੁੱਖ ਹੁੰਦਾ ਕਿ ਅਸਲ ਦੇ ਵਿੱਚ ਜੋ ਪਿੰਡ ਦੀ ਬਾਤ ਪਾਉਂਦੇ ਨੇ, ਪਰੰਤੂ ਜਿਹੜੇ ਬੱਚਿਆਂ ਨੂੰ ਕੁਛ ਬਣਨਾ ਸੀ ਉਹਨਾਂ ਬੱਚਿਆਂ ਵਾਸਤੇ ਅਸੀਂ ਛੱਡ ਕੇ ਉਹਨੂੰ ਚਲੇ ਜਾਂਦੇ। ਤਾਂ ਇਹ ਸ਼ਿਫਟਾਂ 'ਚ ਹੀ ਕੰਮ ਚੱਲ ਰਿਹਾ, ਕੋਈ ਆਉਂਦੇ 4 ਚਲੇ ਜਾਂਦੇ ਨੇਗੇ। ਇਸ ਕਰਕੇ ਇੱਕ ਤਾਂ ਇਸ ਕਰਕੇ ਸਧਾਰਨ ਨੂੰ ਮੈਂ ਤੋੜਿਆ ਕਿ ਪਿੰਡ ਦੇ ਵਿੱਚ ਰਹਿ ਕੇ ਹੀ ਆਪਦੀ ਵਿਕਾਸ ਵੀ ਕੀਤਾ ਜਾ ਸਕਦਾ ਤੇ ਬੱਚਿਆਂ ਦਾ ਵਿਕਾਸ ਵੀ ਕਰਾਇਆ ਜਾ ਸਕਦਾ ਤੇ ਵਧੀਆ ਪੜ੍ਹਾਇਆ ਵੀ ਜਾ ਸਕਦਾ। ਮੈਂ ਸਕੂਲ ਦੌਰਾਨ ਜੀ ਮੈਂ ਜੋ 94 ਦੇ ਵਿੱਚ ਸਕੂਲ 'ਚ ਗਿਆ ਤਾਂ ਇੱਕ ਧਾਰਨਾ ਸਾਡੇ ਅਧਿਆਪਕਾਂ ਦੀ ਇਹ ਸੀਗੀ ਕਿ ਚੌਂਕੀਦਾਰ ਨੂੰ ਨਾਲ ਦੀ ਬਿਠਾਉਂਦੇ ਸੀ, ਅਸੀਂ ਕੁਰਸੀ ਨਹੀਂ ਦਿੰਦੇ ਸੀ। ਇਹ ਕਹਿੰਦੇ ਕਿ ਉਹ ਸਟੂਲ ਪਿਆ ਹੈ ਉੱਤੇ ਬੈਠ, ਕੋਈ ਗੱਲ ਨਾ ਸੁਣ ਜੇ। ਇੱਕ ਧਾਰਨਾ ਸਾਡੇ ਇਹ ਵੀ ਚੱਲਦੀ ਸੀ ਕਿ ਪਿੰਡ ਦੇ ਲੋਕ ਨੂੰ ਜੋ ਕੋਈ ਆਉਂਦਾ ਹੈ ਸਕੂਲ ਦੇ ਵਿੱਚ ਉਹਨੂੰ ਕੋਈ ਕੁਰਸੀ ਨਾ ਦਿਓ, ਪਿੰਡ ਦੇ ਲੋਕਾਂ ਨਾਲ ਕੋਈ ਬਹੁਤਾ ਵਿਚਰੋ ਨਾ, ਦੂਰ ਦੀ ਬਸ ਜੇ ਕੰਮ ਕਰਨਾ ਹੈ ਤਾਂ ਕੱਲ੍ਹ ਤੇ ਟਾਲ। ਤਾਂ ਮੈਂ ਇਹ ਧਾਰਨਾਵਾਂ ਤੋੜੀਆਂ, ਸਾਡੇ ਚੌਂਕੀਦਾਰ ਨੂੰ ਵੀ ਨਾਲ ਬਿਠਾਇਆ, ਬਰਾਬਰ ਦਾ ਸਨਮਾਨ ਉਹਨਾਂ ਨੂੰ ਵੀ ਦਿੱਤਾ ਤੇ ਪਬਲਿਕ ਨੂੰ ਇਹ ਕਿਹਾ ਕਿ ਜੋ ਤੁਹਾਡਾ ਕੰਮ ਜ਼ਰੂਰੀ ਹੈ ਉਹ ਦਿਖਾਉਣੀ ਦਿਓ। ਸਭ ਤੋਂ ਪਹਿਲਾਂ ਉਹਨੂੰ ਕੁਰਸੀ ਦੇਣੀ, ਫਿਰ ਪਾਣੀ ਪੁੱਛਣਾ। ਤਾਂ ਪਬਲਿਕ ਜੋ ਸਕੂਲਾਂ ਤੋਂ ਦੂਰ ਹੁੰਦੀ ਸੀ ਉਹਨੂੰ ਨੇੜੇ ਲਿਆਂਦਾ। ਤੇ ਸਭ ਤੋਂ ਪਹਿਲਾਂ ਮੈਂ ਪੰਚਾਇਤਾਂ ਤੋਂ ਕੰਮ ਲਿਆ। ਠੀਕ ਹੈ ਕਿ ਮੈਨੂੰ ਪਤਾ ਸੀ ਕਿ ਪਿੰਡਾਂ ਦੀ ਧੜੇਬੰਦੀ ਹੈ। ਮੈਂ 2 ਪਿੰਡਾਂ ਸਾਂਝਾ ਸਕੂਲ ਹੋਣ ਕਰਕੇ ਇੱਕ ਪਾਸੇ ਕਾਮਰੇਡਾਂ ਦੀ ਪੰਚਾਇਤ ਸੀ, ਇੱਕ ਪਾਸੇ ਕਾਂਗਰਸ ਦੀ ਪੰਚਾਇਤ ਹੁੰਦੀ ਸੀ। ਹਰਿਆ ਕਦੇ ਅਕਾਲੀ ਹੁੰਦਾ ਸੀ, ਕਦੇ ਜਿੱਤਿਆ ਕਾਂਗਰਸੀ ਹੁੰਦਾ ਸੀ। ਤਾਂ ਮੈਂ ਉਹਨਾਂ ਨੂੰ ਤਾਲਮੇਲ 'ਚ ਲੈ ਕੇ ਕੰਮ ਕੀਤਾ। ਇੱਕ ਨੂੰ ਇਹ ਧਾਰਨਾ ਦਿੱਤੀ ਕਿ ਨਹੀਂ ਮੈਂ ਕੰਮ ਕੋਈ ਨਹੀਂ ਕਰਾਂਗਾ, ਮੈਂ ਸਿਰਫ ਤੁਹਾਡੇ ਨਾਲ ਹਾਂ। ਆਹ ਚੱਕੋ ਪੈਸਾ ਮੇਰੇ ਕੋਲ ਇਕੱਠਾ ਹੋ ਜਾਂਦਾ, ਤੁਸੀਂ ਕੀ ਪਾਉਣੇ ਪਾਓ, ਤਾਂ ਮੇਰੇ ਟੀਚਰ ਕੰਮ ਕਰਨਗੇ, 1 ਲੈ ਲਓ 2 ਲੈ ਲਓ, ਤੁਸੀਂ ਆਪਣੇ ਆਪ ਕਰ। ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹਨਾਂ ਪਬਲਿਕ ਲੋਕਾਂ ਦੇ ਕਿ ਜਿਹੜੇ ਸਕੂਲ ਦੇ ਵਿੱਚ ਪੰਜੀ ਨਹੀਂ ਦਿੰਦੇ ਸੀ, ਸਾਨੂੰ ਲਗਭਗ 15 ਲੱਖ ਰੁਪਇਆ ਸਮੇਂ-ਸਮੇਂ ਤੇ ਇੱਕੋ ਲੱਖ ਸਮੇਂ ਤੇ ਮੇਰੇ ਇਕੱਠਾ ਕਰਕੇ ਦਿੱਤਾ, ਜਿਹਦੇ ਵਿੱਚ ਸਮੁੱਚੇ ਸਕੂਲ ਦਾ ਵਿਕਾਸ ਕਰਾਇਆ। 4 ਦੀਵਾਰੀਆਂ ਕੀਤੀਆਂ, ਗੇਟ ਬਣਾਏ। ਤੇ ਹੈਰਾਨੀ ਇਸ ਗੱਲ ਦੀ ਹੈ ਕਿ ਜੋ ਪੰਜਾਬ ਸਰਕਾਰ ਤੋਂ ਪਹਿਲਾਂ ਹੀ ਅਸੀਂ ਕੰਪਿਊਟਰ ਸਿੱਖਿਆ ਸ਼ੁਰੂ ਕਰਤੀ ਸਕੂਲ ਦੇ ਵਿੱਚ। ਪੰਜਾਬ ਸਰਕਾਰ ਅਜੇ ਬਾਅਦ 'ਚ ਲੈ ਕੇ ਆਉਂਦੀ ਹੈ। ਮੇਰੇ ਟੀਚਰ ਮੇਰੇ ਯਾਦ ਆ ਜਿਵੇਂ ਭੋਲਾ ਸਿੰਘ ਸ਼ਮੀਰੀਆ, ਅੰਗਰੇਜ਼ ਸਿੰਘ ਮੋੜਮੜ ਤੋਂ ਸੀ, ਇਹ ਕੁਲਵੀਰ ਸਿੰਘ ਸੀ ਘੁੰਮਣ ਤੋਂ। ਇਹ ਤਿੰਨੇ ਟੀਚਰ ਉਸ ਸਮੇਂ ਦੇ ਵਿੱਚ 40,000 ਦਾ ਕੰਪਿਊਟਰ ਬਠਿੰਡੇ ਤੋਂ ਖਰੀਦ ਕੇ ਲੈ ਕੇ ਆਏ ਸੀ ਤੇ ਪ੍ਰਾਈਵੇਟ ਤੌਰ 'ਤੇ ਅਸੀਂ ਇੱਕ ਟੀਚਰ ਵੀ ਰੱਖ ਲਿਆ ਸੀਗਾ। ਕਹਿਣ ਦਾ ਕਿ ਸਿਰਫ ਪਬਲਿਕ ਦੀ ਤੇ ਪੰਚਾਇਤ ਦੇ ਇੱਕ ਸਹਿਯੋਗ ਨਾਲ ਹੀ ਹੋਇਆ। ਦੂਜੀ ਧਾਰਨਾ ਜਿਹੜੀ ਮੈਂ ਲੈ ਕੇ ਗਿਆ ਉਹਨਾਂ ਦੇ ਵਿੱਚ ਮੇਰੇ ਬੱਚਿਆਂ ਦੇ ਵਿੱਚ ਮੈਨੂੰ ਇਹ ਸੀਗਾ ਕਿ ਕੰਮ ਲੈਣਾ ਨਾ ਬੱਚਿਆਂ ਤੋਂ ਲੈਣਾ ਆਉਣਾ ਸਮੇਂ ਵਿੱਚ, ਇਹੀ ਬੱਚੇ ਕੱਲ੍ਹ ਦੇ ਨੇਤਾ ਬਣਨਗੇ। ਤੇ ਉਹਨਾਂ ਨੂੰ ਮੈਂ ਕੀਤਾ ਕਿ ਹਲਾਸ਼ੇਰੀ ਦਿੱਤੀ। ਠੀਕ ਹੈ, ਕੁਝ ਸਰਵਿਸ 'ਚ ਵੀ ਗਏ। ਅੱਜ ਕਈ ਸਰਪੰਚ ਦੇ ਰੋਲ ਚੰਗਾ ਕਰ ਰਹੇ ਨੇਗੇ, ਬਲਾਕ ਸੰਮਤੀ ਮੈਂਬਰ ਵੀ ਨੇਗੇ। ਤਾਂ ਉਹਨਾਂ ਤੋਂ ਹੀ ਕੰਮ ਲੈਣਾ ਆਉਣਾ ਸੀ ਸਾਰਾ। ਸਕੂਲ ਸਾਰੀ ਭਰਤ ਪਈ ਉਹਨਾਂ ਤੋਂ ਪਈ। ਇੱਕ ਵਾਰੀ ਮੈਂ ਸਾਈਕਲ ਸਟੈਂਡ ਬਣਾਉਣਾ ਸੀ ਸਕੂਲ ਦੇ ਵਿੱਚ, ਬਹੁਤ ਹਾਰਡ ਸਾਈਕਲ ਸਟੈਂਡ ਬਣਾਇਆ ਸੀ। ਉੱਤੇ ਛੱਤ ਇਸ ਤਰ੍ਹਾਂ ਦੀ ਪਾਈ ਹੈ ਕਿ ਲੈਂਟਰ ਪਾਇਆ ਡਬਲ ਉੱਤੇ, ਤੇ ਕੱਲ੍ਹ ਨੂੰ ਉਹਦੇ ਨਾਲ ਅਸੀਂ ਸਟੇਡੀਅਮ ਦੀਆਂ ਪੌੜੀਆਂ ਜੋੜਨਾ ਚਾਹੁੰਦੇ ਹਾਂ। ਜਦੋਂ ਸਟੇਡੀਅਮ ਇਲਾਕੇ ਨਾਲ ਦੀਆਂ ਪੌੜੀਆਂ ਲੱਗੀਆਂ ਹਨ ਤਾਂ ਸਾਨੂੰ ਪੈਸੇ ਦੀ ਲੋੜ ਸੀਗੀ। ਤਾਂ ਅਸੀਂ ਸਟਾਫ ਮੈਂਬਰਾਂ ਨੇ ਕੀ ਕੀਤਾ, ਬੱਚਿਆਂ ਤੋਂ ਟਰੈਕਟਰ ਮੰਗਾਇਆ। ਹਾੜੀ ਦਾ ਸੀਜ਼ਨ ਸੀ, ਅਪ੍ਰੈਲ ਸੀ, ਤੇ ਇੱਕ ਦਿਨ ਅਸੀਂ ਹੋਰਲਾ ਪਿੰਡ ਦੇ ਵਿੱਚ ਟਰੈਕਟਰ ਲੈ ਕੇ ਗਏ, ਇੱਕ ਦਿਨ ਵੀਰ ਦੇ ਵਿੱਚ। ਤਾਂ ਅਸੀਂ 2 ਦਿਨਾਂ ਦੇ ਵਿੱਚ ਹੀ 56 ਕੁਆਂਟਲ ਕਣਕ ਇਕੱਠੀ ਕਰ ਲਈ। ਕੋਈ ਪੰਚਾਇਤ ਦਾ ਮੈਂਬਰ ਨਹੀਂ, ਕੋਈ ਪਿੰਡ ਨਹੀਂ, ਕੋਈ ਸਰਪੰਚ ਨਹੀਂ, ਉਹਦੇ ਵਿੱਚ ਸਿਰਫ ਸਾਡੇ ਬੱਚੇ। ਤੇ 50,000 ਰੁਪਇਆ ਅਸੀਂ ਨਗਦ ਇਕੱਠਾ ਕੀਤਾ। ਤਾਂ ਅਸੀਂ ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਸਕੂਲ ਦਾ ਵਿਕਾਸ ਦੇ ਵਿੱਚ ਅਸੀਂ ਲਗਾਤਾਰ ਕੰਮ ਕਰਦੇ ਰਹੇ ਹਾਂ। ਤੇ ਇਸ ਤੋਂ ਵੱਡੀ ਪ੍ਰਾਪਤੀ ਸੀ ਕਿ ਜਿਹੜੀ ਲੜਕੀਆਂ ਪ੍ਰਤੀ ਸੀਗੀ, ਲੜਕੀਆਂ ਪ੍ਰਤੀ ਠੀਕ ਹੈ ਕਿ ਮੈਂ ਮਾਨਸਾ ਜ਼ਿਲ੍ਹੇ 'ਚ ਹੀ ਰਹਿਣਾ। ਜਦੋਂ ਅਸੀਂ ਸੁਨਾਮ ਵਾਲੀ ਸਾਈਡ ਜਾਂਦੇ ਹਾਂ ਜਾਂ ਮੇਲੇ ਵਾਲੀ ਸਾਈਡ ਜਾਂਦੇ ਹਾਂ, ਹੋਰਲੇ ਵਾਲੀ ਸਾਈਡ ਜਾਂਦੇ ਹਾਂ, ਢੇਕੇ ਵਾਲੀ ਸਾਈਡ ਜਾਂਦੇ ਹਾਂ, ਇਸ ਇਲਾਕੇ ਦਾ ਤੇ ਬੁਢਲਾਡੇ ਤੋਂ ਬੋਹਾ ਦਾ ਜਾਂ ਕੁੱਦਰੀਆਂ ਸਾਈਡ ਦਾ ਫਰਕ ਹੈ ਕਾਫੀ ਰਹਿਣ ਸਹਿਣ ਦੇ ਵਿੱਚ ਤੇ ਲੋਕਾਂ ਦੇ ਵਰਤਾਓ ਦੇ ਵਿੱਚ ਵੀ। ਤਾਂ ਉਹਦੇ ਵਿੱਚ ਕੀ ਸੀਗਾ ਕਿ ਲੜਕੀਆਂ ਨੂੰ ਘਰਾਂ ਤੋਂ ਸਕੂਲਾਂ ਤੱਕ ਲੈ ਕੇ ਆਉਣਾ। ਤੇ ਮੈਂ ਪਹਿਲੀ ਵਾਰੀ ਪੰਜਾਬ ਵਿੱਚ ਜਦੋਂ ਕੋਈ ਵਿੱਦਿਅਕ ਟੂਰ ਨਹੀਂ ਲੈ ਕੇ ਜਾਂਦਾ ਸੀ, ਮੈਂ ਟੂਰ ਸ਼ੁਰੂ ਕੀਤੇ।
ਆਪਦੀਆਂ ਬੱਸਾਂ ਕਰਾਉਣੀਆਂ ਤੇ ਬੱਚਿਆਂ ਨੂੰ ਮੈਂ ਜੈਪੁਰ, ਜੋਧਪੁਰ, ਮਾਊਂਟ ਆਬੂ ਤੱਕ, ਇੱਥੋਂ ਤੱਕ ਇੱਕ ਵਾਰੀ ਮੈਂ ਬੱਸ ਕਾਠਮਾਂਡੂ ਵੀ ਲੈ ਗਿਆ ਸੀਗਾ। ਤੇ ਅਸੀਂ ਇਹ ਕਰਦੇ ਸੀ ਕਿ ਜੋ ਹਿਸਾਬ ਕਿਤਾਬ ਹੁੰਦਾ ਸੀਗਾ ਉਹ ਸਾਰਿਆਂ ਦੇ ਬਰਾਬਰ ਬਣਦੇ। ਅਸੀਂ ਕਦੇ ਵੀ ਟੂਰ ਦੇ ਵਿੱਚੋਂ ਪੈਸੇ ਘਾਟਾ ਨਹੀਂ ਪਾਇਆ, ਕਦੇ ਅਸੀਂ ਪੈਸੇ ਬੱਚਿਆਂ ਨੂੰ ਵਾਪਸ ਕਰਦੇ ਰਹੇ ਹਾਂ। 1500 ਦੇ ਵਿੱਚ ਅਸੀਂ ਕਾਠਮਾਂਡੂ ਤੱਕ ਆਏ ਸੀ ਬੱਚਿਆਂ ਨੂੰ। ਤਾਂ ਇਸ ਤਰ੍ਹਾਂ ਨਾਲ ਅਸੀਂ ਇੱਕ ਇਹ ਹੋਰ ਸੀ ਕਿ ਨਾ ਲੋਕਾਂ ਦੀ ਇੱਕ ਧਾਰਨਾ ਸੀ ਬਣਾਤੀ ਕਿ ਅਸੀਂ ਟੂਰ ਦੇ ਵਿੱਚ ਜੇ 50 ਬੱਚੇ ਜਾਂਦੇ ਸੀਗੇ ਤਾਂ ਉਹਦੇ 'ਚ 10 ਲੜਕੇ ਮਸਾਂ ਹੁੰਦੇ ਤੇ ਲੜਕੀਆਂ 40 ਜਾਂਦੀਆਂ। ਤਾਂ ਲੋਕਾਂ ਨੂੰ ਇਹ ਕਹਿੰਦੇ ਕਿ ਇਹਨਾਂ ਤੇ ਵੀ ਤੁਸੀਂ ਖਰਚ ਕਰੋ, ਲੜਕਿਆਂ ਨੂੰ ਵੀ ਬਾਹਰ ਭੇਜੋ। ਤਾਂ ਜਿਸ ਕਰਕੇ ਇਹ ਕਾਫੀ ਵੱਡੀ ਪ੍ਰਾਪਤੀ ਸਾਡੇ ਕਿ ਸਾਡੀਆਂ ਲੜਕਿਆਂ ਨਾਲੋਂ ਬਹੁਤ ਸਮਾਂ ਪਹਿਲੇ ਅੱਗੇ ਜਾ ਰਹੀਆਂ ਨੇ। ਤੇ ਦੂਜੀ ਉਹ ਮੈਂ ਆਪਣੇ ਸਕੂਲ ਦੇ ਵਿੱਚ ਇੱਕ ਤਜਰਬੇ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ, ਉਹ ਮੈਂ ਅਕਤੂਬਰ ਤੋਂ ਲੈ ਕੇ ਮਾਰਚ ਤੱਕ, ਜਦੋਂ ਤੱਕ ਸਾਡੇ ਪੱਕੇ ਪੇਪਰ ਨਹੀਂ ਹੁੰਦੇ ਸੀ। ਮੇਰਾ ਸਕੂਲ 8 ਪਿੰਡਾਂ ਦੇ ਸੈਂਟਰ ਹੈਗਾ। ਮੇਰਾ ਪਿੰਡ ਵੀਰ ਹੋਡਲਾ ਕਲਾਂ, ਇੱਕ ਪਾਸੇ ਹੋਡਲਾ ਹੈ, ਇੱਕ ਸਾਈਡ ਤੇ ਢੈਪੀ ਤੇ ਵੀਰ ਖੁਰਦ ਹੈ, ਸ਼ਿਪ ਦੇ ਸਾਈਡ ਜੱਸੜ ਵਾਲਾ ਤੇ ਬੋਰ ਸਿੰਘ ਵਾਲਾ ਹੈ, ਤੇ ਇੱਕ ਦੱਖਣ ਸਾਈਡ ਸੌਰੀ ਖੀਵਾ ਮੀਆਂ ਸਿੰਘ ਵਾਲਾ, ਫਿਰੋ ਖੁਰਦ ਤੇ ਗੜਦੀ। ਤੇ ਮੈਂ ਇਹ ਕੀ ਕੀਤਾ ਕਿ 8 ਪਿੰਡਾਂ ਦਾ ਮੇਰਾ ਸੈਂਟਰ ਤੇ ਮੈਂ ਸਵੇਰੇ ਸਾਈਕਲ ਤੇ ਉੱਠਦਾ। ਉੱਥੋਂ ਤੋਂ ਸਾਰ ਮੈਂ ਅਚਨਚੇਤ ਬੱਚਿਆਂ ਨੂੰ ਮੈਂ ਦੱਸਿਆ ਜਾਂਦਾ ਕਿ ਅੱਜ ਮੈਂ ਕਿਹੜੇ ਪਿੰਡ ਜਾਵਾਂਗਾ, ਤੇ ਅਚਨਚੇਤ ਮੈਂ ਇਸੇ ਪਿੰਡ 'ਚ ਜਾਂਦਾ। ਪਿੰਡ 'ਚ ਜਾਣ 'ਚ ਇਹ ਦੇਖਦਾ ਕਿ ਬੱਚਾ ਬਾਲ ਖੜਕਾਈਂਦੇ। ਚਲੋ ਸ਼ੁਰੂ 'ਚ ਮੈਨੂੰ ਸਮੱਸਿਆ ਆਈ, ਚਲੋ ਗੱਲ ਕਹਿਣ ਦੀ ਨਹੀਂ ਬਣਦੀ, ਪਰ ਉਹਨਾਂ ਸਮੇਂ 'ਚ ਇਹ ਸੀ ਵੀ ਆਰੰਭ ਦੇ ਵਿੱਚ ਤਾਂ ਕਿ ਜਦੋਂ ਮੈਂ ਗੇਟ ਖੜਕਾਉਂਦਾ ਕਈ ਲੋਕ ਤਾਂ ਦੀ ਚੜ੍ਹ ਕੇ ਉੱਥੇ ਚੜ੍ਹ ਜਾਂਦੇ, ਕੁੰਡੀਆਂ ਲਾ ਰਹੇ ਹੁੰਦੇ, ਕੋਈ ਬਿਜਲੀ ਵਾਲਾ ਨਾ ਗਿਆ ਹੋਵੇ ਸ਼ਾਇਦ। ਤਾਂ ਚਲੋ ਮੇਰੇ ਬੱਚੇ ਨੇ ਨਾਮ ਯਾਦ ਸੀ, ਮੈਂ ਬੱਚੇ ਦਾ ਨਾਮ ਲੈ ਕੇ ਆਵਾਜ਼ ਮਾਰਨ ਲੱਗ ਗਿਆ। ਉਸ ਤੋਂ ਬਾਅਦ ਤੇ ਕਦੇ ਕਦੇ ਪਿੰਡ ਦੇ ਵਿੱਚ ਕਿਤੇ ਅੱਜ ਕਿਸੇ 'ਚ, ਕੱਲ੍ਹ ਨੂੰ ਕਿਸੇ 'ਚ, ਬੱਚੇ ਨੂੰ ਨਹੀਂ ਦੱਸਣਾ। ਅਚਨਚੇਤ ਜਾਣਾ ਕਿ ਬੱਚਾ ਪੜ੍ਹਦਾ ਹੈ, ਸੁੱਤਾ ਪਿਆ ਜਾਂ ਗਰਾਊਂਡ ਗਿਆ ਹੋਇਆ, ਤੇ ਅਚਨਚੇਤ ਜਾ ਕੇ ਇਸ ਦੇ ਨਾਲ ਕਿ ਮੈਨੂੰ ਫਾਇਦਾ ਹੋਇਆ ਕਿ ਮੇਰੇ ਨਾਲ ਬੱਚੇ ਨੇੜੇ ਪੱਖ ਜੁੜੇ, ਮਾਪੇ ਸਹਿਯੋਗ ਦੇਣ ਲੱਗ ਗਏ। ਤੇ ਜਿਸ ਦੇ ਨਾਲ ਅਚਨਚੇਤ ਜਾਣ ਦੇ ਨਾਲ ਮੈਨੂੰ ਬਹੁਤ ਕੁਝ ਬੱਚਿਆਂ ਬਾਰੇ ਪਤਾ ਲੱਗਿਆ। ਕਲਾਸ ਦੇ ਵਿੱਚ ਵੀ ਤੁਸੀਂ ਆਮ ਕਰਕੇ ਇੱਕ ਬੱਚੇ ਬਾਰੇ ਜਾਣਕਾਰੀ ਪਤਾ ਕਰੋ, ਬੱਚੇ ਆਪਦੀ ਜਾਣਕਾਰੀ ਦੇ ਵਿੱਚ ਬਹੁਤ ਕੁਝ ਲੁਕੋ ਜਾਂਦੇ ਨੇ, ਕਾਫੀ ਕੁਝ ਪੜ੍ਹਦਾ ਪਾ ਜਾਂਦੇ। ਮੇਰੇ ਅੱਜ ਵੀ ਯਾਦ ਹੈ ਕਿ ਇੱਕ ਵਾਰੀ ਮੈਂ ਵਿਦਿਆਰਥੀ ਜੀਵਨ ਦੇ ਵਿੱਚ ਤਲਵੰਡੀ ਸਾਬੋ ਦਮਦਮਾ ਸਾਹਿਬ ਕਾਲਜ ਵਿੱਚ ਇੱਕ ਰੈਲੀ ਕਰਾਉਣ ਗਿਆ। ਰੈਲੀ ਦੇ ਵਿੱਚ ਸਟੇਜ ਤੋਂ ਮੈਂ ਕਹਿਤਾ ਕਿ ਮੈਂ BC ਕਲਾਸ ਨਾਲ ਸੰਬੰਧਤ ਹਾਂ, ਮੇਰਾ ਸਾਥੀ ਜਿਹੜਾ ਇਹ SC ਕਲਾਸ ਨਾਲ ਸੰਬੰਧਤ ਹੈ, ਫਿਰ ਵੀ ਅਸੀਂ ਇਸ ਮੁੱਦੇ ਤੇ ਲੜਾਈ ਲੜ ਰਹੇ ਹਾਂ। ਪਰੰਤੂ ਉਸ ਮੇਰੇ ਸਾਥੀ ਨੇ, ਜੋ ਕਿ ਜਥੇਬੰਦੀ 'ਚ ਵੀ ਕੰਮ ਕਰਦਾ ਸੀਗਾ, ਰੈਲੀ ਹੋਣ ਤੋਂ ਬਾਅਦ ਮੈਨੂੰ ਕਿਹਾ ਕਿ ਵੀ ਬਰਾਗੀ ਤਾਂ ਯਾਰ ਇਹ ਗੱਲ ਨਹੀਂ ਕਹਿਣਾ ਸੀ ਵੀ ਇਹ ਬੰਦਾ ਵੀ SC ਕਲਾਸ ਨਾਲ ਸੰਬੰਧ ਰੱਖਦਾ। ਉਹ ਗੱਲ ਮੇਰੇ ਅੱਜ ਤੱਕ ਯਾਦ ਹੈ ਕਿ ਅਸੀਂ ਪੜ੍ਹੇ ਲਿਖੇ ਕਈ ਵਾਰੀ BA ਦੀ ਬਾਤ ਹੈ, BA ਤੋਂ ਬਾਅਦ ਦੀ ਗੱਲ ਹੈ ਕਿ ਉਹ ਮੇਰਾ ਸਾਥੀ BA ਕਰ ਚੁੱਕਿਆ ਸੀ ਕਿ ਕਿਤੇ ਨਾ ਕਿਤੇ ਹੀਣ ਭਾਵਨਾ ਜਾਂ ਹੋ ਰਹਿੰਦੀ ਹੈ ਕਿ ਬੱਚਾ ਜਾਣਕਾਰੀ ਪੂਰੀ ਨਹੀਂ ਦਿੰਦਾ। ਤਾਂ ਘਰਾਂ ਵਿੱਚ ਜਾ ਕੇ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਸਪਸ਼ਟ ਮਿਲ ਜਾਂਦੀ ਹੈ। ਤੇ ਉਸ ਤੋਂ ਬਾਅਦ ਕਿ ਤੁਸੀਂ ਜੇ ਅਚਨਚੇਤ ਜਾਓਗੇ ਨਾ ਵਿਦਿਆਰਥੀ ਦੇ, ਤਾਂ ਅਚਨਚੇਤ ਜਾਣ ਨਾਲ ਬਹੁਤ ਕੁਝ ਪ੍ਰਾਪਤ ਹੋ ਜਾਂਦਾ। ਹੁਣ ਜੇ ਅਸੀਂ ਦੱਸ ਕੇ ਜਾਂਦੇ ਹਾਂ, ਮੈਂ ਕਈ ਵਾਰੀ ਕਹਿੰਦਾ ਕਿ ਦੱਸ ਕੇ ਜਾਣ ਨਾਲ ਤਾਂ ਕੀ ਹੁੰਦਾ ਹੈ ਕਿ ਬਹੁਤ ਕੁਝ ਬਦਲ ਜਾਂਦਾ। ਵਿਆਹ ਵਾਲੇ ਦਿਨ ਤਾਂ ਲੋਕ ਰੂੜੀਆਂ ਤੇ ਵੀ ਟੈਂਟ ਲਾ ਦਿੰਦੇ ਨੇ। ਤੁਸੀਂ ਅਚਨਚੇਤ ਜਾਓ ਕਿਸੇ ਬੱਚੇ ਦੇ, ਤੁਹਾਨੂੰ ਪਤਾ ਲੱਗ ਜਾਏਗਾ ਕਿ ਬੱਚੇ ਦੀ ਸਥਿਤੀ, ਆਰਥਿਕ ਸਥਿਤੀ ਕੀ ਹੈ, ਸਮਾਜਿਕ ਸਥਿਤੀ ਕੀ ਹੈ। ਕਾਫੀ ਕੁਝ ਬੱਚੇ ਬਾਰੇ ਨਜ਼ਰੀਆ ਥੋੜ੍ਹਾ ਚੇਂਜ ਹੋ ਜਾਂਦਾ। ਅਸੀਂ ਬੱਚੇ ਕਲਾਸ 'ਚ ਹੋਰ ਸੋਚੀ ਜਾਂਦੇ ਹਾਂ ਕਿ ਉਹ ਘਰ 'ਚ ਜਾ ਕੇ ਦੇਖਦੇ ਕਿ ਆਹ ਸਥਿਤੀ ਹੈ, ਨਾਲ ਦੀ ਨਾਲ ਪਾਸਾ ਤਬਦੀਲ ਹੋ ਜਾਂਦਾ। ਤਾਂ ਤੁਹਾਨੂੰ ਹੈਰਾਨੀ ਹੋਈ ਕਿ ਮੈਂ ਜਾ ਕੇ ਇਹ ਦੇਖਿਆ ਕਿ ਇੱਕ ਇੱਕ ਬੈਠਕ ਦੇ ਵਿੱਚ ਮੰਜੇ ਪੂਰੇ ਨਹੀਂ ਹੁੰਦੇ। ਇੱਕ ਮੰਜੇ ਤੇ ਵੀ ਮੈਂ ਸੀ ਕਿ ਮੈਨੂੰ ਇਸ ਤਰ੍ਹਾਂ ਦੀ ਸਾਂਝ ਸੀ ਕਿ ਮੰਦਰ ਵਿੱਚ ਲੈ ਜਾਂਦਾ ਸੀਗਾ। ਕਈ ਵਾਰੀ ਮੈਂ ਰਜਾਈ ਵੀ ਉੱਤੋਂ ਚੱਕ ਦਿੰਦਾ ਸੀਗਾ। ਜਾ ਕੇ ਦੇਖਦਾ ਕਿ ਇੱਕ ਮੰਜੇ ਤੇ ਦੋ ਤਿੰਨ ਬੱਚੇ ਹੋਏ। ਤੇ ਮੇਰੇ ਮੋਹਰ ਸਿੰਘ ਵਾਲੇ ਦੀ ਗੱਲ ਅੱਜ ਵੀ ਯਾਦ ਹੈ ਉਸ ਪਰਿਵਾਰ ਦੀ, ਕਿ ਪਰਿਵਾਰ ਅੰਦਰ ਪਿਆ ਤੇ ਬਜ਼ੁਰਗ ਸੀ ਜਿਹੜਾ ਸਿਆਲ ਦੀ ਰਾਤ ਦੇ ਵਿੱਚ ਉਹ ਨਿਮਤ ਦਾ ਮੰਜਾ ਹੁੰਦਾ ਕਿ ਅੰਦਰ ਪੈਣ ਵਾਸਤੇ ਪੂਰੀ ਥਾਂ ਵੀ ਨਹੀਂ ਹੈ ਜਿੱਥੇ ਪੂਰੇ ਮੰਜੇ ਸਾਡੇ ਪਰਿਵਾਰ ਦੇ ਹੁਣ। ਤੇ ਡੰਗਰਾਂ ਦਾ ਜਿਹੜੇ ਡੰਗਰ ਸੀ ਉਹਨਾਂ ਦਾ ਇੱਕ ਵੱਖਰੇ ਤਰ੍ਹਾਂ ਨਾਲ ਡੰਗਾ ਸਾਰਿਆ ਜਾਂਦਾ ਕਿ ਕਦੇ ਮੰਮੀ ਗਾਜ ਪਾਤਾ, ਕਿਤੇ ਪਰਾਲੀ ਟੰਗਤੀ। ਇੱਕ ਤਾਂ ਇਹ ਪੱਖ ਹੈ ਕਿ ਉਹਨਾਂ ਦੇ ਬੱਚਿਆਂ ਦੀ ਸਾਨੂੰ ਅਸਲੀਅਤ ਪਤਾ ਨਹੀਂ, ਪਰ ਜਾਵੇ ਅਚਨਚੇਤ। ਹਾਂ, ਤੇ ਇੱਕ ਇਹ ਹੈ ਕਿ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਬੱਚਿਆਂ ਦੇ ਪ੍ਰੋਪਰ ਲਾਈਟ ਨਹੀਂ ਹੈ, ਲਾਈਟਾਂ ਤਾਰਾਂ ਨਾਲ ਲਮਕਦੀਆਂ ਨੇ। ਜਿਹਦਾ ਬੱਚੇ ਦਾ ਮੰਜਾ ਕਿਤੇ ਹੋਰ ਪਿਆ, ਲਾਈਟ ਕਿਤੇ ਹੋਰ ਲੱਗ ਰਹੀ ਹੈ।
ਘਰਾਂ ਦੀ ਹਾਲਤ ਹੈ ਕਿ ਬੱਚੇ ਦਾ ਮੰਜਾ ਐਡੀ ਦੂਰ ਹੈ ਕਿ ਕੰਨ ਨਾਲ ਢੂੰ ਵੀ ਨਹੀਂ ਲੱਗ ਸਕਦੀ। ਮੰਜੇ ਇਸ ਤਰ੍ਹਾਂ ਦੇ ਨਹੀਂ ਹੈ ਕਿ ਬੈਠ ਕੇ ਪੜ੍ਹਿਆ ਵੀ ਜਾ ਸਕੇ, ਕੁਰਸੀ ਤੇ ਵੀ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ। ਤਾਂ ਇਸ ਦੇ ਨਾਲ ਕਾਫੀ ਕੁਝ ਜਿਹੜਾ ਬੱਚਿਆਂ ਨਾਲ ਨੇੜਤੇ ਦੇ ਬੱਚੇ ਨੂੰ ਪਤਾ ਲੱਗਦਾ ਕਿ ਜੋ ਫਿਰ ਉਹਨਾਂ ਗੱਲ ਕਰਦੀ ਹੈ ਕਿ ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਮੈਂ ਉਹਨੂੰ ਦੱਸਦਾ ਕਿ ਕਈ ਵਾਰੀ ਮੈਂ ਦੇਖੋ 450 ਤੋਂ ਜ਼ਿੰਦਗੀ ਸਟਾਰਟ ਕੀਤੀ ਮਹੀਨੇ ਦੀ, ਤੁਹਾਡੇ 'ਚ ਉੱਠ ਕੇ ਅੱਜ 90,000 ਰੁਪਇਆ ਲੈਂਦਾ। ਤਾਂ ਉਹਨਾਂ ਦੀ ਹੀਣ ਭਾਵ ਚੱਕਣ ਦੀ ਬਹੁਤ ਜ਼ਰੂਰਤ ਅੱਜ ਕੱਲ੍ਹ। ਇੱਕ ਮੈਂ ਅਧਿਆਪਕ ਵਰਗ ਨੂੰ ਲਾਜ਼ਮੀ ਬੇਨਤੀ ਕਰਨਾ ਚਾਹੁੰਦਾ, ਜਿੱਥੇ ਮੈਂ ਸੈਮੀਨਾਰ 'ਚ ਬੋਲਿਆ, ਜਿੱਥੇ ਬੋਲਦਾ ਕਿ ਦੇਖੋ ਬੱਚੇ ਨੇ ਸਿਰ 'ਤੇ ਅਸੀਂ ਰੋਟੀ ਖਾਂਦੇ ਹਾਂ। ਮੈਂ ਕਦੇ ਵੀ ਕੋਈ ਕਿੱਡਾ ਮਰਜ਼ੀ ਪ੍ਰੋਗਰਾਮ ਹੋਵੇ, ਕਿਸੇ ਵੀ ਸਕੂਲ ਦੇ ਵਿੱਚ ਬਾਹਰ ਹੋਵੇ, ਕਦੇ ਵੀ ਮੈਂ ਮੁੱਖ ਮਹਿਮਾਨ ਦਾ ਨਾਮ ਕਦੇ ਪਹਿਲਾਂ ਨਹੀਂ ਲਿਆ। ਮੈਂ ਕਹਿਣਾ ਪਿਆਰੇ ਬੱਚੇ ਸਟਾਰਟ ਕਰਨਾ ਮੈਂ, ਫਿਰ ਆ ਕੇ ਜਿਹੜਾ ਮੁੱਖ ਮਹਿਮਾਨ ਆ ਸਾਡਾ ਉਸ ਤੱਕ ਗੱਲ ਪਹੁੰਚਦੀ ਹੈ। ਤਾਂ ਮੈਂ ਦੇਖਦਾ ਕਿ ਸੇਲਜ਼ਮੈਨ ਲੋਕ ਨੇਗੇ, ਉਹਦਾ ਮਾਲ ਵੇਚਣ ਵਾਸਤੇ ਕੀ ਕਰਦੇ ਨੇ, ਸ਼ਹਿਰਾਂ 'ਚ ਫਿਰਦੇ ਨੇ, ਘਰ ਘਰ ਫਿਰਦੇ ਨੇ, ਪਿੰਡਾਂ 'ਚ ਫਿਰਦੇ ਨੇ, ਦੁਕਾਨਾਂ 'ਤੇ ਫਿਰਦੇ ਨੇ। ਘੱਟੋ ਘੱਟ ਅਧਿਆਪਕ ਵਰਗ ਨੂੰ ਵੀ ਚਾਹੀਦਾ ਕਿ 20 ਛੁੱਟੀਆਂ ਨੇ, ਛੁੱਟੀ ਲੈ ਲਈ ਜਾਵੇ। ਐਤਵਾਰ ਮੰਨ ਲਓ ਸਾਲ ਦੇ ਵਿੱਚੋਂ ਜੇ 52 ਐਤਵਾਰ ਨੇ, 4 ਐਤਵਾਰ ਬੱਚੇ ਨੇ ਲਿਖੇ ਲੱਗ ਪਏ ਜਾਣ, ਉਹ 4 ਐਤਵਾਰਾਂ ਨੂੰ ਬੱਚਿਆਂ ਦੇ ਘਰੇ ਆ ਅਚਨ ਚ। ਅੱਛਾ, ਜਦੋਂ ਤੁਸੀਂ ਬੱਚੇ ਦੇ ਘਰੇ ਵਗ ਗਏ, ਬੱਚਾ ਜ਼ਿੰਦਗੀ ਭਰ ਨਹੀਂ ਭੁੱਲਦਾ। ਮੈਨੂੰ ਯਾਦ ਹੈ ਕਿ ਮੇਰੇ ਘਰੇ ਜਿਹੜੇ ਟੀਚਰ ਅੱਜ ਤੱਕ ਆਏ ਸੀ, ਮੈਂ ਨਹੀਂ ਭੁੱਲਦਾ, ਮਾਪੇ ਨਹੀਂ ਭੁੱਲਦੇ। ਜਦੋਂ ਅਸੀਂ ਕਹਿੰਦੇ ਕਿ ਮਾਪੇ ਸਹਿਯੋਗ ਨਹੀਂ ਦਿੰਦੇ, ਪਿੰਡ ਸਹਿਯੋਗ ਨਹੀਂ ਦਿੰਦਾ ਜੀ, ਤੁਸੀਂ ਇੱਕ ਵਾਰੀ ਆ ਕੇ ਦੇਖੋ ਕਿ ਲੋਕ ਤੁਹਾਡੇ ਨਾਲ ਕਿਸ ਤਰ੍ਹਾਂ ਜੁੜਦੇ ਨੇ। ਤਾਂ ਇਹ ਮੈਂ ਲਗਾਤਾਰ ਤਜਰਬਾ ਬੱਚੇ ਨਾਲ ਹਮੇਸ਼ਾ ਜਾਰੀ ਰੱਖਿਆ ਗਾ। ਤੇ ਇੱਕ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਸਾਡੀ ਜਿਹੜੀ ਮਾਨਸਿਕਤਾ ਹੈਗੀ ਅਧਿਆਪਕ ਕਿਤੇ ਨਾਲ ਸੰਬੰਧਿਤ ਹੈਗੀ, ਉਹ ਬਹੁਤ ਨਿਰਾਸ਼ਾਵਾਦੀ ਹੈ ਸਾਡੀ। ਇੱਕ ਤਾਂ ਮੈਂ ਆਮ ਹੀ ਕਹਿਣਾ ਕਿ ਸਾਡੀ ਭਾਰਤੀ ਮਾਂ ਦੀ ਇੱਕ ਇਹ ਮਾੜੀ ਕਿਸਮਤੀ ਹੈ ਕਿ ਉਹ 5 ਸਾਲਾਂ ਦੀ ਉਮਰ ਤੱਕ ਆਪਦੇ ਬੱਚੇ ਨੂੰ 5 ਲੱਖ ਵਾਰੀ ਨਾ ਸ਼ਬਦ ਵਰਤਦੀ ਹੈ ਕਿ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਉਹ ਨੈਗੇਟਿਵ ਉਹਦੇ ਵਿੱਚ ਇੰਨਾ ਹੋ ਜਾਂਦਾ ਹੈ ਕਿ ਉਹ ਸਾਰੀ ਉਮਰ ਨਾ ਹੀ ਕਰੀ ਜਾਂਦਾ, ਉਹਨੂੰ ਡਰਾ ਦਿੱਤਾ ਜਾਂਦਾ ਕਿ ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਤਾਂ ਉਹਦੇ ਵਿੱਚ ਇੰਨੀ ਹਰੇਕ ਚੀਜ਼ ਬੇਜਾਨ ਚੀਜ਼ਾਂ ਨੂੰ ਡਰਾ ਦਿੱਤਾ ਜਾਂਦਾ ਉਹਨਾਂ ਨੂੰ ਕਿ ਮਾਊ ਆ ਗਿਆ ਜੀ, ਠੀਕ ਹੈ ਜੀ। ਤੇ ਜਦੋਂ ਕਿ ਮੈਂ ਇਜ਼ਰਾਈਲ ਦੇ ਬੱਚਿਆਂ ਬਾਰੇ ਪੜ੍ਹਿਆ ਕਿ ਉਹ ਜੇ ਬੱਚਾ ਡਿੱਗ ਜੇ, ਪਹਿਲੀ ਵਾਰੀ ਬੱਚਾ ਚੱਲਦਾ ਹੈ ਤੁਰਨਾ, ਤੇ ਬੱਚਾ ਰਾਹ 'ਚ ਡਿੱਗ ਜੇ, ਉਹ ਬੱਚੇ ਦੀ ਮਾਂ ਨੂੰ ਚੱਕਣ ਨਹੀਂ ਹੁੰਦੀ, ਉਹ ਕਹਿੰਦੀ ਆਪੇ ਡਿੱਗਿਆ ਆਪੇ ਖੜਾ ਹੋ ਜਾਏਗਾ, ਕੁਝ ਨਹੀਂ। ਸਾਡੀ ਮਾਂ ਇਹ ਕੀ ਹੈ ਕਿ ਪਹਿਲਾਂ ਭੱਜ ਕੇ ਦੌੜ ਕੇ ਕੋਈ ਸੱਟ ਨਹੀਂ ਵੱਜੀ, ਜੇ ਸੱਟ ਵੱਜੀ ਤਾਂ ਫਿਰ ਜਾਂ ਇੱਕ ਸਾਡੇ ਕੋਲ ਚੱਲ ਕੇ ਥੱਪੜ ਜਾਂਦਾ ਕਿ ਕੀੜੀ ਡਾਕਟਰ ਡੁੱਲ ਗਿਆ ਜੀ, ਕੀੜੀ ਮਾਰਤੀ ਜੀ, ਦੋਸ਼ ਕਿਸੇ ਨੂੰ ਹੋਰ ਦੇ ਦੇਣ। ਤਾਂ ਇੱਕ ਤਾਂ ਇਸ ਕਰਕੇ ਕਿ ਸਾਡੇ ਅਧਿਆਪਕ ਵਰਗ ਦਾ ਸਭ ਤੋਂ ਵੱਡਾ ਰੋਲ ਇਸ ਤਰ੍ਹਾਂ ਬਣਦਾ ਕਿ ਅਸੀਂ ਜਿਹੜੇ ਨਾਂਹਵਾਚੀ ਸ਼ਬਦ ਨੇ ਜਿਹੜੀ ਨਿਰਾਸ਼ਤਾ ਵਾਲੇ ਉਹਨੂੰ ਦੂਰ ਕਰ ਦਈਏ। ਮੈਂ ਉਦਾਹਰਨ ਦਿੰਦਾ ਕਿ ਪੰਜਾਬ ਵਿੱਚ ਨਿਹੰਗ ਸਿੰਘਾਂ ਦੀ ਬੜੀ ਵੱਡੀ ਦੇਣ ਹੈ। ਨਿਹੰਗ ਸਿੰਘਾਂ ਤੋਂ ਸਿੱਖਣ ਦੀ ਲੋੜ ਹੈ ਕਿ ਸ਼ਬਦ ਦੇ ਪੱਖ ਤੋਂ ਕਿ ਜਿਨ੍ਹਾਂ ਕੋਲ ਇੱਕ ਵੀ ਸ਼ਬਦ ਨੈਗੇਟਿਵ ਨਹੀਂ ਹੈ, ਤਾਂ ਫਿਰ ਅਸੀਂ ਉਸ ਕੌਮ ਤੋਂ ਵੀ ਕੁਝ ਪੰਜਾਬ 'ਚ ਰਹਿੰਦੇ, ਪੰਜਾਬ ਦੇ ਨਿਵਾਸੀ ਤੋਂ ਸਿੱਖੀਏ ਕਿ ਨਿਰਾਸ਼ਾਵਾਦੀ ਸ਼ਬਦਾਂ ਨੂੰ ਅਸੀਂ ਖਤਮ ਕਰ। ਸਾਡਾ ਸਿਲੇਬਸ ਇਸ ਤਰ੍ਹਾਂ ਦਾ ਹੈ, ਸਾਡੇ ਸਿਲੇਬਸ ਦੇ ਵਿੱਚ ਅਸੀਂ ਚੌਥੀ ਪੰਜਵੀਂ ਤੋਂ ਲੱਗ ਜਾਂਦੇ ਹਾਂ ਬੱਚੇ ਨੂੰ ਅਰਜ਼ੀਆਂ ਲਿਖਾਉਣ, ਕੀ ਉਹਦੇ ਵਿੱਚ ਕਿ ਮਾਫ਼ ਕਰ ਦਿੱਤਾ ਜਾਵੇ ਜੀ, ਮੇਰੀ ਫੀਸ ਮਾਫ਼ ਕਰ ਦਿੱਤੀ ਜਾਵੇ ਜੀ, ਠੀਕ ਹੈ ਜੀ, ਜੁਰਮਾਨਾ ਮਾਫ਼ ਕਰ ਦਿੱਤਾ ਜਾਵੇ। ਜਦੋਂ ਕਿ ਅਸੀਂ ਇਹਦੀ ਪ੍ਰਾਪਤੀ ਬਾਰੇ ਕੁਛ ਨਹੀਂ ਦਿਖਾਉਂਦੇ, ਤਾਂ ਉਹਨੂੰ ਇਹ ਕਿਹਾ ਜਾਵੇ ਕਿ ਤੇਰੀ ਪ੍ਰਾਪਤੀ ਕੀ ਹੈ, ਕੱਲ੍ਹ ਕਿੱਥੇ ਰਿਹਾ ਬਸ ਇਹੀ ਲਿਖ ਦੇ, ਘਰੇ ਕੰਮ ਕੀਤਾ ਬਸ ਇਹੀ ਲਿਖ ਕੇ ਦੇ ਦੇ, ਤੇ ਮੈਂ ਘਰੇ ਆਇਆ ਨਹੀਂ ਕੀ ਕੰਮ ਕੀਤਾ ਇਹ ਲਿਖ ਦੇ। ਇੱਕ ਤਾਂ ਜੋ ਸਾਡੇ ਸਿਲੇਬਸ ਇਸ ਤਰ੍ਹਾਂ ਘਾਟਾ ਨੇ ਕਿ ਸਿਰਫ ਬੱਚਾ ਹੱਥ ਅੱਗੇ ਕਰੀ ਖੜਾ ਹੈ, ਨਿਰਾਸ਼ਤਾ ਵਾਲੀ ਹੈਗੀ। ਇਸ ਨੂੰ ਕੁਛ ਅਸੀਂ ਆਪਦੇ ਪੱਧਰ 'ਤੇ ਬਦਲ ਸਕਦੇ ਹਾਂ। ਪਲੱਸ 1 2 ਦੇ ਵਿੱਚ ਜੇ ਕਿਸੇ ਵੀ ਕਲਾਸ ਦੇ ਵਿੱਚ ਅਸੀਂ ਦੇ ਪੱਧਰ 'ਤੇ ਅਰਜ਼ੀ ਲਿਖਾ ਸਕਦੇ ਹਾਂ। ਬੱਚਿਆਂ ਦੀ ਸਾਡੀ ਇਸ ਤਰ੍ਹਾਂ ਦੀ ਮਾਨਸਿਕਤਾ ਬਣ ਚੁੱਕੀ ਹੈ ਕਿ ਬੱਚਾ ਕਦੇ ਛੁੱਟੀ ਲਾਉਂਦਾ ਇੱਕ ਨਾਲ ਆਉਂਦਾ ਉਹਦੇ, ਉਹ ਆਪ ਨਹੀਂ ਕਹਿੰਦਾ ਕਿ ਮੇਰਾ ਸਿਰ ਦੁਖਦਾ ਜੀ, ਮੇਰਾ ਢਿੱਡ ਦੁਖਦਾ ਛੁੱਟੀ ਤੋਂ, ਨਾਲ ਦਾ ਕਹਿੰਦਾ ਜੀ ਇਹਦਾ ਸਿਰ ਦੁਖਦਾ ਜੀ, ਇਹਦਾ ਢਿੱਡ ਨੂੰ ਛੁੱਟੀ, ਇਹਨੂੰ ਛੁੱਟੀ ਲੋੜ ਹੈ। ਤਾਂ ਜਿਹੜੀ ਸਾਡੇ 'ਚ ਆਤਮ ਵਿਸ਼ਵਾਸ ਇੱਕ ਬੱਚੇ ਦਾ ਅਸੀਂ ਉੱਥੇ ਮਾਰ ਲੈਂਦੇ ਹਾਂ। ਬੱਚੇ ਇਹ ਆਤਮ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ ਕਿ ਬੱਚਾ ਖੁਦ ਆਵੇ, ਖੁਦ ਆ ਕੇ ਦੱਸ ਕੀ ਹੈ। ਇੱਥੋਂ ਤੱਕ ਕਿ ਮੈਂ ਅੱਜ ਤੱਕ ਵੀ ਦੇਖਦਾ ਕਿ ਵੱਡੇ ਸਾਡੇ ਆਗੂ ਵੀ ਦੇਖਦਾ, ਮੈਂ ਸਾਡੇ ਹੋਰ ਟੀਚਰ ਲਾਈਨ 'ਚ ਵੀ ਦੇਖਦਾ, ਕਈ ਵਾਰੀ ਜਦੋਂ ਕੋਈ DC ਸਾਹਿਬ ਨੂੰ ਮਿਲਣਾ ਜਾਂਦਾ, DO ਸਾਹਿਬ ਨੂੰ ਮਿਲਣ ਜਾਣਾ, ਕਿਸੇ ਨੂੰ ਨਾਲ ਲੈ ਕੇ ਜਾਂਦੇ ਤੇ ਨਾਲ ਖੜੋ ਜੀ। ਅੱਛਾ, ਫਿਰ ਜੋ ਕਮਰੇ 'ਚ ਪੜ੍ਹਨਾ ਹੁੰਦਾ ਹੈ, ਆਪ ਅੱਗੇ ਨਹੀਂ ਪੜ੍ਹਦੇ, ਪਿੱਛੇ ਹੁੰਦੇ ਕਿ ਪਹਿਲਾਂ ਤੂੰ ਅੱਗੇ ਜਾ।
ਇੱਕ ਤਾਂ ਇਹ ਸਾਡੀ ਹੀਣ ਭਾਵਨਾ ਤੱਕ ਸਾਰੀ ਉਮਰ ਕੰਮ ਕਰਦੀ ਹੈ। ਇੱਕ ਹੀਣ ਭਾਵਨਾ ਫਿਰ ਅੱਗੇ ਅਫਸਰ ਦੀ ਇਸ ਤਰ੍ਹਾਂ ਦੀ ਹੈ, ਅਫਸਰ ਦੇ ਸਾਹਮਣੇ ਪਈ ਕੁਰਸੀ ਹੈ ਤਾਂ ਪਬਲਿਕ ਦੀ ਹੈ, ਪਬਲਿਕ ਨੇ ਬੈਠਣਾ, ਪਰੰਤੂ ਹੁੰਦਾ ਕੀ ਹੈ ਕਿ ਜਦੋਂ ਤੱਕ ਅਫਸਰ ਇਹ ਨਹੀਂ ਕਹਿੰਦਾ ਕਿ ਪੁਲਿਸ ਸਿੱਟਣਾ, ਅਸੀਂ ਬੈਠਦੇ ਨਹੀਂ ਹਾਂ। ਸਾਡੀ ਇਹ ਮਾਨਸਿਕਤਾ ਅੱਜ ਤੱਕ ਕੰਮ ਕਰਦੀ ਹੈ ਕਿ ਇਹ ਕੁਰਸੀ ਅਫਸਰ ਦੀ ਹੈ, ਸ਼ਾਇਦ ਅਫਸਰ ਦੀ ਕੁਰਸੀ ਤੇ ਅਫਸਰ ਬੈਠਾ ਹੈ, ਅੱਗੇ ਪਈ ਕੁਰਸੀ ਪਬਲਿਕ ਦੀ ਹੈ, ਪਬਲਿਕ ਨੇ ਬੈਠਣਾ ਹੁੰਦਾ। ਇਹ ਹੀਣ ਭਾਵਨਾ ਜਿਹੜੀ ਉਹ ਬੱਚੇ ਤੋਂ ਲੈ ਕੇ ਅੱਜ ਤੱਕ ਅਸੀਂ ਹੰਢਾ ਰਹੇ ਹਾਂਗੇ, ਇਹਨੂੰ ਕਿਤੇ ਨਾ ਕਿਤੇ ਤੌਰ ਤੇ ਅਧਿਆਪਕ ਕਿੰਨਾ ਕੁ ਰੋਲ ਅਦਾ ਕਰ ਸਕਦਾ ਹੈ, ਇਹ ਬਹੁਤ ਜ਼ਰੂਰੀ ਹੈ। ਇੱਕ ਮੈਂ ਬੇਨਤੀ ਕਰ ਰਿਹਾ ਕਿ ਬੱਚੇ ਨੂੰ ਲਾਜ਼ਮੀ ਪੜ੍ਹੀਏ, ਅਸੀਂ ਕਿਤਾਬਾਂ ਪੜ੍ਹਨੀਆਂ ਜੋ ਅਸੀਂ ਪੜ੍ਹਾਉਂਦੇ ਹਾਂ ਕਿ ਤੂੰ ਪੜ੍ਹ ਲਈ। ਮੈਂ ਕਈ ਵਾਰੀ ਧਾਰ ਦਿੰਦਾ ਕਿ ਜੇ ਮੈਂ ਕਲਾਸ 'ਚ ਨਾ ਆਵਾਂ ਤਾਂ ਵੀ ਮੇਰਾ ਬੱਚਾ ਕੋਈ ਨਾ ਕੋਈ ਪਾਠ ਪੜ੍ਹਾ ਦੇਵੇਗਾ, ਜਿਹੜੀ ਥੋੜ੍ਹੀ ਅਸੀਂ ਚਲਾਉਂਦੇ ਕਿ ਕਿਤਾਬ ਚੱਕੀ ਜੀ ਕੋਈ ਪੜ੍ਹ ਸਟਾਰਟ ਕਰਦਾ, ਪਰੰਤੂ ਬੱਚੇ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਬੱਚਾ ਨਾਂ ਤੋਂ ਹੀ ਪੜ੍ਹਿਆ ਜਾਂਦਾ ਹੈ। ਸਾਡੇ ਸਕੂਲਾਂ ਦੇ ਵਿੱਚ ਅੱਜ ਮਾਨ ਸਾਹਿਬ ਦਾ ਮੈਂ ਲੈਕਚਰ ਸੁਣਿਆ ਸੀ, ਉਹਦੇ ਵਿੱਚ ਇੱਕ ਯਾਦ ਇਸ ਟਾਈਮ ਨਾਮ ਆਇਆ ਸੀ ਆ ਬੱਚੇ ਦਾ। ਸਾਡੇ ਕੋਲ ਲੜਕੀਆਂ ਦੇ ਨਾਮ ਆਉਂਦੇ ਨੇ, ਅੱਕੀ ਹੈ, ਮਰੀ ਹੈ, ਮੁੱਕੋ ਹੈ, ਤਾਂ ਟੀਚਰ ਨੂੰ ਸਮਝ ਲੈਣਾ ਚਾਹੀਦਾ ਕਿ ਜਿਹਦਾ ਨਾਮ ਅੱਕੀ ਹੈ, ਮਰੋ ਹੈ, ਮੁੱਕੋ ਹੈ, ਇਸ ਤੋਂ ਪਹਿਲਾਂ ਇਹਦੀਆਂ 2-3 ਭੈਣਾਂ ਹੋਰ ਵੀ ਨੇ, ਉਹਨਾਂ ਤੋਂ ਛੋਟੀ ਹੈ। ਅੱਕੀ, ਮੁੱਕੋ, ਮਰੀਆਂ ਉਹਨਾਂ ਦਾ ਨਾਮ ਹੀ ਧਰਿਆ ਜਾਂਦਾ ਕਿ ਜਿਹੜੀਆਂ 2-3 ਤੋਂ ਬਾਅਦ ਜਨਮ ਨੇ। ਇਹ ਬੱਚੇ ਨੂੰ ਪੜ੍ਹਨ ਦੀ ਬਹੁਤ ਲੋੜ ਹੈ ਇਹਨਾਂ ਬੱਚਿਆਂ ਨੂੰ। तो एक जिस परिवार साडी मानसिकता इस तरह की भारत की मानसिकता, पंजाब की मानसिकता कि जिस परिवार के 3-4 लड़कियां होणगियां उन्होंने माता पिता की मानसिकता हालत की होगी। इस बच्चे किन्ने के शब्द सुनने पे आउणगे कि तू साडे घर जन्म ले लिया। एक तो परिवार दुखी, परिवार के दुखी, तो दूजा फिर साडा नज़रिया अक्को वर्गियां वास्ते की हो जाता है, होर क्रूर हो जाता है। ये बच्चियां बड़ी मात्रा स्कूलों आउट चली। ये बच्चे पढ़ने की लोड़ है। एक बच्चे को उसमें पढ़ने की लोड़ है कि जो घर के कला लड़का, वो बच्चों की भी बहुत संभाल की लोड़ होती है, वो भी बिगड़ जाते काफ़ी मात्रा मैं देखे ने कि कुछ निशानियां साडे इलाके कि जिहदे कंध च मुंदर पई होंदी है, इसका अर्थ क्यों कला ही है। लड़का कला, लड़की हो सकती हो तो जब लड़कियों तो बाद होया होगा, जो 2-3 लड़कियों तो बाद होया लड़का है, वो भी तिलकण के काफ़ी चांस होंगे ने, उन्होंने पढ़ने की लोड़ है। वो होर तरह का पेश होना चाहिए, इकल्ले लड़के वास्ते होर तरह का सानूं पेश होना पवेगा। सारे जिन्हें घर सारिया लड़कियां ने, वो लड़की की स्थिति होर तरह की होंगी है। परिवार दे विच सारिया लड़कियां होना तो सानूं कल्ले बच्चे बारे भी कल्ली जानकारी जो तक इकट्ठी नहीं करते तो पूर्ण तौर पर अध्यापक के तौर पर पढ़ाना बहुत औखा है। अच्छा, बड़े तो छोटे भाई च फर्क है, ये जरूरी है साडे वास्ते कि बड़ा भाई लंघ गया कि छोटा भाई आ रहा है। आम तौर पर बड़े भाई सहूलतां होर होंदियां ने, छोटे भाई वास्ते सहूलतां होर ने। परिवार के विच बड़े भाई का जो उसका समान है वो छोटे तक चले जाता है, वही कपड़े, वही बूट, वही किताबां, तो वो एक तरह का सैकंड हैंड से पढ़ते हैं। तो ये काफ़ी साडे जिस समाज च असीं रहने कि उन्होंने बच्चों बारे भी पढ़ने की लोड़ है कि बच्चा कितने इस तरह का तो नहीं है। हाँ, ये भी एक बहुत लोड़ कि बच्चा रिश्तेदारी च नहीं रह रहा, रिश्तेदारी का बिहेव हो तरह का होगा बच्चे का। हाँ, एक मैं होर गल कहना चाहुंदा कि जिहड़े पंजाब दे वो बच्चों बारे लाजमी ध्यान की लोड़ है। फर्क वो उन्होंने बच्चों के जिहड़े पिंडां दे विच मेले लगदे ने। मीत चलाई दोबारे मीत आई माड़ा जा सर थोड़ी आवाज आ रही है, तुसी जारी रखो, तुसी गल करो, मैनूं लगदा थोड़ी आवाज सुन जी मेहरबानी जी। हाँ, मैं एक गल कहनी सर कि जिहड़े पिंडां विच मेले दा दिन ना जी, उस पिंड दे बच्चों का बरताओ जिहड़े पिंड च मेला नहीं लगता, मतलब कि साझा मेरे 8 पिंडां दे स्कूल, मेरे पिंड च 8 पिंडां स्कूलों के बच्चे आउंदे ने, तां मेरे 2 पिंडां दे विच मेले लगदे ने। तां तुसीं देखो कि बच्चों के बिहेव दे विच वो बच्चों का रहन सहन, उन्हां दा विचरण दा ढंग तरीका उन्हां बच्चों नालों वखरा होवेगा कि जिहड़े बच्चों के पिंडां दे विच मेला नहीं लगदा।
ਫਰਕ ਪੈ ਜਾਂਦਾ ਉੱਥੇ ਕਿ 3 ਦਿਨ ਉਸ ਪਿੰਡ ਦੇ ਵਿੱਚ ਇੱਕ ਹੋਰ ਤਰ੍ਹਾਂ ਦਾ ਮਾਹੌਲ ਹੁੰਦਾ ਹੈ। ਬੱਚੇ ਨੇ ਮੇਲੇ ਦੇ ਵਿੱਚ ਜਾਣਾ, ਲੜਕੀ ਵੀ ਮੇਲੇ ਦੇ ਵਿੱਚ ਗੇੜਾ ਦੇ ਆਉਂਦੀ ਹੈਗੀ, ਤਾਂ ਉਹ ਬੱਚਿਆਂ ਬਾਰੇ ਵੀ ਇੱਕ ਅਧਿਆਪਕ ਜਿਹੜਾ ਨਜ਼ਰੀ ਹੈਗਾ ਇਹ ਜ਼ਰੂਰਤ ਹੈ। ਇੱਕ ਮੈਂ ਜੋ ਗੱਲ ਮੇਨ ਤੌਰ ਤੇ ਕਹਿਣਾ ਚਾਹੁੰਦਾ ਸੀ ਕਿ ਉਹ ਬੱਚਿਆਂ ਬਾਰੇ ਵੀ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿ ਜਿਨ੍ਹਾਂ ਦੇ ਮਾਤਾ ਜਾਂ ਪਿਤਾ ਨਹੀਂ ਹੈ। ਮੈਂ ਆਪਦੇ ਸਕੂਲ ਦੀ ਉਦਾਹਰਨ ਦੇਣਾ ਚਾਹੁੰਦਾ ਇਸ ਟਾਈਮ ਦੀ ਕਰੰਟ ਦੀ, ਕਿ 10ਵੀਂ ਦੇ ਵਿੱਚ ਮੇਰੀ ਉਹ ਲੜਕੀ ਟੌਪ ਕੀਤਾ, ਉਸ ਲੜਕੀ ਨੇ 95% ਦੇ ਕਰੀਬ ਸੀਗੇ, ਕਿ ਜਿਸ ਦੇ ਸਿਰ ਤੇ ਪਿਤਾ ਦਾ ਸਾਇਆ ਨਹੀਂ ਹੈ। +2 ਦੇ ਵਿੱਚੋਂ ਵੀ 96% ਉਹੀ ਲੜਕਾ ਲੈ ਕੇ ਗਿਆ ਹੈ ਕਿ ਜਿਹਨੂੰ ਮਾਂ ਦਾ ਪਿਆਰ, ਪਿਓ ਦਾ ਤੇ ਮਾਂ ਦਾ ਪਿਆਰ ਨਹੀਂ ਮਿਲਿਆ, ਦਾਦਾ ਦਾਦੀ ਕੋਲ ਵੀ। ਇਤਿਹਾਸ ਦੇ ਵਿੱਚ ਉਹਨੂੰ ਮੈਂ ਅਨੇਕਾਂ ਉਦਾਹਰਨਾਂ ਦਿੰਦਾ ਕਿ ਉਹਨਾਂ ਨੂੰ ਅਸੀਂ ਇਹ ਨਾ ਕਹੀਏ ਕਿ ਇਹ ਯਤੀਮ ਹੋਵੇ ਜੀ, ਬੇਸਹਾਰਾ ਨੇ ਜੀ, ਇਹਨਾਂ ਦਾ ਕੀ ਬਣੇਗਾ। ਉਹਨੂੰ ਉਦਾਹਰਨ ਸਾਡੇ ਕੋਲ ਇਤਿਹਾਸ ਹੈ ਇੱਕ ਪੰਜਾਬ ਦਾ ਕਿ ਅਕਬਰ ਪਾਣੀਪਤ ਦੀ ਲੜਾਈ 13-14 ਸਾਲਾਂ 'ਚ ਜਿੱਤ ਜਾਂਦਾ ਹੈ। ਗੁਰੂ ਹਰਗੋਬਿੰਦ ਜੀ ਪਿਤਾ ਦੇ ਜਾਣ ਤੋਂ, ਗੁਰੂ ਅਰਜਨ ਦੇਵ ਜੀ ਦੇ ਜਾਣ ਤੋਂ ਬਾਅਦ ਛੋਟੀ ਉਮਰ ਦੇ ਵਿੱਚ ਸਿੱਖ ਪੰਥ ਦਾ ਵਿਚਾਰਧਾਰਾ ਤਬਦੀਲ ਕਰ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਛੋਟੀ ਉਮਰ ਦੇ ਵਿੱਚ ਸਿੱਖ ਪੰਥ ਦੀ ਸਿਰਜਣਾ ਕਰ ਇੱਕ ਨਵੀਂ ਫੌਜ ਖੜੀ ਕਰ ਦਿੰਦੇ ਨੇ। ਮਹਾਰਾਜਾ ਰਣਜੀਤ ਸਿੰਘ 14-15 ਸਾਲਾਂ ਦੀ ਉਮਰ ਦੇ ਵਿੱਚ ਜਾ ਕੇ ਗੱਦੀ ਤੇ ਬੈਠ ਕੇ ਕਿਤੇ ਤੱਕ ਪਹੁੰਚ ਜਾਂਦੇ ਨੇ। ਪੰਜਾਬ ਕੋਲ ਇੱਕ ਚਿੱਤਰਕਾਰ ਨੇ ਸੁਭਾ ਸਿੰਘ ਜੀ, ਜਿਨ੍ਹਾਂ ਦੀ ਬਚਪਨ 'ਚ ਮਾਂ ਦਾ ਸਾਇਆ ਉੱਠ ਗਿਆ ਸੀਗਾ। ਕਿੰਨੀਆਂ ਉਦਾਹਰਨਾਂ ਸਾਡੇ ਇਸ ਤਰ੍ਹਾਂ ਨਾਲ ਕਿ ਜਦੋਂ ਅਸੀਂ ਉਹਨੂੰ ਕਿਤੇ ਬੇਸਹਾਰਾ ਤੁਹਾਡਾ ਕੀ ਬਣੇਗਾ ਇਸ ਤਰ੍ਹਾਂ ਦੀਆਂ, ਉਹਨਾਂ ਨੂੰ ਕਹੋ ਕਿ ਤੁਸੀਂ ਇਹਨਾਂ ਨਾਲੋਂ ਅੱਗੇ ਟੱਪੋ, ਅੱਜ ਨਹੀਂ ਕੱਲ੍ਹ ਨੂੰ ਸਹੀ। ਤਾਂ ਇਸ ਕਰਕੇ ਮੈਂ ਇਹ ਕੁਝ ਆਪਣੇ ਵਿਚਾਰ ਰੱਖਣਾ ਚਾਹੁੰਦਾ ਸੀ ਕਿ ਸਾਨੂੰ ਉਹ ਸਭ ਕੁਛ ਇਕੱਲਾ ਇਹ ਨਹੀਂ ਹੈ ਕਿ ਕਿਤਾਬ ਜ਼ਰੂਰੀ ਹੈ। ਕਿਤਾਬ ਇੱਕ ਪੱਖ ਹੈਗਾ, ਸਾਡੀ ਗੈਰ ਹਾਜ਼ਰੀ ਤੋਂ ਬਿਨਾਂ ਵੀ ਪੜ੍ਹਾਇਆ ਜਾਵੇਗਾ, ਬੱਚੇ ਆਪਣੇ ਆਪ ਹੀ ਪੜ੍ਹ ਲੈਂਦੇ ਨੇਗੇ, ਪਰੰਤੂ ਇੱਕ ਬੱਚੇ ਨੂੰ ਸਮਝਣਾ ਵੀ ਇਸ ਤਰ੍ਹਾਂ ਨਾਲ ਜ਼ਰੂਰੀ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਵਿਦਿਅਕ ਇਸ ਸਫ਼ਰ ਦੌਰਾਨ ਆਪਣੀ ਦਾ ਚੌਥਾ ਹਿੱਸਾ ਲੰਘ ਗਿਆ ਕਿ ਕਾਫੀ ਵਧੀਆ ਪ੍ਰਾਪਤੀਆਂ ਰਹੀਆਂ ਮੇਰੀਆਂ। 8 ਦੇ ਕਰੀਬ ਮੇਰੇ ਲਗਭਗ ਟੀਚਰ ਇਸ ਟਾਈਮ ਦੇ ਨਾਲ ਕੰਮ ਕਰਦੇ ਸੀਗੇ, ਜਿਹਦੇ ਵਿੱਚ ਜਿਵੇਂ ਲੈਕਚਰਾਰ ਨੇਗੇ, 15 ਦੇ ਕਰੀਬ ਕਾਲਜ ਲੈਕਚਰਾਰ ਦੇ ਤੌਰ 'ਤੇ ਸਲੇਡੇ ਕਾਲਜ ਦੇ ਵਿੱਚ, ਬੁਲਾਡਾ ਕਾਲਜ ਦੇ ਵਿੱਚ ਹੈ, ਲੜਕੀਆਂ ਲੜਕੇ ਵੀ ਕੰਮ ਕਰ ਰਹੇ ਨੇ, ਦੇ ਵਿੱਚ ਉਹਦੇ ਵਿੱਚ ਨੇ ASI ਲੜਕੀ ਮੇਰੀ ਬਲਵਿੰਦਰ ਕੌਰ ਕੰਮ ਕਰ ਰਹੀ ਹੈ। ਅਤੇ ਇਹ ਗੀਤਕਾਰ ਮੇਰੇ ਵਧੀਆ ਕੁਲਵਿੰਦਰ ਬਿੱਲਾ, ਉਹ ਮੇਰਾ ਸਟੂਡੈਂਟ ਹੈਗਾ, ਜੋ ਅੱਜ ਕਦੇ ਕਦੇ ਸਕੂਲਾਂ 'ਚ ਲੈ ਕੇ ਜਾਣਾ ਦੇ ਵਿੱਚ ਹੈਗਾ। ਲਾਡੀ ਹੈ ਰਜਿੰਦਰ ਗਰੇਵਾਲ ਦਾ ਮੇਨ ਜਿਹੜਾ ਸਟੇਜ ਸੰਭਾਲਦਾ ਉਹ ਹੈ, ਠੀਕ ਹੈ। ਅਤੇ ਜੱਸੀ ਹੈ, ਕਾਫੀ ਵਿਦਿਅਕ ਪੱਖ ਤੋਂ ਰਹੇ ਇਸ ਤਰ੍ਹਾਂ ਨਾਲ ਵਿਦੇਸ਼ਾਂ 'ਚ ਜਾ ਕੇ ਬੱਚੇ ਵਧੀਆ ਸੈੱਟ ਨੇਗੇ ਜਿਹੜੇ ਪੜ੍ਹ ਕੇ ਗਏ। ਸਪੋਰਟਸ ਦੇ ਤੌਰ 'ਤੇ ਸਾਡਾ ਪਿੰਡ ਵੀਰ ਹੋਲਾ ਕਲਾਂ ਕਬੱਡੀ ਦਾ ਇੱਕ ਸੰਸਾਰਪੁਰ ਮੰਨਿਆ ਜਾਂਦਾ ਹੈਗਾ ਕਿ ਨੈਸ਼ਨਲ ਜੇਤੂ ਖਿਡਾਰੀ ਪੈਦਾ ਕਰਦਾ ਰਿਹਾ ਪਿੰਡ। ਅੱਜ ਤੱਕ ਇਲਾਕੇ ਦੇ ਵਿੱਚ ਇਹਨਾਂ ਖਿਡਾਰੀਆਂ ਦੀ ਇੱਕ ਵੱਖਰੀ ਪਹਿਚਾਣ ਹੈ। ਅਤੇ ਇੰਨੀ ਕੁ ਮੇਰੀ ਬੇਨਤੀ ਸੀ ਅਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਜੀ ਇਸ ਪਲੈਟਫਾਰਮ ਵਿੱਚ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਬੜੀਆਂ ਇੰਸਪਾਇਰਿੰਗ ਗੱਲਾਂ ਕੀਤੀਆਂ ਅਤੇ ਬੜੇ ਨਵੇਂ ਨੁਕਤੇ ਤੁਹਾਡੀ ਗੱਲਬਾਤ 'ਚ ਸਾਡੇ ਸਾਹਮਣੇ ਆਏ ਨੇ। ਜਿਵੇਂ ਕੁਛ ਦੋਸਤਾਂ ਦੇ ਕਮੈਂਟਸ ਵੀ ਆ ਰਹੇ ਸੀ ਅਤੇ ਮੈਨੂੰ ਲੱਗਦਾ ਕਿ ਉਹ ਨੁਕਤਿਆਂ 'ਤੇ ਗੱਲ ਕਰਨੀ ਜ਼ਰੂਰੀ ਆ। ਇੱਕ ਤੁਹਾਡੀ ਗੱਲਬਾਤ 'ਚ ਮੈਂ ਇਹ ਮਹਿਸੂਸ ਕੀਤਾ ਕਿ ਜਿਹੜੀ ਸਾਡਾ ਐਜੂਕੇਸ਼ਨ ਸਿਸਟਮ ਆ ਉਹ ਮੋਰ ਔਰ ਲੈਸ, ਕਿਉਂਕਿ ਅੰਗਰੇਜ਼ਾਂ ਰਾਹੀਂ ਆਇਆ ਅਤੇ ਉਹ ਸ਼ਹਿਰ ਕੇਂਦਰਿਤ ਆ। ਜਦੋਂ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਣਾ ਤੇ ਪਿੰਡ ਦੇ ਬੱਚਿਆਂ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਪੜ੍ਹਾਇਆ ਜਾਏਗਾ। ਖਾਸ ਤੌਰ ਤੇ ਉਹ ਜਦੋਂ ਤੁਸੀਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਜਾਂ ਪਛੜੇ ਇਲਾਕਿਆਂ ਦੇ ਵਿੱਚ ਪੜ੍ਹਾਉਂਦੇ ਪਏ ਆ, ਉਹਨਾਂ ਬੱਚਿਆਂ ਦਾ ਕੌਨਫੀਡੈਂਸ ਵੀ ਨਹੀਂ ਹੁੰਦਾ, ਉਹ ਆਪਣੇ ਆਪ ਨੂੰ ਅਸਰਟ ਵੀ ਨਹੀਂ ਕਰਦੇ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਵਾਰ-ਵਾਰ ਉਹਨਾਂ ਨੂੰ ਨਾ ਸੁਣਨ ਨੂੰ ਮਿਲੀ ਆ ਤੇ ਉਹਨਾਂ ਨੂੰ ਜਿਹੜਾ ਇਹ ਅਹਿਸਾਸ ਨਹੀਂ ਕਰਵਾਏਗਾ ਕਿ ਜੋ ਤੁਸੀਂ ਸੋਚ ਰਹੇ ਹੋ ਜਾਂ ਮਹਿਸੂਸ ਕਰਦੇ ਹੋ ਇੰਪੋਰਟੈਂਟ ਆ। ਸੋ ਤੁਸੀਂ ਇਹ ਕੁਛ ਗੱਲਾਂ ਕਰ ਰਹੇ ਸੀਗੇ ਕਿ ਜਿਹੜੇ ਜਿਵੇਂ ਕੋਈ ਕੁੜੀਆਂ ਨੇ, ਲੱਗਦਾ ਕਿ ਉਹਦਾ ਨਾਮ ਰੱਜੀ ਆ ਜਾਂ ਮਰੋ ਆ, ਜਾਂ ਜਿਹੜੇ ਬੱਚਿਆਂ ਦੇ ਮਾਂ ਪਿਓ ਨਹੀਂ ਹੈਗੇ, ਤੁਸੀਂ ਸਾਨੂੰ ਉਹ ਅਨੁਭਵ ਸਾਂਝੇ ਕਰੋ ਕਿ ਉਹਨਾਂ ਬੱਚਿਆਂ ਨਾਲ ਕਿਵੇਂ ਕਨੈਕਟ ਕਰਦੇ ਹੋ, ਕਿ ਉਹਦੇ 'ਚ ਕੀ ਕੀ ਦਿੱਕਤਾਂ ਆਉਂਦੀਆਂ ਨੇ, ਬੱਚਿਆਂ 'ਚ ਕਿਵੇਂ ਕੌਨਫੀਡੈਂਸ ਪੈਦਾ ਕਰਦੇ ਹੋ। ਜਾਂ ਪਿੰਡਾਂ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਬਹੁਤ ਕਈ ਵਾਰ ਇੱਦਾਂ ਹੁੰਦਾ ਕਿ ਬਹੁਤ ਵੱਡੀ ਗਿਣਤੀ 'ਚ ਬੱਚਿਆਂ ਦੇ ਵਿੱਚ ਉਤਸ਼ਾਹ ਨਹੀਂ ਹੈਗਾ ਪੜ੍ਹਨ ਨੂੰ। ਕੁਛ ਬੱਚੇ ਤਾਂ ਬਹੁਤ ਵਧੀਆ ਹੁੰਦੇ ਨੇ, ਪਰ ਕੁਛ ਵਿਦਿਆਰਥੀਆਂ ਨੂੰ ਉਹ ਸ਼ਾਇਦ ਕੌਨਸ਼ੀਅਸ ਨਹੀਂ ਜਾਂ ਉਹ ਚੇਤਨਾ ਨਹੀਂ, ਉਹ ਉਤਸ਼ਾਹ ਨਹੀਂ ਹੁੰਦਾ। ਸੋ ਤੁਸੀਂ ਉਹਨਾਂ ਵਿਦਿਆਰਥੀਆਂ ਨਾਲ ਕਿਵੇਂ ਕਨੈਕਟ ਕਰਦੇ ਹੋ, ਉਹ ਅਨੁਭਵ ਸਾਂਝੇ ਕਰੋ ਤਾਂ ਕਿ ਸਾਡੇ ਅਧਿਆਪਕਾਂ ਨੂੰ ਮਦਦ ਮਿਲੇਗੀ। ਨਹੀਂ, ਇੱਕ ਤਾਂ ਜਿੱਥੋਂ ਕਿ ਬੱਚਿਆਂ ਦਾ ਜੀ ਪਤਾ ਲੱਗਣ ਦਾ ਇਹ ਹੈ ਕਿ
ਮੇਰੇ ਕੱਲੇ ਕੱਲੇ ਘਰ 8 ਪਿੰਡਾਂ ਦੇ ਵਿੱਚ ਯਾਦ ਹੈ ਕਿ ਆਹ ਘਰ ਇਸ ਬੱਚੇ ਦਾ ਘਰ ਇਸ ਬੱਚੇ ਦਾ। ਉੱਥੇ ਰਹਿਣਾ ਕਿ ਮੈਂ ਪਰਿਵਾਰਕ ਤੌਰ ਤੇ ਰਿਹਾ, ਪਰਿਵਾਰਾਂ ਵਿੱਚ ਕੀ ਵਾਪਰਦੀ ਇਹ ਤੇ ਸਭ ਹੋ ਜਾਂਦਾ ਹੈ। ਹਾਂ, ਸਕੂਲ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਸ ਤਰ੍ਹਾਂ ਬੱਚਿਆਂ ਦੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਇਸ ਤਰ੍ਹਾਂ ਨਾਲ, ਤੇ ਬੱਚਿਆਂ ਦੇ ਘਟਨਾ ਬੱਚੇ ਦੂਜਿਆਂ ਤੋਂ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਸਟਾਰਟ ਕਰਦੇ ਹਾਂ ਸੈਸ਼ਨ ਕਲਾਸ ਸਟਾਰਟ ਕਰਦੇ ਹਾਂ ਤਾਂ ਕੱਲੇ ਕੱਲੇ ਬੱਚੇ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਆਪਣੇ ਬਾਰੇ ਦੱਸੇ ਕੁਛ, ਫਿਰ ਅਸੀਂ ਘਰ ਵਜਾ ਕੇ ਪ੍ਰਾਪਤ, ਇੱਕ ਤਾਂ ਇਹ ਸੀ ਕਿ ਜਾਣਕਾਰੀ ਪ੍ਰਾਪਤ ਕਰਨੀ, ਦੂਜਾ ਕਿ ਜਦੋਂ ਅਸੀਂ ਸਾਨੂੰ ਪਤਾ ਲੱਗ ਕਿ ਇਸ ਤਰ੍ਹਾਂ ਦੇ ਇਹ ਬੱਚਿਆਂ ਤੇ ਇਹ ਸਮਾਜ ਕੋਈ ਆਰਥਿਕ ਸਥਿਤੀਆਂ ਨੇਗੀਆਂ ਤਾਂ ਉਹਨੂੰ ਨੇੜੇ ਲਾਉਣ ਦੀ ਲੋੜ ਹੁੰਦੀ ਹੈ। ਨੇੜੇ ਲੈ ਕੇ ਉਹਨਾਂ ਦੀ ਫੀਸ ਭਰੀ ਜਾਵੇ, ਉਹਨਾਂ ਦੀ ਉਹਦੇ ਜੋ ਵੀ ਲੋੜ ਹੈ ਇਸ ਤਰ੍ਹਾਂ ਦਾ ਆਰਥਿਕ ਤੌਰ ਤੇ ਉਹ ਕੀਤੀ ਜਾਵੇ। ਇੱਕ ਉਹਨੂੰ ਮਹਿਸੂਸ ਕੀਤਾ ਜਾਵੇ ਕਿ ਬੇਟਾ, ਜਿਹਨੂੰ ਮੇਰੀ ਗੱਲ ਨੂੰ ਘਟਾਈ ਪਈ ਲੜਕੀ ਮੈਂ ਪ੍ਰੇਅਰ ਦੇ ਵਿੱਚ ਬੋਲ ਰਿਹਾ ਸੀ ਕਿ ਜੇ ਕਿਸੇ ਲੜਕੀ ਨੂੰ ਕੋਈ ਇਸ ਤਰ੍ਹਾਂ ਕੋਈ ਸਮੱਸਿਆ, ਕੋਈ ਉਹ ਵੀ ਲੜਕਾ ਤੰਗ ਕਰਦਾ ਹੈ ਤਾਂ ਉਹ ਸਾਨੂੰ ਆ ਕੇ ਦੱਸੋ। ਤੁਸੀਂ ਹੈਰਾਨ ਮੰਨੋਗੇ ਕਿ ਪ੍ਰੇਅਰ ਦੇ ਵਿੱਚ ਆ ਕੇ ਲੜਕੀ ਉਹ ਮੇਰੇ ਗੱਲ ਲੱਗ ਕੇ ਰੋਣ ਲੱਗੀ। ਉਹ ਕਹਿੰਦੀ ਮੈਨੂੰ ਇਸ ਕਰਕੇ ਲੜਕੇ ਫਲਾਣੀ ਤੰਗ ਘੇਰਦੇ ਨੇ। ਤਾਂ ਮੈਂ ਤੁਹਾਡੇ ਤੌਰ ਤੇ ਜਦੋਂ ਜੋ ਐਕਸ਼ਨ ਲੈਣਾ ਸੀ ਲਿਆ, ਤਾਂ ਜਦੋਂ ਬੱਚੇ ਨੂੰ ਮਹਿਸੂਸ ਹੋ ਜਾਏ ਕਿ ਇਹ ਟੀਚਰ ਸਾਡੇ ਨਾਲ ਨੇਗੇ, ਕਿ ਸਾਡੇ ਪਿਤਾ ਸਮਾਨ ਨੇ, ਮਾਤਾ ਸਮਾਨ ਨੇਗੇ, ਤਾਂ ਉਹਨੂੰ ਅਹਿਸਾਸ ਹੋਣਾ ਜ਼ਰੂਰੀ ਹੈ ਬੱਚੇ ਵਾਸਤੇ ਕਿ ਇਹ ਅਸਲ ਵਿੱਚ ਮੇਰੇ ਮਾਤਾ ਪਿਤਾ ਦੀ ਘਾਟ ਇਹ ਵੀ ਪੂਰੀ ਕਰ ਸਕਦੇ ਨੇ। ਆਰਥਿਕ ਤੌਰ ਤੇ ਸਹਾਇਤਾ ਉਹਨਾਂ ਦੀ ਕਰਨੀ ਚਾਹੀਦੀ ਹੈ। ਮੈਂ ਆਪ ਖੁਦ +1 +2 ਦੀਆਂ ਲੜਕੀ ਨੂੰ ਜਿਹੜੀ ਕਲਾਸ ਮੇਰੇ ਕੋਲ ਹਰ ਸਾਲ ਫੀਸ ਨਹੀਂ ਭਰਦੇ ਕਿ ਲੜਕੀ ਘੱਟੋ ਘੱਟ ਸਕੂਲ ਛੱਡ ਕੇ ਜਾਵੇ, ਫੀਸ ਮੈਂ ਭਰਦਾ ਉਹਨਾਂ ਦੀ ਸਾਲ ਭਰਦੀ। ਇਸ ਸਾਲ ਦਾ ਜਦੋਂ ਸਰਕਾਰ ਨੇ ਮਾਫ ਕੀਤੀ ਹੈ, ਬੁੱਕ ਬੈਂਕ ਮੈਂ ਆਪਦੀ ਬਣਾਈ ਹੋਈ ਹੈ ਕਿ ਜੋ ਬੱਚੇ ਨੇ ਚਲੋ ਉਹਨੂੰ ਕੋਈ ਕਿਤਾਬ ਖਰੀਦਣੀ ਵੀ ਨਾ ਪਵੇ, 5-7 ਡਿਪਾਰਟਮੈਂਟ ਤੋਂ ਕਿਤਾਬਾਂ ਨਹੀਂ ਆ ਉਹਦੇ ਵਿਸ਼ੇ ਇਸ ਤਰ੍ਹਾਂ ਨਾਲ। ਤੇ ਇੱਕ ਉਹਨਾਂ ਬੱਚਿਆਂ ਨਾਲ ਇਹ ਹੁੰਦਾ ਕਿ ਅਸਲ ਵਿੱਚ ਕਿ ਬੁਲਾਉਣਾ ਹੀ ਹੁੰਦਾ ਅਸਲ ਵਿੱਚ। ਕਿਸੇ ਬੱਚੇ ਤੋਂ ਤੁਸੀਂ ਪਾਣੀ ਦਾ ਗਲਾਸ ਮੰਗ ਲਓ, ਇਹਦੇ ਨਾਲ ਫਰਕ ਪੈਂਦਾ। ਕਿਸੇ ਬੱਚੇ ਤੁਸੀਂ ਦੋ ਕੰਨ ਤੇ ਮਾਰ ਕੇ ਉਹਨੂੰ ਬਹਾ ਦਿਓ ਤੇ 15 ਮਿੰਟਾਂ ਬਾਅਦ ਉਹਨੂੰ ਪਾਣੀ ਦਾ ਗਲਾਸ ਮੰਗ ਲਓ, ਉਸ ਤੋਂ ਜਾ ਪਾਣੀ ਦਾ ਗਲਾਸ ਲੈ ਕੇ ਆ, ਤਾਂ ਫਰਕ ਪੈ ਜਾਏਗਾ। ਪਰੰਤੂ ਸਾਡੀ ਇੱਕ ਮਾੜੀ, ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਇੱਕ ਸਾਡੀ ਧਾਰਨਾ ਇਹ ਹੈ ਕਿ ਸਾਡੇ ਇੱਕ ਮੋਨੀਟਰ ਬਣਾਉਂਦੇ ਅਸੀਂ 5 ਸਾਲ ਉਹੀ ਮੋਨੀਟਰ। ਮੈਂ ਬਹੁਤ ਵਾਰੀ ਕਿਹਾ ਕਿ ਜੇ ਕਲਾਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਜਾਵੇ ਨਾ ਕਿ ਤੁਸੀਂ ਕਿਸ ਨੂੰ ਕੁੱਟਣਾ ਚਾਹੁੰਦੇ ਹੋ, ਖੁੱਲੀ ਛੁੱਟੀ ਦੇ ਕੇ ਕਲਾਸ ਕਿਸ ਨੂੰ ਕੁੱਟੇਗੀ, ਸਭ ਤੋਂ ਪਹਿਲਾਂ ਕੁੱਟਣੀ। ਕਿ ਅਸੀਂ ਇਹਨੂੰ ਪਾਵਰ ਦੇ ਦਿੰਦੇ ਹਾਂ ਕਿ ਸਾਡੇ ਪੰਜਾਬ ਦੀ ਸਥਿਤੀ ਇਹ ਹੈ ਕਿ ਅਸੀਂ ਪਾਵਰਾਂ ਸਹਿਣ ਨਹੀਂ ਕਰ ਸਕਦੇ ਕਿ ਸਾਡੇ ਤੋਂ ਕਿਸ ਤਰ੍ਹਾਂ ਕੋਸ਼ਿਸ਼ਾਂ ਜਾਣ। ਤਾਂ ਮੋਨੀਟਰ ਵਾਲੀ ਵੇਖ ਕੇ ਇੱਕ ਤਾਂ ਮੋਨੀਟਰ ਕੇ 5 ਸਾਲ ਸਾਡੇ ਇਰਦ ਗਿਰਦ ਫਿਰਦਾ ਰਹਿੰਦਾ ਹੈ। ਇੱਕ ਬੱਚਾ ਉਹ ਹੈ ਕਿ ਜਿਹਨੂੰ ਅਸੀਂ ਆਪਦਾ ਹਾਜ਼ਰੀ ਰਜਿਸਟਰ ਨਹੀਂ ਪਾਉਂਦੇ 5 ਸਾਲ। ਤਾਂ ਸਾਡੇ ਸਾਰੇ ਮੋਨੀਟਰ ਹੋਣ, ਸਾਰੇ ਸਾਡੇ ਆਪਦੇ ਹੋਣ, ਤੇ ਸਾਰਿਆਂ ਨੂੰ ਅਸੀਂ ਨਾਮ ਯਾਦ ਹੋਵੇ, ਸਾਰਿਆਂ ਤੋਂ ਅਸੀਂ ਪਾਣੀ ਪੀਂਦੇ ਹੋਈਏ, ਸਾਰੇ ਸਾਡੀ ਰੁਪਿਆ ਤੁਸੀਂ ਚੱਕ ਕੇ ਲਿਆਉਂਦੇ ਹੋਣ, ਤਾਂ ਸਾਰਿਆਂ ਨਾਲ ਜਦੋਂ ਤੱਕ ਇਕੱਲੇ ਵਿਚਰਦੇ 2-4 ਨਾਲ ਜਦੋਂ ਅਸੀਂ ਵਿਚਰਦੇ ਹਾਂ ਫਿਰ ਬੱਚਾ ਦੂਰ ਚਲਾ ਜਾਂਦਾ। ਇੱਕ ਇਹਦਾ ਮਤਲਬ ਇਹ ਬਣਿਆ ਕਿ ਜਿਹੜਾ ਚੰਗਾ ਅਧਿਆਪਕ ਹੁੰਦਾ ਉਹ ਸਿਰਫ ਇਹ ਨਹੀਂ ਹੈ ਕਿ ਉਹ ਬਲੈਕ ਬੋਰਡ ਦੇ ਕੋਲ ਖੜ ਕੇ ਬੋਲ ਕੇ ਚਲਾ ਗਿਆ। ਤੇ ਜਿਵੇਂ ਸਾਡੇ ਪਹਿਲੇ ਲੈਕਚਰ 'ਚ ਡਾਕਟਰ ਸੁਸ਼ੀਲ ਹੋਰਾਂ ਨੇ ਵੀ ਕਿਹਾ ਕਿ ਪੇਂਡੂ ਇਲਾਕਿਆਂ ਦੇ ਵਿੱਚ ਜਿਹੜਾ ਅਧਿਆਪਕ ਆ ਉਹਨੂੰ ਮਾਂ ਪਿਓ ਬਣਨਾ ਪੈਂਦਾ। ਬੱਚੇ ਦੀ ਜਿਹੜੀ ਨਿੱਕੀ ਤੋਂ ਨਿੱਕੀ ਸਮੱਸਿਆ ਉਹ ਸਾਰਾ ਕੁਝ ਸਮਝਣਾ ਪੈਂਦਾ, ਫਿਰ ਉਹਨੂੰ ਇੱਕ ਮਾਹੌਲ ਮਿਲ ਸਕਦਾ। ਇਹਦੇ 'ਚ ਕੁਝ ਦੋਸਤਾਂ ਦੇ ਕਮੈਂਟ ਆ ਰਹੇ, ਜਿਵੇਂ ਜਗਜੀਤ ਸਿੰਘ ਹੋਰਾਂ ਦਾ ਇੱਕ ਕਮੈਂਟ ਸੀਗਾ ਕਿ ਆਮ ਤੌਰ ਤੇ ਅਧਿਆਪਕਾਂ 'ਚ ਇਹ ਹੁੰਦਾ ਕਿ ਯਾਰ ਜੇ ਉਹ ਨਹੀਂ ਪੜ੍ਹਾਉਂਦਾ ਤਾਂ ਮੈਂ ਕਿਉਂ ਪੜ੍ਹਾਉਣਾ। ਜਿਹੜਾ ਇਹ ਇੱਕ ਪੀਅਰ ਕਲਚਰ ਬਣ ਜਾਂਦਾ ਨਾ ਕਿ 2 ਵਜੇ ਦਾ ਟਾਈਮ ਆ ਤੇ ਪੌਣੇ 2 ਵਜੇ ਨਿਕਲ ਲਓ ਤੇ ਦੂਜਾ ਤੇ ਕਰਦਾ ਨਹੀਂ ਤੇ ਮੈਂ ਕਿਉਂ ਕਰਾਂ, ਜਿਹੜਾ ਇਹ ਹੈਗੀ ਪ੍ਰੋਬਲਮ। ਸੋ ਤੁਸੀਂ ਇਹਨੂੰ ਕਿਵੇਂ ਦੇਖਦੇ ਆ ਕਿ ਜਿਹੜੇ ਬਹੁਤ ਸਾਰੇ ਅਧਿਆਪਕਾਂ 'ਚ ਹੁੰਦਾ ਕਿ ਹੋਰ ਤਾਂ ਕੋਈ ਨਹੀਂ ਹੈ ਇਸ ਤਰ੍ਹਾਂ, ਤੁਸੀਂ ਇਹਨਾਂ ਨੂੰ ਵੀ ਮੈਂ ਵੀ ਹੈ ਇਸ ਤਰ੍ਹਾਂ ਨਾਲ ਹੀ, ਕਿਉਂਕਿ ਕਿ ਜਦੋਂ ਤੁਸੀਂ ਮਾਡਲ ਸਟਾਰਟ ਕਰਨਾ ਆਪਦਾ, ਤੁਹਾਡੀ ਜਿਹੜੀ ਆਊਟਪੁੱਟ ਹੈ ਉਹ ਵਿਭਾਗ ਨਹੀਂ ਦੇਖਦਾ ਉਸ ਦੇ ਵਿੱਚ, ਉਹ ਟੀਚਰ ਨਹੀਂ ਦੇਖਣਗੇ, ਉਹ ਬੱਚੇ ਤੇ ਮਾਪੇ ਦੇਖਣਗੇ ਉਹਦੇ ਵਿੱਚ। ਉਹਦੀ ਗੱਲ ਬੱਚਿਆਂ ਨੂੰ ਜੱਜ ਕੀ, ਮਾਪੇ ਜੱਜ ਕੀ, ਇਹ ਟੀਚਰ ਪੜ੍ਹਾਉਂਦਾ ਹੈ ਤਾਂ ਫਿਰ ਉਸ ਦੇ ਨਾਲ ਸਕੂਲ ਦਾ ਬੈਲੈਂਸ ਇੱਕ ਵੱਖਰੀ ਤਰ੍ਹਾਂ ਦਾ ਹੁੰਦਾ ਹੈਗਾ। ਹਾਂ, ਪੜ੍ਹਾਉਣਾ ਇੱਕ ਬੰਦੇ ਦੀ ਆਪਦਾ ਐਥਿਕ ਵੀ ਬਣਦੀ ਹੈ ਕਿ ਮੈਨੂੰ, ਮੈਂ ਕਹਿਣਾ ਹੁੰਦਾ ਕਿ ਜਦੋਂ ਅਸੀਂ ਦਿਹਾੜੀ ਲਾਉਂਦੇ ਹਾਂ, ਇੱਕ ਬੱਚਾ 400 ਰੁਪਏ ਦਿੰਦੇ ਹਾਂ, ਅਸੀਂ ਇਹ ਵੀ ਉੱਤੇ ਖੜੇ ਰਹਿਣਾ ਕਿ ਬੰਦਾ ਚਾਹ ਪੀਣ ਤੇ 10 ਮਿੰਟ ਵੱਧ ਲਾ ਗਿਆ। ਜੋ ਸਰਕਾਰ ਮੈਨੂੰ ਇੱਕ ਦਿਨ ਦਾ 4000 ਰੁਪਏ ਦੇ ਦਿੰਦੀ ਹੈ ਤਾਂ ਫਿਰ ਮੈਂ ਕਿਉਂ ਨਾ ਪੜ੍ਹਾਵਾਂ। ਤਾਂ ਬੱਚਿਆਂ ਦੇ ਵਿੱਚ ਇੱਕ ਗੱਲ ਇਹ ਕਹਿਣੀ ਚਾਹੀਦੀ ਹੈ ਕਿ ਹਾਂ ਦੱਸ ਦੇਣਾ ਚਾਹੀਦਾ, ਮੈਂ ਬੱਚੇ ਨੂੰ ਕਹਿਣਾ ਹੁੰਦਾ ਕਿ ਇੱਕ ਲੈਕਚਰ ਦਾ ਮੇਰਾ 800 ਰੁਪਏ ਬਣਦਾ, ਜੇ ਮੈਂ ਨਹੀਂ ਪੜ੍ਹਾਉਂਦਾ ਤੁਸੀਂ ਨੋਟ ਕਰੋ। ਬੱਚਿਆਂ ਤੱਕ ਵੀ ਗੱਲ ਜਾਵੇ ਇਸ ਤਰ੍ਹਾਂ ਦੀ, ਜੇ ਮੈਂ ਇੱਕ ਲੈਕਚਰ ਸ਼ਾਰਟ ਕਰ ਗਿਆ, ਤੁਹਾਡਾ ਬਹਾਨਾ ਲਾ ਗਿਆ, 10 ਮਿੰਟ ਲੇਟ ਹੋਣਾ, ਇੰਨੇ ਪੈਸੇ ਬਣੋ, ਤੁਸੀਂ ਵੰਡ ਦਿਓ ਇਸ ਤਰ੍ਹਾਂ ਨਾਲ।
ਤੇ ਮੈਂ ਮੇਰਾ ਰਿਕਾਰਡ ਅਜੇ ਤੱਕ ਮੇਰੇ ਬੱਚੇ ਗਵਾਹ ਇਸ ਤਰ੍ਹਾਂ ਦਾ ਕਿ ਅੱਜ ਤੱਕ ਕਦੇ ਮੈਂ 26 ਸਾਲਾਂ ਦੀ ਸਰਵਿਸ ਦੌਰਾਨ ਕਦੇ ਕੁਰਸੀ ਤੇ ਨਹੀਂ ਬੈਠਾ, ਕਦੇ ਵੀ ਕੁਰਸੀ ਤੇ ਨਹੀਂ ਬੈਠਾ। ਠੀਕ ਹੈ ਕਿ ਕਦੇ ਹਾਜ਼ਰੀ ਕਦੇ ਨਾ ਕਦੇ ਲਾਉਣੀ ਪਈ ਕਿਉਂਕਿ ਉਹ ਇਸ ਤਰ੍ਹਾਂ ਨਾਲ, ਪਰੰਤੂ ਬੱਚੇ ਸੁਣਦੇ ਵੀ ਹੋਣਗੇ ਕਿਤੇ ਨਾ ਕਿਤੇ, ਪੜ੍ਹ ਕੇ ਗਏ ਵੀ ਜਦ ਅਧਿਆਪਕ ਸਾਥੀ ਵੀ ਇਹ ਜੋ ਕਰ ਸਕਦੇ ਕਰਨਾ ਸੀ ਕਦੇ ਕੁਰਸੀ ਤੇ ਬੈਠਾ ਹੋਵੇ। ਤਾਂ ਬੱਚਿਆਂ 'ਚ ਗੱਲ ਤਾਂ ਇਹੀ ਚੜਦੀਆਂ ਨੇ, ਬੱਚੇ ਅੱਜ ਤਾਂ ਚੱਲ ਗਏ, ਕੱਲ੍ਹ ਨੂੰ ਉਹੀ ਬਰਾਬਰ ਦੇ ਬਣ ਕੇ ਅੱਜ ਉਹੀ ਅਧਿਆਪਕ ਨੇ ਬਰਾਬਰ ਦੇ ਅੱਗੇ ਸੱਟ ਨਾਲ ਖੜੇ ਨੇਗੇ, ਉਹੀ ਤੁਹਾਡਾ ਰੋਲ ਬਣਾਉਣਗੇ, ਤੁਹਾਡੀ ਆਉਟਪੁੱਟ ਹੈ ਸਾਰੀ। ਅੱਛਾ, ਗੱਲ ਸਰ ਇਹ ਦੱਸੋ ਕਿ ਇੱਕ ਪਾਸੇ ਤਾਂ ਸਾਡੇ ਕੋਲ ਉਹ ਅਧਿਆਪਕ ਨੇ ਜਿਹੜੇ ਬਹੁਤ ਕਮਿਟਡ ਨੇ, ਬਹੁਤ ਸਿਰੜ ਨਾਲ ਕੰਮ ਕਰਦੇ ਪਏ ਨੇ, ਦੂਜੇ ਪਾਸੇ ਸਾਡੇ ਕੋਲ ਕੁਝ ਨੈਗੇਟਿਵ ਕਿਸਮ ਦੀਆਂ ਉਦਾਹਰਨਾਂ ਵੀ ਮਿਲਦੀਆਂ ਨੇ ਅਧਿਆਪਕਾਂ ਬਾਰੇ, ਜਾਂ ਵਿੱਚ ਇੱਕ ਲੰਮਾ ਡਿਸਕੋਰਸ ਰਿਹਾ। ਤੇ ਹਰ ਸਾਲ ਬਹੁਤ ਸਾਰੇ ਵਿਦਿਆਰਥੀ ਬੀਐਡ ਕਰਦੇ ਨੇ, ਟੈਟ ਪਾਸ ਕਰਕੇ ਅਧਿਆਪਕ ਬਣਦੇ ਨੇ ਜਾਂ ਕਾਲਜਾਂ ਦੇ ਵਿੱਚ ਅਧਿਆਪਕ ਬਣਦੇ ਨੇ। ਤਾਂ ਤੁਹਾਨੂੰ ਕੀ ਲੱਗਦਾ ਵੀ ਕਿੱਥੇ ਗੜਬੜ ਰਹਿੰਦੀ ਹੈ ਕਿ ਬਹੁਤ ਸਾਰੇ ਸਾਡੇ ਕੋਲ ਕਰਨੈਲ ਵਿਰਾਗੀ ਵਰਗ ਅਧਿਆਪਕ ਨਹੀਂ ਹੁੰਦੇ, ਬਹੁਤ ਇਹ ਲੱਭਣੇ ਪੈਂਦੇ ਨੇ। ਸੋ ਇਹਦੇ 'ਚ ਤੁਹਾਨੂੰ ਕਿੱਥੇ ਗੜਬੜ ਲੱਗਦੀ ਹੈ ਕਿ ਸਾਡੇ ਅਧਿਆਪਕ ਇਹ ਜਨਰਲ ਫਿਨੋਮੀਨਾ ਨਹੀਂ ਬਣ ਪਾਉਂਦਾ? ਸਰ ਇੱਕ ਤਾਂ ਨਹੀਂ ਕਿ ਮਤਲਬ ਕਿ ਇਸ ਯੁੱਗ ਦੇ ਵਿੱਚ ਇੱਕ ਤਾਂ ਖੜਕੇ ਦੜਕੇ ਦਾ ਜਿਹੜਾ ਯੁੱਗ ਚੱਲ ਪਿਆ ਜੀ, ਖੜਕੇ ਦੜਕੇ ਦੇ ਯੁੱਗ ਦੇ ਵਿੱਚ ਸਾਡੇ ਵਿਦਿਆਰਥੀ, ਸਾਡੇ ਅਧਿਆਪਕ ਵੀ ਖਿੜਕ ਗਏ ਕਿਤੇ ਨਾ ਕਿਤੇ। ਤੁਸੀਂ ਹੈਰਾਨ ਮੰਨੋਗੇ ਕਿ ਕਈ ਵਾਰੀ ਅਧਿਆਪਕਾਂ ਨਾਲ ਜੋ ਗੱਲ ਚੱਲਦੀ ਹੈ, ਉਹ ਅਧਿਆਪਕ ਘੱਟ ਲੱਗਦੇ ਨੇ ਤੇ ਮਾਡਲ ਬਿਲਡਿੰਗ ਵਾਲੀ ਜ਼ਿਆਦਾ ਲੱਗਦੀ ਹੈ, ਸਾਰੇ ਨਹੀਂ ਕਿਤੇ ਨਾ ਕਿਤੇ। ਤੇ ਉਹਨਾਂ ਦਾ ਫੈਸ਼ਨ, ਬੱਚਾ ਤਿਲਕ ਜਾਂਦਾ ਜੀ, ਤੁਸੀਂ ਚੱਕਵੇਂ ਸੂਟ ਪਾ ਕੇ ਆ ਜਾਓ, ਬੱਚਾ ਤੁਹਾਡੇ ਵੱਲ ਝੱਕ ਜਾਵੇਗਾ। ਤੁਸੀਂ ਜੁੱਤੀ ਹੋਰ ਤਰ੍ਹਾਂ ਦੀ ਪਾ ਕੇ, ਕਮੀਜ਼ ਹੋਰ ਤਰ੍ਹਾਂ ਦਾ ਪਾ ਕੇ ਆਓ। ਹੁਣ ਖੁਦ ਆਪਾਂ ਜਦੋਂ ਆਪਾਂ ਕਿਸੇ ਵੱਡੇ ਸ਼ਹਿਰ 'ਚ ਜਾਂਦੇ ਹਾਂ, ਪੰਚਕੂਲੇ ਜਾਂਦੇ ਹਾਂ, ਗੁੜਗਾਉਂ ਜਾਂਦੇ ਹਾਂ, ਦਿੱਲੀ ਜਾਂਦੇ ਹਾਂ, ਤਾਂ ਉੱਥੋਂ ਦੀਆਂ ਕੋਠੀਆਂ ਦੇਖ ਕੇ ਆਪਾਂ 2 ਮਿੰਟ ਕਿਤੇ ਖੜ ਜਾਂਦੇ ਹਾਂ ਵੀ ਬੜੀ ਕੋਠੀ ਪਈ ਹੈ ਜੀ। ਤਾਂ ਸਾਡਾ ਬੱਚਾ ਸਾਡੇ ਉਹ ਅਸੀਂ ਰਹਿੰਦੇ ਕਿੰਨਾ 'ਚ ਹਾਂ, ਕਈ ਵਾਰ ਅਸੀਂ ਸ਼ੋਅ ਇਹ ਕਰ ਰਹੇ ਕਿ ਆਪਦਾ ਪਹਿਰਾਵਾ ਆਪਣੇ ਆਪ ਨੂੰ ਬਾਹਰੋਂ ਪੱਕ ਪੇਸ਼ ਕਰ ਰਹੇ, ਪਰ ਰਹਿੰਦੇ ਅਸੀਂ ਉਹਨਾਂ ਬੱਚਿਆਂ 'ਚ, ਉਹਨਾਂ ਦੇ ਸਾਹਮਣੇ ਖੜੇ ਹੁੰਦੇ ਅਸੀਂ ਕਿ ਜਿਨ੍ਹਾਂ ਕੋਲ ਵਰਦੀ ਵੀ ਅਸੀਂ ਪੱਲੋਂ ਦਿੰਦੇ ਹਾਂ ਤੇ ਜਿਨ੍ਹਾਂ ਕੋਲ ਪੂਰੀ ਸਹੂਲਤਾਂ ਵੀ ਹੈ ਨਹੀਂ। ਦੂਜਾ ਕਿਸੇ ਜਿਹੜਾ ਨਾਨ ਅਟੈਂਡੈਂਟ, ਉਹਨਾਂ ਦਾ ਇੱਕ ਨਾਨ ਅਟੈਂਡੈਂਟ ਨੂੰ ਮੰਨ ਲਓ ਨਾਨ ਅਟੈਂਡੈਂਟ ਦਾ ਇਹ ਸੀਗਾ ਕਿ ਜਦੋਂ ਉਹ ਪਰਦੇ 'ਚ ਰੱਖਦੇ ਹੁੰਦੇ ਸੀ, ਹੁਣ ਉਹ ਮਾਣ ਨਾਲ ਕਹਿੰਦੇ ਕਿ ਮੈਂ ਨਾਨ ਅਟੈਂਡੈਂਟ ਕਰ ਰਿਹਾ ਜੀ, ਬੀਐਡ ਨਾਨ ਅਟੈਂਡੈਂਟ BA ਕਰ ਰਿਹਾ ਜੀ, ਉਹ ਆ ਕੇ ਮਾਣ ਨਾਲ ਸਮਾਜਿਕ ਗੱਲ ਕਹਿੰਦੇ ਨੇਗੇ, ਜਦੋਂ ਕਿ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਨਾਨ ਅਟੈਂਡੈਂਟ ਦਾ ਗੈਰ ਕਾਨੂੰਨੀ ਸਿਸਟਮ ਹੈ। ਉੱਥੇ ਵੀ ਕਾਲਜਾਂ 'ਚ ਵੀ ਇਹੀ ਹਾਲ ਹੈ, ਕਾਲਜਾਂ ਦੇ ਵਿੱਚ ਕਿ ਪੂਰਾ ਸਟਾਫ ਨਹੀਂ, ਪੂਰੀ ਯੋਗਤਾ ਨਹੀਂ ਉਹਨਾਂ ਦੇ ਵਿੱਚ, ਇੱਕ ਨਹੀਂ ਦੇਖਿਆ ਘਟਨ ਦੀ ਇਸ ਤਰ੍ਹਾਂ ਨਾਲ। ਠੀਕ ਹੈ ਤੁਹਾਡੀ ਗੱਲ। ਤੇ ਇੱਕ ਮੈਨੂੰ ਇਹ ਲੱਗਦਾ ਕਿ ਜਿਹੜਾ ਆਮ ਤੌਰ ਤੇ ਮੰਨਿਆ ਜਾਂਦਾ ਨਾ ਕਿ ਅਧਿਆਪਕ ਹੋਣਾ ਇੱਕ ਕਿੱਤਾ, ਜਿਵੇਂ ਬਹੁਤ ਬੰਦਿਆਂ ਲਈ, ਮੈਨੂੰ ਇਹ ਲੱਗਦਾ ਕਿ ਜਿਹੜਾ ਸਾਡਾ ਸਿਸਟਮ ਹੈ ਉਹਦੇ ਵਿੱਚ ਬੇਰੁਜ਼ਗਾਰੀ ਤੇ ਹੈ, ਨੌਕਰੀਆਂ ਦੀ ਘਾਟ ਹੈ, ਤੇ ਬਾਕੀ ਡਿਪਾਰਟਮੈਂਟਸ ਨਾਲੋਂ ਟੀਚਿੰਗ 'ਚ ਵੱਧ ਨੌਕਰੀਆਂ ਨੇ। ਸੋ ਬਹੁਤ ਸਾਰੇ ਅਧਿਆਪਕ ਇਸ ਕਰਕੇ ਇਸ ਕਿੱਤੇ 'ਚ ਆਏ ਹੁੰਦੇ ਨੇ ਕਿਉਂਕਿ ਹੋਰ ਕਿਤੇ ਨੌਕਰੀ ਨਹੀਂ ਹੈ। ਸੋ ਕਿਤੇ ਨਾ ਕਿਤੇ ਜਿਹੜੀ ਇਹ ਪੇਸ਼ੇ ਕਿਤੇ ਦੀ ਚੋਣ ਦੇ ਵਿੱਚ ਵੀ ਪ੍ਰੋਬਲਮ ਆ, ਹੋਰ ਥਾਵਾਂ ਦੇ ਵਿੱਚ ਬੇਰੁਜ਼ਗਾਰੀ ਹੋਣ ਨਾਲ ਵੀ ਇੱਕ ਸਮੱਸਿਆ, ਜਿਹਦੇ ਕਰਕੇ ਉਹ ਵੀ ਬੰਦੇ ਅਧਿਆਪਕ ਬਣ ਜਾਂਦੇ ਨੇ ਜਿਨ੍ਹਾਂ ਦੇ ਉਵੇਂ ਨਜ਼ਰੀਆ ਜਾਂ ਐਟੀਟਿਊਡ ਟੀਚਰ ਵਾਲਾ ਨਹੀਂ ਹੁੰਦਾ। ਉਹਨਾਂ ਦਾ ਐਟੀਟਿਊਡ ਬਿਲਕੁਲ ਉਵੇਂ ਹੀ ਹੁੰਦਾ ਜਿਵੇਂ ਉਹ ਪਟਵਾਰੀ ਲੱਗੇ ਹੁੰਦੇ ਜਾਂ ਕੋਈ ਹੋਰ ਨੌਕਰੀ ਕਰਦੇ ਹੁੰਦੇ। ਤਾਂ ਇਹ ਇੱਕ ਇੰਪੋਰਟੈਂਟ ਗੱਲ ਆ। ਦੂਜਾ ਮੈਨੂੰ ਦੱਸੋ ਕਿ ਜਿਵੇਂ ਤੁਸੀਂ ਪਿੰਡ 'ਚ ਰਹਿ ਰਹੇ ਹੋ ਤੇ ਆਮ ਤੌਰ ਤੇ ਪਰਿਵਾਰ ਜਾਂ ਬੱਚੇ ਚਾਹੁੰਦੇ ਨੇ ਕਿ ਅਸੀਂ ਸ਼ਹਿਰ 'ਚ ਰਹੀਏ, ਤੁਹਾਡੇ ਪਰਿਵਾਰ ਨੇ ਤੁਹਾਨੂੰ ਨਹੀਂ ਕਿਹਾ ਵੀ ਚਲੋ ਸ਼ਹਿਰ ਚੱਲੀਏ? ਨਹੀਂ, ਹੁਣ ਮੈਂ ਅਸਲ ਵਿੱਚ ਸੌਰੀ ਮੈਂ ਜਿਹੜੀ ਗੱਲ ਦੱਸਣਾ ਚਾਹੁੰਦਾ ਸੀਗਾ ਕਿ ਮੈਂ 23 ਸਾਲ ਪਿੰਡ 'ਚ ਰਿਹਾ, 2 ਸਾਲ ਪਟਾਉਣ ਉਸ ਵਾਲੇ, ਤੇ ਹੁਣ ਮੈਂ ਆਪਦੇ ਜੱਦੀ ਪਿੰਡ ਦੇ ਵਿੱਚ ਬੁਢਲਾਡੇ ਦੇ ਵਿੱਚ ਆਪਦਾ ਮਕਾਨ ਪਾ ਲਿਆ, ਇਸ ਟਾਈਮ ਉੱਥੇ ਰਹਿ ਰਿਹਾ ਮੈਂ ਹੁਣ। ਤੇ ਜਿਹੜੀ ਆਪਦੀ ਪੜ੍ਹਾਈ ਸੀ, ਬੱਚਿਆਂ ਦੀ ਪੜ੍ਹਾਈ ਸੀ, ਉਹ ਸਾਰੀ ਕਵਰ ਹੋ ਚੁੱਕੀ ਹੈਗੀ। ਕਿ ਬੱਚੇ ਇਸ ਤਰ੍ਹਾਂ ਦੇ ਕਿ ਚਲੋ ਲੜਕਾ ਸੀ ਉਹ ਬਾਹਰ ਪੜ੍ਹਿਆ ਉਸ ਬੱਚੇ ਨੇ, ਲੜਕੀ +2 ਮੇਰੇ ਨਾਲ ਹੀ ਕੀਤੀ ਉਸਨੇ ਮੇਰੇ ਸਕੂਲ ਦੇ ਵਿੱਚ ਹੀ। ਠੀਕ ਹੈ ਜੀ, +2 ਲੜਕੀ ਮੇਰੇ ਨਾਲ ਹੀ ਮੇਰੇ ਸਕੂਲ ਵਿੱਚ ਸਰਕਾਰੀ ਵਿੱਚ ਉਹਨੇ ਦਾਖਲਾ ਲਈ ਇਸ ਵਾਰੀ। ਤੇ ਜਿਹੜਾ ਜਿਵੇਂ ਇੱਕ ਚੰਗਾ ਅਧਿਆਪਕ ਪੜ੍ਹਾਉਂਦਾ, ਪਰ ਜਿਹੜਾ ਸਿਸਟਮ ਆ, ਸਪੋਜ਼ ਤੁਹਾਡਾ ਡਿਪਾਰਟਮੈਂਟ ਆ, ਸਿੱਖਿਆ ਦਾ ਡਿਪਾਰਟਮੈਂਟ, ਉਹਦੇ ਕੁਛ ਰੂਲ ਫਿਕਸ ਨੇ ਕਿ ਜੇ ਸਟੇਟ ਅਵਾਰਡੀ ਟੀਚਰ ਚੁਣਨਾ ਤਾਂ ਉਹਦੇ ਕੁਛ ਨੰਬਰ ਨੇ, ਜਾਂ ਰਿਜ਼ਲਟਸ ਦਾ ਆਇਆ ਕਿ 100% ਰਿਜ਼ਲਟ ਆ ਗਿਆ। ਜਿਵੇਂ ਇੱਕ ਦੋਸਤ ਅਧਿਆਪਕ ਕਹਿ ਰਹੇ ਸੀਗੇ ਕਿ ਜਿਹੜਾ ਐਵੈਲੂਏਸ਼ਨ ਆ ਅਧਿਆਪਕ ਦੀ, ਉਹਦੇ 'ਚ ਇਹ ਨਹੀਂ ਦੇਖਿਆ ਜਾਂਦਾ ਵੀ ਅਧਿਆਪਕ ਕਿਹੋ ਜਿਹਾ, ਇਹ ਪੜ੍ਹਾਉਂਦਾ ਕਿਵੇਂ ਆ, ਬੱਚਿਆਂ ਦੀ ਗਰੋਥ ਦੇ ਵਿੱਚ ਕਿਵੇਂ
ਯੋਗਦਾਨ ਪਾਉਂਦਾ ਪਿਆ। ਬੱਚੇ ਦੀ ਗਰੋਥ ਦਾ ਮਤਲਬ ਸਿਰਫ ਉਹਦੇ 100% ਪਾਸ ਹੋਣਾ ਤਾਂ ਨਹੀਂ ਨਾ ਹੈ ਵੀ ਜੇ ਕਿਸੇ ਕਲਾਸ ਦੇ ਵਿੱਚੋਂ 100% ਰਿਜ਼ਲਟ ਆ ਤਾਂ ਉਹ ਚੰਗਾ ਅਧਿਆਪਕ ਆ, ਆਮ ਤੌਰ ਤੇ ਮੰਨ ਲਿਆ ਜਾਂਦਾ ਹੈ। ਪਰ ਅਸਲ 'ਚ ਅਧਿਆਪਕ ਤਾਂ ਉਹ ਨਾ ਜਿਹੜਾ ਇੱਕ ਵਿਦਿਆਰਥੀ ਨੂੰ ਪੈਰਾਂ ਸਿਰ ਖੜੇ ਹੋਣ ਜੋਗਾ ਸਵੈ ਵਿਸ਼ਵਾਸ ਪੈਦਾ ਕਰ ਪਾਉਂਦਾ, ਉਹਦੇ ਵਿੱਚ ਸਰਬਪੱਖੀ ਵਿਕਾਸ ਕਰਦਾ। ਸੋ ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਡਿਪਾਰਟਮੈਂਟਲ ਸਿਸਟਮ ਆ ਉਹਦੇ 'ਚ ਕੀ ਸੋਧ ਹੋਣੀ ਚਾਹੀਦੀ ਹੈ ਜਾਂ ਕੀ ਸੰਬੰਧ ਬਣਦਾ? ਸਰ ਤੁਹਾਨੂੰ ਯਾਦ ਹੋਇਆ ਕਿ ਡੀਪੀ ਜਵੰਦਾ ਸਾਹਿਬ ਹੁੰਦੇ ਸੀ, ਤੇ ਮੇਰੇ ਯਾਦ ਹੈ ਕਿ ਸਾਡੇ ਗਵਾਂਢੀ ਪਿੰਡ ਦੇ ਵਿੱਚ ਇੱਕ ਟੀਚਰ ਨੇ ਸਟੇਟ ਅਵਾਰਡ ਵਾਸਤੇ ਅਪਲਾਈ ਕੀਤਾ ਸੀਗਾ। ਉਹ ਸਕੂਲ ਲੱਗਣ ਤੋਂ ਪਹਿਲਾਂ ਆ ਗਏ ਜੀ, ਘੰਟਾ ਆ ਕੇ ਉਹਨਾਂ ਨੇ ਕੀ ਕੀਤਾ, ਸਾਰੇ ਪਿੰਡ ਦੇ ਵਿੱਚ ਗਏ, ਪਿੰਡ ਦੀ ਪਬਲਿਕਾਂ ਜਿੱਥੇ 4 ਬੰਦੇ ਬੈਠੇ ਗੱਲ ਕੀਤੀ, ਗੁਰੂ ਘਰ ਦੇ ਵਿੱਚ ਬੈਠੇ ਉੱਥੇ ਬੰਦੇ ਸੀ, ਉਹਨਾਂ ਗੱਲ ਕੀਤੀ, ਮੁੱਚੇ ਪਿੰਡ ਨਾਲ ਗੱਲ ਕਰਨ ਤੋਂ ਬਾਅਦ ਫਿਰ ਉਹ ਲਾ ਕੇ 2 ਘੰਟੇ ਜੀ ਫਿਰ ਸਕੂਲ 'ਚ ਆਏ। ਜੋ ਉਹਨਾਂ ਨੇ ਪਿੰਡ ਦੇ ਵਿੱਚੋਂ ਜੋ ਕੁਝ ਜਾ ਕੇ ਸਾਂਝਾ ਕੀਤਾ ਸੀ, ਉਹ ਜਾ ਕੇ ਦੱਸਿਆ ਕਿ ਪਬਲਿਕ ਤੇਰੇ ਵਾਸਤੇ ਬਾਰੇ ਆਹ ਸੋਚ ਰਹੀ ਹੈ। ਉਸ ਤੋਂ ਅਗਲੀ ਗੱਲ ਉਹਨੇ ਕੀਤੀ, ਉਹ ਵਾਪਸ ਚਲੇ ਗਏ। ਤਾਂ ਕਿਸੇ ਸਮੇਂ ਟੀਚਰ ਅਵਾਰਡ ਆ ਇਹ ਸੀ ਕਿ ਟੀਚਰ ਦਾ ਇੱਕ ਨਹੀਂ ਅਨੇਕਾਂ ਪੱਖ, ਉਹਦੀ 5 ਸਾਲਾਂ ਦੀ ਹੁੰਦੀ ਅਸਲ ਦੇ ਵਿੱਚ ਉਹਦੀ। ਠੀਕ ਹੈ ਕਿ ਹੁਣ ਸਮਾਂ ਘਟਾਈ ਜਾਂਦੇ ਨੇ, ਪਹਿਲਾਂ 8 ਸਾਲ ਸੀ, ਫਿਰ ਸਾਲਾਂ ਨੂੰ ਸਰਵਿਸ ਦੇ ਸਾਲ ਹੀ ਘਟਾਈ ਜਾਂਦੇ। ਕਈ ਵਾਰ ਤਾਂ ਦੇਖ ਕੇ ਟਿੱਕਾ ਲਾਉਣ ਵਾਲੀ ਵੀ ਪ੍ਰਵਿਰਤੀ ਹੈ ਕਿ ਜਿੱਥੇ 7 ਸਟੇਟ ਅਵਾਰਡ ਮਿਲਦੇ ਸੀਗੇ, 40 ਨੂੰ ਸਟੇਟ ਅਵਾਰਡ ਦੇ ਦਿਓ ਜੀ, 40-50 ਨੂੰ ਪ੍ਰਸ਼ੰਸਾ ਪੱਤਰ ਦੇ ਦਿਓ ਜੀ, ਹੁਣ ਇਹ ਵੀ ਚੱਲ ਰਿਹਾ। ਤੇ ਕਿੰਨੇ ਹਾਂ ਇਹਦਾ ਪ੍ਰਸ਼ੰਸਾ ਪੱਤਰ ਦੇਣ ਨਾਲ ਮੈਨੂੰ ਇਹ ਲੱਗਦਾ ਕਿ ਬੜੀ ਇਹ ਖੁਸ਼ ਕਿੰਨੇ ਕੁ ਨੂੰ ਕੀਤਾ ਜਾ ਸਕਦਾ ਹੈ, ਖੁਸ਼ ਕਿੰਨਾ ਕੁ ਕੀਤਾ ਜਾਂਦਾ ਕਿ ਨੇੜੇ ਕਿੰਨੇ ਕੁ ਨੂੰ ਲਾਇਆ ਜਾ ਸਕਦਾ, ਕਿਤੇ ਨਾ ਕਿਤੇ ਇਹ ਪ੍ਰਵਿਰਤੀ ਜ਼ਿਆਦਾ ਚੱਲ ਰਹੀ ਹੈ। ਉਹਦਾ ਮਾਣ ਸਨਮਾਨ ਵਾਲਾ ਉਹ ਹੈ। ਠੀਕ ਹੈ ਕਿ ਮੈਨੂੰ ਮਿਲਿਆ ਹੋਇਆ 2008 ਦੇ ਵਿੱਚ ਸਟੇਟ ਅਵਾਰਡ, ਤੇ 8 ਤੇ 20 ਵਾਲੇ ਸਟੇਟ ਅਵਾਰਡ ਦੇ ਵਿੱਚ ਮਤਲਬ ਟੀਚਰ ਲਾਈਨ ਨਾਲ ਕਿਤੇ ਤੁਸੀਂ ਗੱਲ ਕਰਕੇ ਦੇਖ ਲਓ, ਉਹ ਆਪੇ ਵਿਚਾਰ ਆ ਜਾਣਗੇ। ਇਹ ਜਿਹੜਾ ਤੁਹਾਡਾ ਸਵਾਲ ਸੀ ਵੀ ਉਹਨਾਂ ਵਿਚਾਰਾਂ ਨੂੰ ਇੱਕ ਆਇਆ ਹੋਵੇਗਾ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ ਉਹਦੇ 'ਚ ਕੀ ਕੀ ਬਦਲਣ ਦੀ ਲੋੜ ਆ? ਤੇ ਕਿ ਮੈਂ ਇਹਦੇ 'ਚ ਚਾਹੁੰਦਾ ਕਿ ਕਿਉਂਕਿ ਆਪਣੇ ਕੋਲ ਘੰਟੇ ਦੇ ਨੇੜੇ ਤੇੜੇ ਹੋ ਰਿਹਾ ਤਾਂ ਆਪਾਂ ਇਹਨੂੰ ਸੰਖੇਪ 'ਚ ਪੂਰਾ ਵੀ ਕਰ ਦਈਏ ਕਿ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਪਹਿਲਾਂ ਤੁਸੀਂ ਇਸ ਸਵਾਲ ਦਾ ਜਵਾਬ ਦੇ ਦਿਓ ਕਿ ਜਿਵੇਂ ਇਹ ਡਿਬੇਟ ਚੱਲਦੀ ਹੈ ਕਿ ਬੱਚਿਆਂ ਨੂੰ ਪਹਿਲੀ ਤੋਂ ਅੰਗਰੇਜ਼ੀ ਪੜ੍ਹਾਉਣੀ ਚਾਹੀਦੀ ਹੈ, ਦੂਜੇ ਪਾਸੇ ਵੱਡੀ ਗਿਣਤੀ ਸਿੱਖਿਆ ਸ਼ਾਸਤਰੀ ਇਹ ਮੰਨਦੇ ਨੇ ਕਿ ਜਿਹੜੀ ਪੜ੍ਹਾਈ ਦੀ ਸ਼ੁਰੂਆਤ ਆ ਉਹ ਮਦਰ ਟੰਗ 'ਚ ਹੋਣੀ ਚਾਹੀਦੀ ਹੈ। ਤਾਂ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਕਿ ਜਿਹੜਾ ਮਦਰ ਲੈਂਗੁਏਜ ਦਾ ਤੇ ਨਹੀਂ, ਮੈਂ ਬਿਲਕੁਲ ਅੰਗਰੇਜ਼ੀ ਦੇ ਪੱਖ 'ਚ ਨਹੀਂ ਹਾਂ। ਤਾਂ ਦੂਜੀ ਜਿਹੜੀ ਇੰਗਲਿਸ਼ ਹੈਗੀ ਤਾਂ ਬਿਲਕੁਲ ਸੀਮਿਤ ਲੱਗਣੀ ਚਾਹੀਦੀ ਹੈ ਕਿ ਸਿਰਫ ਇਹੀ ਰੱਟਾ ਲਾਈ ਜਾਣਾ ਕਿ ਇੰਗਲਿਸ਼ ਹੀ ਵਿਕਾਸ ਕਰਾਉਂਦੀ ਹੈ। ਚੀਨ ਦੀ ਹੈ ਹੀ ਨਹੀਂ ਇੰਗਲਿਸ਼, ਜਰਮਨੀ 'ਚ ਨਹੀਂ ਹੈ, ਜਾਪਾਨ 'ਚ ਨਹੀਂ ਹੈ, ਰਸ਼ੀਆ 'ਚ ਨਹੀਂ ਹੈ। ਇਹ ਸੰਸਾਰ ਦੇ ਤੁਸੀਂ ਟੋਟਲ ਜੋ ਅੰਕੜਾ ਇਕੱਠਾ ਕਰਕੇ ਦੇਖੋਗੇ ਕਿ ਇੰਗਲਿਸ਼ ਹੈ ਕਿੰਨੀ ਕੁ। ਅੱਜ ਇੰਗਲਿਸ਼ ਇਹ ਫਨੋਮਨਾ ਬਣਾਤਾ ਕਿ ਇੰਗਲਿਸ਼ ਹੀ ਵਿਕਾਸ ਕਰਾਉਂਦੀ ਹੈ, ਇੰਗਲਿਸ਼ ਵਿਕਾਸ ਨਹੀਂ ਕਰਾਉਂਦੀ। ਇੰਗਲਿਸ਼ ਇੱਕ ਤਾਂ ਆਪ ਦੂਜੀ ਭਾਸ਼ਾਵਾਂ ਦਾ ਭਾਸ਼ਾ ਹੀ ਹੈ ਕਿਸ ਤਰ੍ਹਾਂ ਇਹ ਦੂਜੇ ਦੇਸ਼ ਆਪਦੀ ਮਾਤ ਭਾਸ਼ਾ 'ਚ ਵਿਕਾਸ ਕਰ ਸਕਦੇ ਨੇ, ਤਾਂ ਅਸੀਂ ਕਿਵੇਂ ਕਰ ਸਕਦੇ। ਮਾਤ ਭਾਸ਼ਾ ਦੇ ਵਿੱਚ ਮੈਂ ਇੰਗਲਿਸ਼ ਲੱਗਦੀ ਹਾਂ ਆ ਕੇ 6ਵੀਂ ਮਾਤ ਉਸ ਤਰ੍ਹਾਂ ਲੱਗਣੀ ਚਾਹੀਦੀ ਹੈ। ਬੱਚੇ ਇਹ ਵੀ ਗਲਤ ਚੱਲ ਰਿਹਾ ਕਿ ਬੱਚੇ ਨੂੰ 3 ਸਾਲਾਂ ਦੀ ਉਮਰ 'ਚ ਦਾਖਲ ਕਰ ਦਿਓ, 4 'ਚ ਕਰਾ ਦਿਓ, ਜੋ ਬਣਦੀ ਉਹਦੀ 6 ਤੋਂ 7 ਸਾਲ ਵਾਲੀ। ਠੀਕ ਹੈ, 6-7 ਸਾਲ ਵਾਲੇ ਬੱਚੇ ਨੇ ਜਿਹੜੇ ਆਸ਼ੀ ਵੀ 7 ਸਾਲ ਵਾਲੇ ਸੀ, ਜੋ ਅਸੀਂ PhD ਕਰ ਸਕਦੇ 7 ਸਾਲਾਂ ਵਾਲੇ 6ਵੀਂ ਦੀ ਜਾ ਕੇ ABC ਅੱਧਾ ਸਾਲ ਲੰਘ ਸੀ ਮਸਾਂ ABC ਫਿਰ ਪੂਰੀ ਹੋਈ ਸੀ, ਆਉਂਦੀ ਨਹੀਂ ਸੀਗੀ। ਤਾਂ ਅਸੀਂ ਵੀ ਉਹਨਾਂ ਸਕੂਲਾਂ 'ਚ ਦੇਣਾ ਕਿ ਜਿਹੜੇ 7 ਸਾਲਾਂ 'ਚ ਲਾਏ ਇੰਗਲਿਸ਼ ਅੱਗੇ ਸਿੱਖੀ। ਕਿੰਨੇ ਨੇ ਦੇਖਿਆ ਜਿੰਨੇ ਅੱਜ ਕਾਲਜਾਂ 'ਚ ਪ੍ਰੋਫੈਸਰ ਬੈਠੇ ਨੇ ਅਫਸਰ ਚਾਹੀਏ ਸਾਰੀ ਇਹ ਸਰਕਾਰੀ ਸਕੂਲਾਂ ਦੀ ਦੇਣ ਤੇ ਉੱਥੋਂ ਆਏ ਜਿਹਨਾਂ ਨੇ 6ਵੀਂ ਤੋਂ ਬਾਅਦ ਜਿਹੜੇ ਸਟਾਰਟ ਕੀਤੀ 6ਵੀਂ 'ਚ। ਜੋ ਪਿਛਲਾ ਇਤਿਹਾਸ ਇਸ ਤਰ੍ਹਾਂ ਚੱਲ ਸਕਦਾ ਹੈ। ਸਾਡੇ ਕੋਲ ਬੈਠੇ ਨਹੀਂ ਤਾਂ ਬੰਦੇ ਇਹ ਤਾਂ ਗਏ ਨਹੀਂ ਇਸ ਤੋਂ ਪੰਜਾਬ 'ਚ ਤਾਂ ਭਾਰਤ 'ਚੋਂ ਦੱਖਣ ਭਾਰਤ। ਤੁਹਾਨੂੰ ਕੀ ਲੱਗਦਾ ਕਿ ਜੇ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਦੇ 'ਚ ਕਿਹੜੀਆਂ ਬੁਨਿਆਦੀ ਤਬਦੀਲੀਆਂ ਦੀ ਲੋੜ ਆ ਜਿਹੜੀਆਂ ਟੀਚਰ ਨੂੰ ਸਮੱਸਿਆਵਾਂ ਬਣਦੀਆਂ ਨੇ ਜਿਹੜੀਆਂ? ਇੱਕ ਤਾਂ ਕਿ ਜਿਹੜੀ ਇੱਕ ਡੈਮੋਕ੍ਰੇਸੀ ਉਹ ਨਹੀਂ ਹੈ ਕਿ ਟੀਚਰ ਕਿਵੇਂ ਮਰਜ਼ੀ ਉਦੋਂ ਬਿਹੇਵ ਕਿ ਟੀਚਰ ਅੱਜ ਡਰ ਦੀ ਸਥਿਤੀ ਦੇ ਵਿੱਚ ਮਾਨਸਿਕ ਤੌਰ ਤੇ ਆਪਦਾ ਜੀਵਨ ਬਤੀਤ ਕਰ ਰਿਹਾ, ਕੰਮ ਕਰ ਰਿਹਾ, ਡਰ ਦੀ ਭਾਵਨਾ ਨਾਲ ਕਰ ਰਿਹਾ। ਬਹੁਤ ਘੱਟ ਨੇ ਕਿ ਤੁਸੀਂ ਅੱਜ ਕਹਿ ਦਿਓ ਇਸ ਤਰ੍ਹਾਂ ਕਿਵੇਂ ਕਰ ਲਓ ਪਿਛੜ। ਇੱਕ ਤਾਂ ਡੈਮੋਕ੍ਰੇਸੀ ਨੇ ਉਸ ਵਾਸਤੇ
ਪਾਵਰਾਂ ਦਾ ਕੇਂਦਰੀਕਰਨ ਦੀ ਥਾਂ ਤੇ ਕੇਂਦਰੀਕਰਨ ਜ਼ਿਆਦਾ ਹੋ ਰਿਹਾ। ਪਾਵਰਾਂ ਜਿੱਥੇ ਬੀਪੀ ਨੂੰ ਚਾਹੀਦੀਆਂ ਸੀ, ਹੈਡਮਾਸਟਰ ਨੂੰ ਚਾਹੀਦੀਆਂ ਸੀ, ਡੀਓ ਚਾਹੀਦੀਆਂ ਸੀ, ਉਹ ਪਾਵਰਾਂ ਦਾ ਕੇਂਦਰੀਕਰਨ ਜ਼ਿਆਦਾ ਹੋ ਰਿਹਾ, ਜਿਸ ਕਰਕੇ ਇੱਕ ਪੱਖ ਤੇ ਇਹ ਹੈ। ਦੂਜਾ ਇਹ ਕਿ ਇੱਕ ਐਜੂਕੇਸ਼ਨ ਸਿਸਟਮ ਵਿੱਚ ਕਿ ਪਲਾਨ ਹੈ ਕਿ ਇਹਨੂੰ ਵਿਭਾਗ ਨੂੰ, ਇਸ ਅਧਿਆਪਕ ਵਰਗ ਨੂੰ ਬਨਾਮ ਇਸ ਥਾਂ ਤੇ ਲੈ ਜਾਓ ਕਿ ਇਹਨਾਂ ਤਾਂ ਇਹੀ ਚੰਗੇ ਨੇ ਜੀ, ਇਹਨਾਂ ਨੂੰ ਪਹਿਲਾਂ ਵਾਲੀ ਸਿੱਖਿਆ ਚੰਗੀ ਸੀ ਜੀ, ਪ੍ਰਾਈਵੇਟ ਚੰਗੇ ਨੇ ਜੀ, ਠੀਕ ਹੈ ਜੀ। ਇੱਕ ਸਿਲੇਬਸ ਦੇ ਵਿੱਚ ਜਿਹੜਾ ਹੈਗਾ ਕਿ ਉਹ ਜ਼ਰੂਰਤ ਹੈ ਕਿ ਉਹਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ, ਕਿ ਜਿਹੜਾ ਉਸ ਤਰ੍ਹਾਂ ਦਾ ਸਿਲੇਬਸ ਹੈ ਕਿ ਜਿਹੜਾ ਸਾਰੀ ਉਮਰ ਬੱਚੇ ਦੇ ਕੰਮ ਨਹੀਂ ਹੁੰਦਾ। ਇੱਕ ਬੜਾ ਦਿਲਚਸਪ ਨੁਕਤਾ ਡਾਕਟਰ ਸੁਰਜੀਤ ਹੁਰਾਣੇ ਦੇ ਵਿੱਚ ਸ਼ੇਅਰ ਕੀਤਾ ਸਾਡੇ ਅਧਿਆਪਕ ਨੇ, ਤੇ ਉਹਨਾਂ ਨੇ ਕਿਹਾ ਕਿ ਜਿਵੇਂ ਪਿਛਲੀ ਟਾਕ ਦੇ ਵਿੱਚ ਵੀ ਸੀ, ਸੁਰਜੀਤ ਹੁਰਾਣੇ ਸਾਂਝਾ ਕੀਤਾ ਕਿ ਜਦੋਂ ਉਹ ਪ੍ਰਿੰਸੀਪਲ ਸੀਗੇ ਤੇ ਉਹਨਾਂ ਕਿਉਂਕਿ ਉਹਨਾਂ ਕੋਲ ਚੇਅਰ ਸੀ ਤੇ ਉਹਨਾਂ ਨੇ ਸਕੂਲ 'ਚ ਬਹੁਤ ਵਧੀਆ ਕੰਮ ਕਰ ਸਕੀ। ਇਹੀ ਉਦਾਹਰਨ ਤੁਹਾਡੇ ਤੇ ਵੀ ਲਾਗੂ ਹੁੰਦੀ ਕਿ ਤੁਸੀਂ ਸਕੂਲ ਨੂੰ ਚੇਅਰ ਵੀ ਕਰ ਰਹੇ ਹੋ ਤੇ ਬਹੁਤ ਕੰਮ ਕਰਦੇ ਆ, ਤੇ ਉਹਦੇ ਮੁਕਾਬਲੇ ਜਿੱਥੇ ਪ੍ਰਿੰਸੀਪਲ ਨੇ ਉੱਥੇ ਮੈਨੂੰ ਨਹੀਂ ਪਤਾ ਕਿ ਚੰਗਾ ਕੰਮ ਹੁੰਦਾ ਜਾਂ ਉਹਦੇ 'ਚ ਕੀ ਕੋਈ ਦਿੱਕਤਾਂ ਆਉਂਦੀਆਂ ਨੇ, ਕੀ ਇਹਦੇ ਨਾਲ ਕੋਈ ਫਰਕ ਪੈਂਦਾ? ਨਹੀਂ, ਇਹ ਤਾਂ ਕੁਦਰਤੀ ਹੈ ਕਿ ਜਦੋਂ ਤੁਹਾਡੇ ਕੋਲੇ ਜ਼ਿਆਦਾ ਅਧਿਕਾਰ ਨੇ ਜੀ, ਤੁਸੀਂ ਫੈਸਲੇ ਲੈਣ ਦੀ ਸਮਰੱਥਾ ਦੇ ਵਿੱਚੋਂ, ਤਾਂ ਤੁਸੀਂ ਵਿਕਾਸ ਵੱਧ ਕਰਾ ਸਕਦੇ ਹੋ। 16 ਤੋਂ ਬਾਅਦ ਮੇਰੇ ਤੇ ਪ੍ਰਿੰਸੀਪਲ ਹੋਰ ਨੇ, 16 ਤੋਂ ਬਾਅਦ ਮੇਰੇ ਕੋਲ ਪਾਵਰ ਨਹੀਂ ਹੈ, ਮੈਂ ਲੈਕਚਰਰ ਹਾਂ ਤੇ ਕੰਮ ਕਰ ਰਿਹਾ, ਪਰੰਤੂ ਇਹਦਾ ਹੱਥ ਹੀ ਨਹੀਂ ਕਿ ਪਿੱਛੇ ਹਟ ਗਏ। ਤਾਂ ਉਸ ਤੋਂ ਬਾਅਦ ਵੀ ਲਗਾਤਾਰ ਉਦੋਂ ਵੱਧ ਸਮਾਂ ਕੰਮ, ਹੁਣ ਵੀ ਉਸ ਤੋਂ ਬਾਅਦ ਜਿਹੜਾ ਕੰਮ ਲਗਾਤਾਰ ਕਰਦੇ ਹਾਂ। ਕਰੋਨਾ ਦੌਰਾਨ ਸਕੂਲ ਦੀ ਜਿਹੜੀ ਸਫਾਈ ਹੈ ਸਾਰੀ, ਉਹ ਵਿਦਿਆਰਥੀ ਸਦਕੇ ਆਪਦੀ ਕਿ ਆਓ ਤੁਸੀਂ ਚਾਰ ਆਓ ਤੁਸੀਂ, ਮੈਂ ਉਹਨਾਂ ਨਾਲ ਲਾ ਕੇ ਆਪਾਂ ਕੰਮ ਕਰਦੇ ਹਾਂ। ਤਾਂ ਕਹਿਣ ਦਾ ਇਹ ਨਹੀਂ ਹੈ ਕਿ ਪ੍ਰਿੰਸੀਪਲ ਦੀ ਹਾਜ਼ਰੀ 'ਚ ਜਾਂ ਪ੍ਰਿੰਸੀਪਲ ਉੱਤੇ ਫੇਰ ਕੰਮ ਨਹੀਂ ਕਰਨਾ, ਤਾਂ ਉਹਦੀ ਗੈਰ ਹਾਜ਼ਰੀ 'ਚ ਵੀ ਕੰਮ ਦਾ ਕਰਨਾ ਬਣਦਾ ਹੀ ਹੈ ਨਾ। ਫੇਰ ਹੀ ਅਸਲ ਵਿੱਚ ਨਹੀਂ ਤਾਂ ਹੁੰਦਾ ਕਿ ਅਸਲ ਵਿੱਚ ਕਿ ਜਦੋਂ ਮੈਂ ਪ੍ਰਿੰਸੀਪਲ ਤੋਂ ਕੰਮ ਕਰ ਲਿਆ, ਜਦੋਂ ਮੈਂ ਥੱਲੇ ਕਿਸੇ ਦੇ ਕੰਮ ਕਰਨਾ ਪੈ ਗਿਆ, ਉਦੋਂ ਕੋਈ ਸੁਰ ਹੋਊਗਾ। ਤਾਂ ਅਸਲ ਵਿੱਚ ਇਹ ਹੈ ਕਿ ਫੇਰ ਹੀ ਸਮਰਪਿਤ ਤੁਹਾਡੀ ਭਾਵਨਾ ਕਿ ਕਿਸੇ ਦੇ ਥੱਲੇ ਕੰਮ ਕਰਨਾ ਵੀ ਸਿੱਖਣਾ ਚਾਹੀਦਾ ਹੈ ਤੇ ਉੱਪਰ ਵੀ ਕਰਾਉਣਾ ਵੀ ਚਾਹੀਦਾ ਇਸ ਤਰ੍ਹਾਂ ਨਾਲ। ਤੇ ਆਪਾਂ ਆਪਣੇ ਦੇ ਲੈਕਚਰ ਦੇ ਜਾਂ ਅੰਤ ਵੱਲ ਵੱਧਦੇ ਪਏ ਹਾਂ। ਇੱਕ ਜਿਹੜਾ ਸਵਾਲ ਇਹ ਹੈ ਕਿ ਜਿਵੇਂ ਇਸ ਵੇਲੇ ਕਰੋਨਾ ਵਾਇਰਸ ਵਾਲੀ ਸਾਰੀ ਪੈਂਡੈਮਿਕ ਚੱਲ ਰਹੀ ਹੈ ਤੇ ਉਹਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੋਇਆ, ਤੇ ਉਹਦੇ 'ਚ ਆਨਲਾਈਨ ਟੀਚਿੰਗ ਵੀ ਸ਼ੁਰੂ ਹੋ ਰਹੀ ਹੈ। ਜਿਹੜਾ ਹੁਣ ਆਨਲਾਈਨ ਟੀਚਿੰਗ ਵਾਲਾ ਮਸਲਾ ਹੈ, ਇਹ ਬੜਾ ਸ਼ਹਿਰੀ ਕਿਸਮ ਦਾ, ਤੇ ਜਿਹਦੇ 'ਚ ਬਹੁਤ ਇੰਟਰਨੈਟ ਵੀ ਆ ਤੇ ਬੱਚੇ ਸਾਰਾ ਕੁਛ ਅਫੋਰਡ ਕਰਦੇ ਨੇ, ਇਹ ਉਸ ਪ੍ਰਬੰਧ ਦੀ ਕਲਪਨਾ। ਤੇ ਜਦੋਂ ਤੁਸੀਂ ਇੱਕ ਪਿੰਡ ਦੇ ਵਿੱਚ ਮਾਨਸਾ ਜ਼ਿਲ੍ਹੇ 'ਚ ਪੜ੍ਹਾਉਂਦੇ ਆ, ਤੇ ਤੁਸੀਂ ਆਨਲਾਈਨ ਟੀਚਿੰਗ ਨੂੰ ਕਿਵੇਂ ਦੇਖਦੇ ਆ ਜਿਹੜੀ ਇਸ ਸਮੇਂ ਦੇ ਵਿੱਚ ਹੋ ਰਹੀ ਹੈ? ਕੀ ਪ੍ਰਭਾਵਸ਼ਾਲੀ ਹੈ ਜਾਂ ਇਹਦੇ 'ਚ ਕੀ ਪ੍ਰੋਬਲਮਸ ਨੇ? ਕਿਉਂਕਿ ਮੈਂ ਤਾਂ ਪੁੱਛਿਆ ਕਿ ਸਾਡੇ ਕੋਲ ਬਹੁਤ ਸਾਰੀਆਂ ਏਦਾਂ ਦੀਆਂ ਖਬਰਾਂ ਵੀ ਆਈਆਂ ਕਿ ਕਿਸੇ ਨੇ ਆਪਣੀ ਮੱਝ ਵੇਚਣੀ ਪਈ ਕਿ ਉਹ ਬੱਚੇ ਨੂੰ ਮੋਬਾਈਲ ਲੈ ਕੇ ਦੇ ਸਕੇ, ਜਾਂ ਬੱਚੇ ਇਸ ਗੱਲ ਦੇ ਪ੍ਰੈਸ਼ਰ 'ਚ ਆ ਕੇ ਕਿ ਉਹਨਾਂ ਘਰ ਫੋਨ ਨਹੀਂ ਹੈਗਾ। ਸੋ ਇਹ ਕਿਹੋ ਜਿਹਾ ਤਜਰਬਾ ਪਿੰਡ ਦੇ ਪੱਧਰ ਤੇ? ਸਰ ਮੈਂ ਇੱਕ ਦੱਸਦਾ ਕਿ ਬੁਢਲਾਡੇ ਮੰਡੀ ਦੇ ਵਿੱਚ ਮੈਂ 7-8 ਦੁਕਾਨਾਂ ਦੇ ਉੱਤੇ ਗਿਆ, ਉੱਥੇ ਜਾ ਕੇ ਮੈਂ ਪਤਾ ਕੀਤਾ ਕਿ ਤੁਹਾਡੇ ਕੋਲ ਕੋਈ ਸੈਕਿੰਡ ਹੈਂਡ ਮੋਬਾਈਲ ਪਿਆ, ਤਾਂ ਉਹ ਕਹਿੰਦੇ ਕੋਈ ਨਹੀਂ ਜੀ। ਕੋਈ ਤਾਂ ਕਰਨੇ ਕਿ ਕਹਿੰਦੇ ਮਾਪੇ ਸਾਰੇ ਖਰੀਦ ਕੇ ਜਿਹੇ ਜਿਹਾ ਸੀ, ਜੇ ਕੁਛ ਚੱਕ ਲੈ ਕੇ ਸਾਹਮਣੇ। ਪਰ ਜਦੋਂ ਮਾਪਿਆਂ ਨਾਲ ਦੀ ਉਹਨੀ ਗੱਲ, ਮਾਪਿਆਂ ਨਾਲ ਗੱਲ ਚੱਲਦੀ ਹੈ, ਬਿਲਕੁਲ ਤੁਹਾਡੀ ਗੱਲ ਇਹ ਬਿਲਕੁਲ ਸਹਿਮਤ ਹਾਂ ਮੈਂ ਕਿ ਉਹ ਕਹਿੰਦੇ ਨੇ ਕਿ ਆਹ ਕਰਕੇ ਜੀ ਆਹ ਬਣਨਾ ਵੱਟ ਕੇ ਇੱਥੋਂ ਦਿੱਤਾ ਜੀ ਇਹਨਾਂ ਨੂੰ। ਤੇ ਦੂਜਾ ਆਨਲਾਈਨ ਸਿਸਟਮ ਨਾਲ ਸਫਲ ਨਹੀਂ ਹੈ। ਹੁਣ ਅਸੀਂ ਪੇਪਰ ਪਾਤਾ ਜੀ ਉਹਨਾਂ ਨੂੰ, ਕੁਐਸਚਨ ਪੇਪਰ ਪਾਤਾ ਕਿ ਤੁਸੀਂ ਆਹ 20 ਨੰਬਰਾਂ ਦਾ ਪੇਪਰ ਪਾਤਾ, ਤੁਸੀਂ ਕਰ ਲਓ। 48 ਘੰਟੇ ਦੇ ਵਿੱਚ ਸਾਨੂੰ ਲਿਖ ਕੇ ਇਹ ਕਾਪੀ ਵਾਪਸ ਕਰ ਦਿਓ। ਤਾਂ ਬੱਚਾ ਕਿੱਥੋਂ ਲਿਖਦਾ, ਕਿਵੇਂ ਲਿਖਦਾ, ਕਿਸ ਤੋਂ ਕਰਾਉਂਦਾ ਹੈ, ਸਾਨੂੰ ਸਭ ਪ੍ਰਵਾਹ ਹੈ। ਤਾਂ ਇਸ ਦੇ ਨਾਲ ਠੀਕ ਹੈ ਕਿ ਥੋੜ੍ਹੇ ਘਣੇ ਅਸੀਂ ਉਹਨਾਂ ਨੂੰ ਥੋੜ੍ਹਾ ਘਣਾ ਤਾਂ ਜੋੜ ਹੀ ਰੱਖਾਂਗੇ ਮਾੜਾ ਮੋਟਾ ਇਸ ਤਰ੍ਹਾਂ, ਪਰੰਤੂ ਆਨਲਾਈਨ ਸਿਸਟਮ ਨਹੀਂ ਹੈ ਮੋਬਾਈਲ ਦੇ ਸੰਕਟ ਖੜੇ ਹੋਣਗੇ ਜ਼ਿਆਦਾ ਹੋਰ ਬੱਚਿਆਂ ਦੇ। ਬੱਚੇ ਕਿਤੇ ਕਿਤੇ ਤਿਲਕ ਕਰ ਜਾਂਦੇ ਨੇਗੇ ਇਸ ਤਰ੍ਹਾਂ ਨਾਲ। ਆਈ ਸਾਡੇ ਕੋਲ ਇਸ ਤਰ੍ਹਾਂ ਨਾਲ ਕਿ ਉਹਦੇ ਵਿੱਚੋਂ ਲੜਕੇ ਨੇ ਲੜਕੀ ਦਾ ਨੰਬਰ ਟ੍ਰੇਸ ਆਊਟ ਕਰ ਲਿਆ ਉੱਥੋਂ, ਬਾਕੀ ਘਰਾਂ 'ਚ ਗੱਲਾਂ ਗਈਆਂ ਹੋਰ ਗਈਆਂ, ਲੜਾਈ ਝਗੜੇ ਤੱਕ ਪਹੁੰਚੀ ਗੱਲ। ਤਾਂ ਜਿਹੜਾ ਆਨਲਾਈਨ ਹੈ ਠੀਕ ਹੈ ਕਿ ਸਾਨੂੰ ਕਿੱਥੇ ਲਾਉਣਾ ਹੈ, ਬੱਚਿਆਂ ਨੂੰ ਥੋੜ੍ਹਾ ਘਣਾ ਅਸੀਂ ਨਾਲ ਜੋੜਨਾ ਇਸ ਤਰ੍ਹਾਂ ਨਾਲ।
ਪਰੰਤੂ ਜੇ ਅਸੀਂ ਕਹੀਏ ਕਿ ਸਕੂਲੀ ਸਿੱਖਿਆ ਦਾ ਕਲਾਸਰੂਮ ਦਾ ਕੋਈ ਬਦਲ ਨਹੀਂ ਹੈ ਅੱਜ ਪ੍ਰਬੰਧ ਬਦਲ ਨਹੀਂ ਹੈ। ਕੋਈ ਹੋਰ ਗੱਲ ਜਿਹੜੀ ਲੱਗਦਾ ਤੁਹਾਨੂੰ ਕਿ ਕਰਨ ਵਾਲੀ ਸੀ ਰਹਿ ਗਈ ਹੋਵੇ, ਜਾਂ ਤੁਸੀਂ ਆਪਣੇ ਅਧਿਆਪਨ ਦੀ ਕੋਈ ਖੂਬਸੂਰਤ ਯਾਦ ਸੁਣਾਉਣੀ ਚਾਹੋ ਬੱਚਿਆਂ ਨਾਲ ਆਪਣੀ? ਬੱਚਿਆਂ ਠੀਕ ਕੋਈ ਕਹਿੰਦਾ ਠੀਕ ਹੈ ਜੀ, ਵਧੀਆ ਨੇ ਬੱਚੇ ਕਰਨਾ। ਮੈਂ ਕਮੈਂਟਸ ਵੀ ਦੇਖ ਰਿਹਾ ਸੀ ਸਾਰੇ ਦੋਸਤਾਂ ਦੇ, ਮੈਨੂੰ ਲੱਗਦਾ ਹੋਰ ਕੋਈ ਸਵਾਲ ਨਹੀਂ ਆਇਆ ਤੇ ਆਪਾਂ ਇਸ ਗੱਲਬਾਤ ਨੂੰ ਇੱਥੇ ਵਿਰਾਮ ਦਿੰਦੇ ਹਾਂ। ਸੋ ਮੈਂ ਸਾਰੇ ਦੋਸਤਾਂ ਵੱਲੋਂ ਜਿਹੜੇ ਇਸ ਸੈਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ, ਬੀਇੰਗ ਅ ਟੀਚਰ ਗਰੁੱਪ ਦੇ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੇ ਅਸੀਂ ਤੁਹਾਨੂੰ ਬਹੁਤ ਸਤਿਕਾਰ ਦਿੰਦੇ ਹਾਂ ਕਿ ਤੁਸੀਂ ਇੰਨੇ ਸਿਰੜ ਨਾਲ ਇੰਨੀ ਇੱਕਮਿਕ ਹੋ ਕੇ ਆਪਣੇ ਅਧਿਆਪਨ ਕਿੱਤੇ 'ਚ ਲੱਗੇ ਹੋ, ਇੱਕ ਪਛੜੇ ਇਲਾਕੇ ਦੇ ਵਿਦਿਆਰਥੀਆਂ ਨੂੰ ਪੈਰਾਂ ਸਿਰ ਕਰਦੇ ਪਏ ਹੋ, ਉਹਨਾਂ ਨੂੰ ਸੇਵਾ ਕਰਦੇ ਪਏ ਹੋ ਤੇ ਤੁਸੀਂ ਆਪਣੇ ਅਨੁਭਵ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜਿਵੇਂ ਅਭਿਜੀਤ ਪਾਠਕ JNU ਦੇ ਪ੍ਰੋਫੈਸਰ ਆਪਣੀ ਕਿਤਾਬ 'ਚ ਲਿਖਦੇ ਨੇ ਕਿ ਜਿਹੜਾ ਇਸ ਵੇਲੇ ਇੱਕ ਪਾਸੇ ਗਲੋਬਲਾਈਜੇਸ਼ਨ ਆ, ਬਾਜ਼ਾਰਵਾਦ ਆ, ਕਾਰਪੋਰੇਟ ਆ, MNCs ਨੇ, ਜਾਂ ਇੱਕ ਖਾਸ ਤਰ੍ਹਾਂ ਦਾ ਕੱਟੜ ਕਿਸਮ ਦਾ ਪੋਲੀਟੀਕਲ ਡਿਸਕੋਰਸ ਆ, ਉਹ ਇੰਨਾ ਭਾਰੂ ਤੇ ਪਾਵਰਫੁਲ ਹੈ। ਉਹਦੇ 'ਚ ਇੱਕ ਅਧਿਆਪਕ ਕੀ ਕਰ ਸਕਦਾ? ਅਧਿਆਪਕ ਦੀ ਜਿਹੜਾ ਉਹ ਸਾਰੀ ਹਰਾਰਕੀ ਤੇ ਸਿਸਟਮ ਦੇ ਸਭ ਤੋਂ ਆਖਰੀ ਪੁਆਇੰਟ ਤੇ ਹੁੰਦਾ ਜਿੱਥੇ ਸਾਰਾ ਕੁਝ ਜਾ ਕੇ ਲਾਗੂ ਹੋਣਾ, ਤੇ ਅਧਿਆਪਕ ਹੀ ਉਹ ਐਲੀਮੈਂਟ ਹੁੰਦਾ, ਉਹੀ ਮਾਧਿਅਮ ਹੁੰਦਾ ਜਿਹਦੇ ਰਾਹੀਂ ਕਿਸੇ ਸਮਾਜ ਦੇ ਵਿੱਚ ਜਿਹੜੇ ਨਿੱਗਰ ਨਵੇਂ ਵਿਚਾਰ ਸਮਾਜ ਨੂੰ ਬਦਲਣ ਵਾਲੇ ਪਹੁੰਚਦੇ ਨੇ। ਤੇ ਉਹਦੇ ਵਿੱਚ ਪਾਠਕ ਹੋਰੀ ਕਹਿੰਦੇ ਨੇ, ਅਭਿਜੀਤ ਪਾਠਕ ਹੋਰੀ ਕਹਿੰਦੇ ਨੇ ਕਿ ਅਧਿਆਪਕ ਕੋਲ ਨਾ ਇੱਕ ਲਾਲਟਨ ਹੁੰਦੀ ਹੈ ਤੇ ਅਧਿਆਪਕ ਨੂੰ ਆਪਣੇ ਆਪ ਤੇ ਇਸ ਗੱਲ ਦਾ ਭਰੋਸਾ ਹੋਣਾ ਚਾਹੀਦਾ ਕਿ ਉਹ ਭਾਵੇਂ ਸਾਰਾ ਪ੍ਰਬੰਧ ਨਹੀਂ ਬਦਲ ਸਕਦਾ, ਪਰ ਜਿੱਥੇ ਉਹ ਖੜਾ ਉਹ ਆਪਣੀ ਲਾਲਟਨ ਨਾਲ ਉੱਥੇ ਉਹ ਚਾਨਣ ਕਰ ਸਕਦਾ। ਸੋ ਮੈਨੂੰ ਲੱਗਦਾ ਕਿ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਸਾਡੇ ਅਧਿਆਪਕ ਜਾਂ ਜਿਹੜੇ ਨਵੇਂ ਅਧਿਆਪਕ ਬਣਨਾ ਚਾਹਣਗੇ ਉਹਨਾਂ ਨੂੰ ਵੀ ਇਸ ਗੱਲ ਦੀ ਪ੍ਰੇਰਨਾ ਮਿਲੂਗੀ, ਉਤਸ਼ਾਹ ਮਿਲੇਗਾ। ਸੋ ਤੁਹਾਡਾ ਬਹੁਤ ਧੰਨਵਾਦ, ਸਾਰੇ ਦੋਸਤਾਂ ਦਾ ਧੰਨਵਾਦ ਤੇ ਬੇਨਤੀ ਇਹ ਹੈ ਕਿ ਤੁਸੀਂ ਇਸ ਪੇਜ ਦੇ ਨਾਲ ਜੁੜੇ ਰਹਿਣਾ। ਸਾਡਾ ਇੱਕ YouTube ਚੈਨਲ ਆ ਬੀਇੰਗ ਅ ਟੀਚਰ, ਸਾਰੀਆਂ ਜਿਹੜੀਆਂ ਭਾਸ਼ਣ ਜਾਂ ਟਾਕਸ ਨੇ ਉੱਥੇ ਵੀ ਅਸੀਂ ਪਾ ਦਿੰਦੇ ਹਾਂ, ਤੁਸੀਂ ਉੱਥੇ ਸੁਣ ਸਕਦੇ ਹਾਂ ਤੇ ਆਪਣੇ ਦੋਸਤਾਂ ਨਾਲ ਸਾਂਝੀ ਕਰ ਸਕਦੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਮਿਹਰਬਾਨੀ ਸਰ, ਬਹੁਤ।